ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਮਨ ਝੂਠੈ ਤਨ ਝੂਠ ਹੈ, ਜਿਹਵਾ ਝੂਠੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਜੋ ਸ੍ਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼ਬਦ ਬ੍ਰਹਮ ਸਰੂਪ ਅਕਾਲ ਗੁਰਬਾਣੀ ਆਪਣੇ ਸਰੂਪ ਦਾ ਗਿਆਨ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ ਬਾਣੀ। ਉਹ ਜਿਸ ਪ੍ਰਕਾਰ ਸਾਡਾ ਭਲਾ ਕਰਨ ਵਾਸਤੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਅਰਥ ਰੂਪ ਦੇ ਅੰਦਰ ਤੇ ਪਾਠ ਰੂਪ ਦੇ ਅੰਦਰ ਬਹੁਤ ਪ੍ਰਾਪਤ ਕਰਨ ਵਾਸਤੇ ਜਿਹੜੇ ਜਿਹੜੇ ਜੀਵਾਂ ਗੁਰਮੁਖਾਂ ਦੇ ਉੱਤੇ ਮਹਾਰਾਜ ਦੀ ਕਿਰਪਾ ਹੈ, ਉਹਨਾਂ ਨੂੰ ਅੰਦਰ ਤੋਂ ਇਹ ਭਾਵਨਾ ਫੁਰੀ ਹੈ ਕਿ ਅਸੀਂ ਬਾਣੀ ਦਾ ਸੁੱਧ ਉਚਾਰਨ ਸਿੱਖੀਏ, ਬਾਣੀ ਦੇ ਸੁੱਧ ਅਰਥ ਸਿੱਖੀਏ। ਇਹ ਪਰਮੇਸ਼ਰ ਵਾਹਿਗੁਰੂ ਦੀ ਕਰਮਾਂ ਅਨੁਸਾਰ ਪ੍ਰੇਰਨਾ ਜਿਨ੍ਹਾਂ ਨੂੰ ਹੈ, ਜਿਹਦੇ ਕਰਮਾਂ ਵਿੱਚ ਨਹੀਂ ਉਹ ਨਹੀਂ ਕਰ ਸਕੇਗਾ, ਕਰਮਾਂ ਉੱਪਰ ਨਿਬੜਾ। ਸੋ ਇਸ ਕਰਕੇ ਪੂਰਾ ਧਿਆਨ ਪੋਥੀਆਂ ਵਿੱਚ ਰੱਖੋ। ਪਾਠਾਂ ਦੇ ਭੇਦ ਵੀ ਆਉਂਦੇ ਹੈ, ਅਰਥਾਂ ਦੇ ਵਿਚਾਰ ਜਿੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਉੱਥੇ ਅਰਥ ਭਾਵ ਗੂੜੇ ਹੋ ਜਾਂਦੇ। ਇਸ ਕਰਕੇ ਕਥਾ ਜਿਹੜੀ ਜਿੱਥੇ 2 ਅੰਗਾਂ ਦੀ ਹੋ ਜਾਂਦੀ ਹੈ, 1 ਅੰਗ ਦੀ ਹੋਏਗੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ, ਇਹਦੇ ਵਿੱਚ ਕਾਹਲ ਵੀ ਆਪਾਂ ਨੂੰ ਕਰਨ ਦੀ ਲੋੜ ਨਹੀਂ ਹੈ। ਸਹਿਜ ਸੁਭਾਅ ਦੇ ਅੰਦਰ ਗਰੀਬ ਨਵਾਜ਼ ਕਿਰਪਾ ਕਰਨ। ਆਓ ਮਨ ਬਿਰਤੀਆਂ ਇਕਾਗਰ ਕਰੋ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ। ਸੁਣੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਬਚਨ ਹੈ ਜੀ। ਮਨ ਝੂਠੈ ਤਨ ਝੂਠ ਹੈ। ਇਹਦੇ ਵਿੱਚ ਹੁਣ ਝੂਠ ਦੀ ਗੱਲ ਮਹਾਰਾਜ ਕਰਦੇ। ਮਹਾਰਾਜ ਕਹਿੰਦੇ ਜਿਹੜਾ ਮਨ ਹੈ, ਜਦੋਂ ਮਨ ਝੂਠਾ ਹੋ ਜਾਂਦਾ ਹੈ, ਇਹ ਫਿਰ ਤਨ ਨੂੰ ਵੀ ਝੂਠਾ ਕਰ ਦਿੰਦਾ। ਸਾਡੇ ਮੂੰਹ ਦੇ ਵਿੱਚ ਝੂਠ ਹੈ, ਜਿਹੜੇ ਭਾਂਡੇ ਨੂੰ ਮੂੰਹ ਲੱਗ ਜਾਏ ਉਹ ਸੁੱਚਾ ਰਹਿ ਜੂ, ਉਹ ਵੀ ਝੂਠਾ ਹੋ ਜਾਂਦਾ। ਇਹ ਮਨ ਦਾ ਜਿਹੜੇ ਤਨ ਨੂੰ ਜੀਭ ਲੱਗ ਜਾਏ ਉਹ ਤਨ ਨੂੰ ਝੂਠਾ ਕਰ ਦਿੰਦਾ। ਇਹ ਸਿਧਾਂਤ ਹੈ ਇਹਦੇ ਵਿੱਚ। ਮਨ ਕਾਹਦੇ ਨਾਲ ਝੂਠਾ ਹੋਇਆ ਹੈ? ਮਨ ਝੂਠਾ ਹੋਇਆ ਹੈ ਜਿਹੜੇ ਅੰਦਰ ਵਿਸ਼ੇ ਦੇ ਸੰਕਲਪ ਚੱਲਦੇ ਆ, ਇਹਦੇ ਨਾਲ ਮਨ ਝੂਠਾ ਹੁੰਦਾ ਹੈ। ਤੇ ਦੂਸਰਾ ਅਵਿਦਿਆ ਕਰਕੇ ਸੰਕਲਪ ਫੁਰਦੇ ਆ। ਇਸ ਕਰਕੇ ਅਵਿਦਿਆ ਦੇ ਕਾਰਨ ਮਨ ਸੰਕਲਪ ਕਰਦਾ ਹੈ, ਅਵਿਦਿਆ ਵੀ ਝੂਠ ਦੇ ਵਿੱਚ ਸਹਾਇਕ ਹੋਗੀ। ਇਹਦੇ ਕਰਕੇ ਫਿਰ ਮਨ ਝੂਠਾ ਹੈ, ਤਨ ਝੂਠ ਹੈ, ਤੇ ਇਹਦੇ ਨਾਲ ਅਪਵਿੱਤਰ ਹੋ ਗਿਆ। ਮਨ ਝੂਠਾ ਅਪਵਿੱਤਰ ਹੋ ਗਿਆ। ਇਹਦੇ ਨਾਲ ਹੀ ਫਿਰ ਜਿਹੜਾ ਤਨ ਸਰੀਰ ਹੈ ਉਹ ਵਿਸ਼ਿਆਂ ਦੇ ਭੋਗਣ ਰੂਪ ਝੂਠਾ ਹੁੰਦਾ ਹੈ। ਜਦੋਂ ਸਰੀਰ ਦਾ ਗਲਤ ਇਸਤੇਮਾਲ ਕੀਤਾ, ਮੰਦੀ ਵਾਸ਼ਨਾ ਪੂਰੀ ਕਰਨੀ ਸੀ ਮਨ ਨੇ, ਉਹ ਤਨ ਦੁਆਰਾ ਕਰਮ ਹੋਇਆ। ਇਸ ਕਰਕੇ ਤਨ ਤੇ ਮਨ ਦੋਨੇ ਝੂਠੇ ਹੋ ਗਏ। ਇਹ ਸਿਧਾਂਤ ਹੈ ਇਹਦੇ ਵਿੱਚ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਤਨ ਦੇ ਨਾਲ ਫਿਰ ਮੁਖ ਦੇ ਵਿੱਚ ਜੀਭ ਲੱਗੀ ਹੋਈ ਆ, ਉਹਦੀ ਗੱਲ ਕਰਦੇ ਹਨ। ਜਿਹਵਾ ਝੂਠੀ ਹੋਏ। ਤੇ ਤਨ ਜਿਹੜਾ ਉਹ ਵਿਸ਼ੇ ਭੋਗਣ ਰੂਪ, ਪਾਪ ਕਰਨ ਰੂਪ ਝੂਠਾ ਹੋ ਗਿਆ। ਮਨ ਮੰਦੇ ਸੰਕਲਪਾਂ ਕਰਕੇ ਝੂਠਾ ਹੋ ਗਿਆ, ਅਵਿਦਿਆ ਕਰਕੇ ਝੂਠਾ ਹੋ ਗਿਆ। ਜਿਹੜੀ ਜੀਭ ਹੈ ਇਹ ਝੂਠ ਬੋਲਣ ਕਰਕੇ ਝੂਠੀ ਹੁੰਦੀ ਹੈ। ਝੂਠੀ ਤੋਂ ਭਾਵ ਅਪਵਿੱਤਰ ਹੋ ਜਾਂਦੀ ਹੈ। ਤੇ ਸੁਚੀ ਕਿਵੇਂ ਹੋਏਗੀ? ਉਹ ਅੱਗੇ ਗੁਰਬਾਣੀ ਦੇ ਵਿੱਚ ਬੜੇ ਪ੍ਰਮਾਣ ਆਉਣਗੇ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਤੋਂ ਬਿਨਾਂ ਇਹ ਝੂਠ ਲੈਂਦੀ ਨਹੀਂ, ਨਾ ਤਨ ਦੀ ਨਾ ਮਨ ਦੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਝੂਠ ਦੇ ਪ੍ਰਕਰਣ ਦੇ ਵਿੱਚ ਹੀ ਅੱਗੇ ਦੱਸਦੇ ਹਨ। ਮੁਖ ਝੂਠਾ ਝੂਠ ਬੋਲਣਾ। ਮੁਖ ਦੇ ਵਿੱਚ ਝੂਠ ਬਸਦਾ ਹੈ। ਹੁਣ ਜਿੱਥੇ ਝੂਠ ਬਸਦੀ ਹੈ ਉਹਨੇ ਗਾਹਾਂ ਝੂਠਾ ਕਰਨਾ। ਮੁਖ ਦੇ ਵਿੱਚ ਝੂਠ ਬਸਦਾ, ਝੂਠ ਨੇ ਇਹਨੂੰ ਝੂਠਾ ਕੀਤਾ। ਜਦੋਂ ਮੁਖ ਦੇ ਵਿੱਚ ਝੂਠ ਬੋਲਣ ਦੇ ਰੂਪ ਇਹ ਝੂਠ ਹੈ, ਝੂਠ ਬਸਦਾ ਹੈ, ਉਹ ਫਿਰ ਉਹਦੇ ਬਚਨ ਜਿਹੜੇ ਨੇ ਉਹ
ਸੁੱਚੇ ਥੋੜੀ ਹੋਣਗੇ। ਜਿੱਥੇ ਗੰਦਗੀ ਪਈ ਹੈ ਜਿਹੜੀ ਜਗ੍ਹਾ ਤੇ, ਗੰਦਗੀ ਤਾਂ ਫਿਰ ਉੱਥੋਂ ਫੈਲੂਗੀ ਅੱਗੇ। ਮੁੱਖ ਦੇ ਵਿੱਚ ਝੂਠ ਹੈ ਤੇ ਜਦੋਂ ਬੋਲੂਗਾ ਉਹਦੇ ਵਿੱਚ ਵੀ ਝੂਠ ਹੋਣਾ, ਕਿਉਂਕਿ ਮੁੱਖ ਦੇ ਵਿੱਚ ਝੂਠ ਵਸ ਰਿਹਾ, ਮਨ ਦੇ ਵਿੱਚ ਝੂਠ ਵਸ ਰਿਹਾ ਹੈ, ਫਿਰ ਝੂਠੇ ਬਚਨ ਬੋਲਦਾ ਹੈ। ਤੇ ਝੂਠੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਲਈ ਮੂੰਹ ਦੇ ਨਾਲ ਝੂਠੇ ਬਚਨ ਬੋਲਦਾ ਹੈ, ਐਂ ਦਾ ਅਰਥ ਵੀ ਹੈ। ਐਸਾ ਜਿਹੜਾ ਮੂੰਹ ਹੈ ਉਹ ਫਿਰ ਜਿਹੜਾ ਐਸਾ ਮੂੰਹ ਤੇ ਸਰੀਰ ਜੋ ਹੈ, ਮਨ ਹੈ, ਕਿਉ ਕਰ ਸੁੱਚਾ ਹੋਏ। ਇਹ ਫਿਰ ਸਰੀਰ ਕਿਸ ਪ੍ਰਕਾਰ ਕਰਕੇ ਸੁੱਚਾ ਹੋ ਸਕਦਾ ਹੈ? ਪਾਵ ਨਹੀਂ ਹੋ ਸਕਦਾ। ਤਨ ਧੋਤੇ ਮਨ ਅੱਛਾ ਨਾ ਹੋਏ। ਸਰੀਰ ਧੋਣ ਦੇ ਨਾਲ ਮਨ ਨਹੀਂ ਅੱਛਾ ਹੋ ਜਾਂਦਾ। ਤੇ ਅੱਗੇ ਦੱਸਦੇ ਹਨ ਜੀ, ਬਿਨ ਅਬ ਸ਼ਬਦ ਨਾ ਮਾਂਜੀਐ। ਜੇ ਭਾਂਡੇ ਝੂਠੇ ਹੋ ਜਾਂਦੇ ਆ ਉਹਨਾਂ ਨੂੰ ਮਾਂਜਿਆ ਜਾਂਦਾ, ਮਾਂਜਣ ਦੇ ਨਾਲ ਸੁੱਚਾ ਕੀਤਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਮਨ ਤੇ ਤਨ ਨੂੰ ਮਾਂਜਣਾ ਹੈ। ਨਿਸ਼ਕਾਮ ਸੇਵਾ ਦੇ ਨਾਲ ਤਨ ਨੂੰ ਮਾਂਜਣਾ ਹੈ, ਸਿਮਰਨ ਦੇ ਨਾਲ ਮਨ ਨੂੰ ਮਾਂਜਣਾ ਹੈ। ਬਿਨ ਅਬ ਸ਼ਬਦ ਨਾ ਮਾਂਜੀਐ। ਸਤਿਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨਾ ਅਬ ਨਾਮ ਹਿਰਦੇ ਦਾ ਹੈ, ਉਹ ਹਿਰਦੇ ਨੂੰ ਮਾਂਜਿਆ ਨਹੀਂ ਜਾ ਸਕਦਾ। ਭਾਵ ਕੀ ਹੈ ਵੀ ਉਹਦੀ ਜਿਹੜੀ ਮਨ ਦੀ ਮਲ ਵਿਖੇਪ ਵਰਨ ਆਦਿ ਜਿਹੜੇ ਦੋਸ਼ ਮੈਲ ਲੱਗੀ ਹੋਈ ਹੈ, ਇਹ ਮੈਲ ਲੈ ਨਹੀਂ ਸਕਦੀ ਇਹ ਤੋਂ ਬਿਨਾ। ਸੱਚੇ ਤੇ ਸੱਚ ਹੋਏ। ਸੱਚੇ ਪਰਮੇਸ਼ਰ ਦੇ ਨਾਮ ਜਪਣ ਕਰਕੇ ਹੀ ਸੱਚਾ ਤੋਂ ਭਾਵ ਹੈ ਪਵਿੱਤਰਤਾ ਮਿਲੇਗੀ, ਜਾਂ ਫਿਰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੋਏਗੀ। ਇਸ ਪ੍ਰਕਾਰ ਫਿਰ ਨਾਮ ਦੀ ਉਹ ਮਹਾਨਤਾ ਸਤਿਗੁਰੂ ਮਹਾਰਾਜ ਸਾਹਿਬ ਦੇ ਦ੍ਰਿੜ ਕਰਾਉਂਦੇ ਨੇ। ਹਰ ਪੰਕਤੀ ਦੇ ਅੰਦਰ, ਹਰ ਸ਼ਬਦ ਦੇ ਅੰਦਰ ਗੱਲ ਨਾਮ ਦੀ ਕਰਨੀ ਹੈ। ਮਹਾਰਾਜ ਨੇ ਤਰੀਕੇ ਅਲੱਗ-ਅਲੱਗ ਹਨ, ਦ੍ਰਿਸ਼ਟਾਂਤ ਅਲੱਗ-ਅਲੱਗ। ਤੋਂ ਅੱਗੇ ਹੁਣ ਫਿਰ ਰੂਪਕ ਅਲੰਕਾਰ ਦੁਆਰਾ ਉਪਦੇਸ਼ ਦਿੰਦੇ ਹਨ। ਸੁਣੋ ਜੀ। ਮੁੰਦੇ ਗੁਣਹੀਣੀ ਸੁਖ ਕੇ ਹੈ। ਮੁੰਦੇ ਨਾਮ ਅਗਿਆਤ ਬੇਸਮਝ ਇਸਤਰੀ ਦਾ, ਜਿਹੜੀ ਜਵਾਨ ਹੋਵੇ, ਸੁੰਦਰ ਹੋਵੇ, ਪਰ ਅਕਲ ਨਾ ਹੋਵੇ। ਸੁੰਦਰਤਾ ਹੋਣੀ ਅਲੱਗ ਬਾਤ ਹੈ, ਜਵਾਨ ਹੋਣਾ ਸਰੀਰ ਦੀ ਸ਼ਡੌਲ ਅਲੱਗ ਬਾਤ ਹੈ। ਜਵਾਨ ਉਮਰ ਦੇ ਕੋਈ ਪਾਗਲ ਨਹੀਂ ਦੇਖੇ ਗਏ। ਸਰੀਰ ਬੜਾ ਸੋਹਣਾ ਸੁਨੱਖਾ ਵੀ ਹੁੰਦਾ ਪਰ ਪਾਗਲ ਹੁੰਦੇ। ਤੋ ਇਸ ਕਰਕੇ ਜਵਾਨ ਇਸਤਰੀ ਦਾ ਇੱਥੇ ਦ੍ਰਿਸ਼ਟਾਂਤ ਹੈ। ਮੁੰਦੇ ਤੋਂ ਭਾਵ ਮੁਗਧ ਅਗਿਆਤ ਬੇਸਮਝ। ਜਿਵੇਂ ਕੋਈ ਸੁੰਦਰ ਇਸਤਰੀ ਹੈ, ਜਵਾਨ ਵੀ ਹੈ, ਪਰ ਉਹਦੇ ਵਿੱਚ ਸ਼ੁਭ ਗੁਣ ਨਹੀਂ ਹੈ। ਪਤੀ ਦੀ ਸੇਵਾ ਕਰਨ ਦਾ ਢੰਗ ਤਰੀਕਾ ਕੋਈ ਨਹੀਂ ਹੈ, ਅਤੇ ਪਤੀ ਦੇ ਉੱਤੇ ਸ਼ਰਧਾ ਵੀ ਹੈ ਨਹੀਂ, ਤੇ ਗੁਣਹੀਣੀ ਹੈ, ਸ਼ੁਭ ਗੁਣ ਹੈ ਨਹੀਂ ਕੋਈ। ਇਹੋ ਜੀ ਇਸਤਰੀ ਜਿਹੜੀ ਹੈ, ਪਤੀ ਦੇ ਘਰ ਦੇ ਵਿੱਚ ਸੁੱਖ ਕਿਵੇਂ ਪਾਏਗੀ? ਸੁੱਖ ਕਿਵੇਂ ਮਿਲ ਜੂਗਾ ਸੁੱਖ? ਭਾਵ ਕੀ ਹੈ ਵੀ ਸੁੱਖ ਨਹੀਂ ਮਿਲਦਾ, ਦੁਖੀ ਹੋਏਗੀ। ਅਖੀਰ ਨੂੰ ਪਤੀ ਉਹਦੇ ਔਗਣ ਦੇਖ ਕੇ ਵੀ ਜਵਾਨ ਭਾਵੇਂ ਹੈ, ਸੁੰਦਰ ਭਾਵੇਂ ਹੈ, ਪਰ ਔਗਣ ਉਹ ਛੱਡ ਦਿੰਦਾ ਹੈ। ਕਹਿੰਦਾ ਜਾ ਤੂੰ ਜਿੱਥੋਂ ਆਈ ਹੈ, ਮੈਂ ਤੈਨੂੰ ਨਹੀਂ ਰੱਖਦਾ। ਛੁੱਟੜ ਹੋ ਕੇ ਫਿਰ ਭੜਕਦੀ ਫਿਰਦੀ। ਇਸੇ ਪ੍ਰਕਾਰ ਹੁਣ ਇਹ ਅੰਤਰੀਵ ਭਾਵ ਦੇ ਵਿੱਚ ਮੁੰਦੇ ਗੁਣਹੀਣੀ ਸੁਖ, ਇਹ ਤਾਂ ਬਾਹਰ ਦੀ ਗੱਲ ਸੀ। ਸਤਿਗੁਰੂ ਦੇ ਉਪਦੇਸ਼, ਸਤਿਗੁਰੂ ਜੀ ਐਸਾ ਉਪਦੇਸ਼ ਦਿੰਦੇ ਆ, ਇਹ ਜੀਵ ਰੂਪ ਮੁੰਦੇ ਇਸਤਰੀ ਹੈ, ਅਗਿਆਤ ਬੇਸਮਝ। ਤੇਰੇ ਕੋਲ ਸ਼ੌਕ ਅਵਸਥਾ ਦੀ ਜਵਾਨੀ ਤਾਂ ਹੈਗੀ, ਸ਼ੌਕ ਅਵਸਥਾ ਹੋਣੀ ਇਹ ਜਵਾਨੀ ਹੈ। ਤੇਰੇ ਕੋਲ ਦਿਖਾਵੇ ਮਾਤਰ ਜਿਹੜੇ ਕਰਮ ਕਰਨਾ, ਜਪ ਤਪ, ਇਹਦੀ ਪੋਚਾ ਪਾਚੀ ਸੁੰਦਰਤਾ ਵੀ ਹੈਗੀ, ਦਿਖਾਵੇ ਮਾਤਰ ਜਿਹੜੇ ਕਰਦੇ ਆ। ਪਰ ਤੇਰੇ ਕੋਲ ਗੁਣ ਜਿਹੜੇ ਨੇ, ਸ਼ੁਭ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਇਹ ਤੇਰੇ ਜੈਕ ਬਣੀ ਹੈ। ਇਹਨਾਂ ਗੁਣੋਂ ਤੋਂ ਹੀਣੀ ਹੈ। ਫਿਰ ਤੈਨੂੰ ਸੁੱਖ ਕਿਹ, ਆਤਮਿਕ ਸੁੱਖ ਕਿਵੇਂ ਮਿਲ ਜੂਗਾ ਤੈਨੂੰ? ਉਹ ਪਰਮਾਨੰਦ ਦੀ ਪ੍ਰਾਪਤੀ ਦਾ ਸੁੱਖ ਕਿਵੇਂ ਮਿਲ ਜੂਗਾ ਤੈਨੂੰ? ਅਖੀਰ ਨੂੰ ਪਤੀ ਪਰਮਾਤਮਾ ਜਿਹੜਾ ਵਾਹਿਗੁਰੂ ਹੈ, ਉਹ ਤੈਨੂੰ ਛੁੱਟੜ ਕਰ ਦੇਗਾ, ਛੱਡ ਦੇਗਾ ਵੀ ਛੱਡੋ ਇਹ ਜਿਹੇ ਜੀਵ ਦਾ, ਤੇ ਉਹ ਪਰਮਾਤਮਾ ਵੱਲੋਂ ਛੁੱਟੜ ਹੋ ਕੇ ਜੂਨਾਂ 'ਚ ਧੱਕੇ ਖਾਂਦੀ ਫਿਰੇਗੀ। ਨਾ ਤੈਨੂੰ ਇਹ ਲੋਕ ਦੇ 'ਚ ਪੇਕਿਆਂ 'ਚ ਸੁੱਖ, ਨਾ ਤੈਨੂੰ ਪਰਲੋਕ ਸਹੁਰੇ ਘਰ ਵਿੱਚ ਸੁੱਖ। ਪਤੀ ਨਹੀਂ ਛੱਡ ਦਿੱਤੀ ਅਕਾਲ ਪੁਰਖ ਨੇ। ਇਹ ਜੀਵ ਰੂਪ ਇਸਤਰੀ ਨੂੰ ਉਪਦੇਸ਼ ਹੈ। ਬਾਹਰ ਦਾ ਦ੍ਰਿਸ਼ਟਾਂਤ ਦੇ ਇਸੇ ਨੂੰ ਰੂਪਕ ਅਲੰਕਾਰ ਕਹਿੰਦੇ ਆ। ਇਸਤਰੀ ਦਾ ਜਿਹੜਾ ਪ੍ਰਮਾਣ ਦੇ ਕੇ ਸਿੱਖਿਆ ਜਗਿਆਸੂ ਨੂੰ ਦੇ ਰਹੇ। ਕੱਲੇ ਜਗਿਆਸੂ ਨੂੰ ਨਹੀਂ, ਔਰਤ ਨੂੰ ਵੀ ਸਮਾਜ ਸੁਧਾਰ ਵਾਸਤੇ ਵੀ ਬੜਮੁੱਲਾ ਉਪਦੇਸ਼ ਹੈ ਮਹਾਰਾਜ ਦਾ। ਫਿਰ ਇਹਦੇ ਨਾਲ ਇਸੇ ਪ੍ਰਕਾਰ ਦੇ ਅੱਗੇ ਦੱਸਦੇ ਹਨ। ਫਿਰ ਰਲੀਆ ਰਸ ਬਾਣ ਸੀ। ਤੋ ਜਿਹੜੀ ਜਗਿਆਸੂ ਰੂਪ ਇਸਤਰੀ ਹੈ, ਉਹ
ਪਤੀ ਪਰਮਾਤਮਾ ਦੇ ਰਸ ਆਨੰਦ ਨੂੰ ਮਾਨਸੀ ਕਿਹੜੀ ਅੱਗੇ ਦੱਸਦੇ ਨੇ। ਸਾਚ ਸ਼ਬਦ ਸੁਖ ਨੇਹ, ਜੋ ਜਗਿਆਸੂ ਰੂਪ ਇਸਤਰੀ ਸੱਚੇ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਦੀ ਹੈ, ਪਤੀ ਪਰਮੇਸ਼ਰ ਦੇ ਨਾਲ ਨੇਹ ਪ੍ਰੇਮ ਕਰਦੀ ਹੈ। ਨੇਹ ਪ੍ਰੇਮ ਦਾ ਨਾਮ ਹੈ। ਉਹ ਫਿਰ ਸੁਖ ਪ੍ਰਾਪਤੀ, ਸੁਖ ਸਰੂਪ ਕੌਣ ਹੈ? ਵਾਹਿਗੁਰੂ, ਪਤੀ ਰੂਪ ਪਰਮੇਸ਼ਰ ਹੈ। ਉਹਦੇ ਨਾਲ ਅਭੇਦ ਹੋਣ ਰੂਪ ਰਲੀਆਂ ਨਾਲ ਖੁਸ਼ੀ ਦਾ ਹੁੰਦਾ ਹੈ। ਇਹ ਖੁਸ਼ੀਆਂ ਮਾਣਦੀ ਹੈ, ਉਹਦੇ ਮਿਲਾਪ ਦਾ ਰਸ ਆਨੰਦ ਮਾਣਦੀ ਹੈ, ਜਿਹੜਾ ਵਾਹਿਗੁਰੂ ਦਾ ਮਿਲਾਪ ਹੋਣਾ। ਵਾਹਿਗੁਰੂ ਦੇ ਮਿਲਾਪ ਵਿੱਚ ਕਿੰਨਾ ਕੁ ਆਨੰਦ ਹੈ, ਇਹ ਤਾਂ ਉਹ ਜਾਣਨ ਜਿਨ੍ਹਾਂ ਨੂੰ ਵਾਹਿਗੁਰੂ ਮਿਲਿਆ। ਪਰ ਇੱਕ ਗੱਲ ਤਾਂ ਪੱਕੀ ਹੈ ਨਾ, ਜਦੋਂ ਕਿਤੇ ਮਨ ਆਪਣਾ ਇਕਾਗਰ, ਆਪਣੇ ਜੋ ਕਿਸੇ ਦਾ ਵੀ ਮਨ ਇਕਾਗਰ ਹੋ ਜਾਏ, ਨਾਮ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ। ਸੰਸਾਰ ਦੇ ਵਿੱਚ ਜਿਹੜੀ ਔਰਤ ਪਤੀਵਰਤ ਹੈ, ਉਹ ਪਤੀ ਦਾ ਨਾਮ ਸੁਣ ਕੇ, ਪਤੀ ਨੂੰ ਯਾਦ ਕਰਕੇ ਰਸ ਵਿੱਚ ਭਰ ਜਾਂਦੀ ਹੈ ਅੰਦਰੋਂ। ਤੇ ਜਿਹੜੇ ਸੰਤ ਭਗਤ ਦਾ ਪਰਮਾਤਮਾ ਦੇ ਨਾਲ ਇੰਨਾ ਸਨੇਹ ਵੀ, ਪਰਮਾਤਮਾ ਜੀ ਚਾਹੇ ਮਿਲਿਆ ਨਹੀਂ, ਪਤੀ ਪ੍ਰਦੇਸ਼ 'ਚ ਬੈਠਾ ਹੋਵੇ, ਉਹਨੂੰ ਯਾਦ ਕਰਕੇ ਆਨੰਦ ਮਾਣਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਜੇ ਸਾਖਸ਼ਾਤ ਨਹੀਂ ਹੋਇਆ, ਉਹ ਰੰਗ ਆਨੰਦ ਨੂੰ, ਰਲੀਆਂ ਖੁਸ਼ੀਆਂ ਨੂੰ ਮਾਣਦੀ ਹੈ, ਆਨੰਦ ਮਾਣਦੇ ਹਨ। ਸੁਰਤ ਦੇ ਵਿੱਚ ਬੜੀ ਉਹਨਾਂ ਨੂੰ ਨਾਮ ਦੁਆਰਾ ਅੰਦਰ ਸੁਖ ਅਨੁਭਵ ਹੋਣ ਲੱਗ ਜਾਂਦਾ ਹੈ। ਨਾਮ ਵਰਗਾ ਸੁਖ ਕਿਸੇ ਚੀਜ਼ ਦੇ ਵਿੱਚ ਨਹੀਂ। ਬਸ ਗੱਲ ਇੰਨੀ ਆ ਵੀ ਵਿਚਾਲੇ ਇੱਕ ਪਰਦਾ ਜਿਹਾ ਹੈ। ਜਿੰਨੀ ਦੇਰ ਤੱਕ ਜੀਵ ਦੇ ਉੱਤੇ ਪਰਦਾ ਹੈ, ਉਹਨਾਂ 'ਚ ਮਿਸਰੀ ਮਿੱਠੀ ਨਹੀਂ ਲੱਗਦੀ। ਪਰਦਾ ਦੂਰ ਕਰ ਦਿਓ, ਮਿਸਰੀ ਮਿੱਠੀ ਲੱਗਣ ਲੱਗ ਜਾਊਗੀ। ਨਾਮ ਵੀ ਉਦਣੇ ਮਿੱਠਾ ਲੱਗੂਗਾ ਜਿੱਦਣ ਅੰਦਰ ਦੇ ਪਰਦੇ ਦੂਰ ਹੋ ਜਾਣਗੇ ਮਨ ਤੋਂ। ਅਜੇ ਪਰਿਵਾਰ ਦੇ ਮੋਹ ਦੇ, ਵਿਸ਼ੇ ਵਿਕਾਰਾਂ ਦੇ ਪਰਦੇ ਪਏ ਹੋਏ। ਸੋ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ, ਫਿਰ ਉਹਦੇ ਆਨੰਦ ਨੂੰ ਮਾਨਸੀ ਮਾਣਦੀ ਹੈ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਨੇ ਜੀ, ਫਿਰ ਪਰਦੇਸੀ ਜੇ ਥੀਐ, ਜੇਕਰ ਕਿਸੇ ਜਗਾਸੂ ਰੂਪ ਇਸਤਰੀ ਤੋਂ ਫਿਰ ਪਤੀ ਪਰਮਾਤਮਾ ਜਿਹੜਾ ਉਹ ਪਰਦੇਸੀ, ਪ੍ਰਦੇਸ਼ ਭਾਵ ਆਸਖਿਆਤਾਕਾਰ ਥੀਏ ਹੋ ਜਾਵੇ, ਮਤਲਬ ਦਿਸ ਨਹੀਂ ਰਿਹਾ, ਉਹਦੀ ਬੇਸਮਝੀ ਕਰਕੇ ਹੋ ਗਿਆ। ਇਹ ਸਖਿਆਤਾਕਾਰ ਨਹੀਂ, ਆਸਖਿਆਤਾਕਾਰ ਹੋ ਗਿਆ, ਭਾਵ ਦਿਸਦਾ ਨਹੀਂ ਹੈ, ਉਹਲੇ ਹੋ ਗਿਆ ਹੈ। ਧਨਵਾਂਡੀ ਚੂਰੇ, ਉਹ ਫਿਰ ਸੰਤ ਭਗਤ ਰੂਪ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਤੋਂ ਵਿਛੜ ਕਰਕੇ, ਉਹਦੀ ਜਿਹੜੀ ਅਭਾਸ਼ ਬਿਰਤੀ ਸਾਖੀ ਚੇਤਨ ਤੋਂ ਵਾਂਢੀ ਨਾਮ ਵਿਛੜ ਜਾਣਦਾ, ਉਹ ਵਿਛੜ ਕੇ ਕੀ ਕਰਦੀ ਹੈ? ਝੂਰਦੀ ਹੈ। ਫਿਰ ਮਨ ਦੀ ਹਾਲਤ ਐਸੀ ਹੋ ਜਾਂਦੀ ਹੈ, ਉਹ ਫਿਰ ਉਹਨੂੰ ਝੋਰਾ ਲੱਗਦਾ ਹੈ। ਵਾਢੀ ਵਿਛੜੀ ਹੋਈ ਝੂਰਦੀ ਹੈ। ਤੋ ਇਸ ਪ੍ਰਕਾਰ ਫਿਰ ਦ੍ਰਿਸ਼ਟਾਂਤ ਦੇ ਕਿਵੇਂ ਝੂਰਦੀ ਹੈ ਉਹ ਦੱਸਦੇ ਹਨ। ਜਿਉਂ ਜਲ ਥੋੜਾ ਮਛਲੀ, ਤੇ ਇਹ ਭਾਈ ਇੱਥੇ ਇੱਕ ਬੜੀ ਗੁੰਝਲਦਾਰ ਬਾਤ ਹੈ। ਮੈਂ ਖੁਦ ਵੀ ਦੁਚਿਤੀ 'ਚ ਪੈ ਗਿਆ ਸੀ ਵੀ ਮੈਂ ਇਹ ਗੱਲ ਕਹਾਂ ਜਾਂ ਨਾ ਕਹਾਂ, ਪਰ ਫਿਰ ਮੈਂ ਆਪਣਾ ਧਰਮ ਸਮਝਿਆ ਵੀ ਮੈਨੂੰ ਇਹ ਸਪਸ਼ਟ ਕਰ ਦੇਣੀ ਚਾਹੀਦੀ ਹੈ। ਮਾਮਲਾ ਤਾਂ ਪੰਥ ਦਾ, ਇਹਦਾ ਹੱਲ ਨਾ ਮੇਰੇ ਕੋਲ ਹੈ ਨਾ ਤੁਹਾਡੇ ਕੋਲ ਹੈ। ਜਦੋਂ ਦਾਸ ਨੇ ਸੰਥਿਆ ਕੀਤੀ ਹੈ, ਉਦੋਂ ਮਹਾਂਪੁਰਸ਼ਾਂ ਨੇ ਮੈਨੂੰ ਇਹ ਪਾਠ ਜਿਹੜਾ ਪੋਥੀਆਂ ਦੇ ਵਿੱਚ ਤਾਂ ਮੱਛਲੀ ਪਾਠ ਛਪਿਆ ਹੋਇਆ, ਤੁਸੀਂ ਧਿਆਨ ਦੇ ਨਾਲ ਦੇਖੋ ਵੀ ਹੁਣ ਵਾਲੀਆਂ ਪੋਥੀਆਂ 'ਚ ਕਿਸੇ ਕੋਲ ਮੰਮੇ ਨੂੰ ਕੰਨਾਂ ਜੇ ਲੱਗਿਆ ਹੋਵੇ ਤਾਂ ਉਹ ਹੱਥ ਖੜਾ ਕਰ ਦਿਓ, ਬੋਲਣ ਦੀ ਲੋੜ ਨਹੀਂ। ਜੇ ਨਹੀਂ ਹੈ, ਸਾਰੀਆਂ ਪੋਥੀਆਂ ਦੇ ਵਿੱਚ ਨਹੀਂ ਆ, ਹੁਣ ਕਿਸੇ ਪੋਥੀ 'ਚ ਨਹੀਂ, ਇੱਧਰ ਵੀ ਨਹੀਂ ਹੈ ਭਾਈ ਸਾਹਿਬ ਕੋਲ। ਤੇ ਬਹੁਤ ਸਾਰੇ ਜਿਹੜੀਆਂ ਪੋਥੀਆਂ ਦੇਖੀਆਂ ਨੂੰ ਉਹਨਾਂ 'ਚ ਮੰਮੇ ਨੂੰ ਕੰਨਾਂ ਨਹੀਂ ਲੱਗਿਆ ਹੋਇਆ। ਪਰ ਮਹਾਂਪੁਰਸ਼ਾਂ ਨੇ ਵਿਸ਼ੇਸ਼ ਕਰਕੇ ਸਾਡੀ 8 ਦੀ ਕਲਾਸ ਸੀ, ਸਾਨੂੰ ਲਵਾਇਆ ਵੀ ਇੱਥੇ ਮੰਮੇ ਨੂੰ ਕੰਨਾਂ ਪੋਥੀਆਂ 'ਚ ਨਹੀਂ ਹੈ ਜੀ, ਨਹੀਂ ਹੈ, ਕਹਿੰਦੇ ਲਾਓ। ਇਹ ਪਾਠ ਇਸ ਤਰ੍ਹਾਂ ਹੈ। ਫਿਰ ਵੱਡੇ ਮਹਾਂਪੁਰਖਾਂ ਦਾ ਪਾਠ ਦੇਖਿਆ ਤੇ ਉਹਨਾਂ ਨੇ ਵੀ ਸਾਧ ਸਿੰਘ ਜੀ ਪਾਠ ਫਿਰ ਮੰਮੇ ਨੂੰ ਕੰਨਾਂ ਲਵਾਇਆ। ਹਾਲਾਂਕਿ ਪਾਠੀ ਨੇ ਮੰਮੇ ਨੂੰ ਕੰਨੇ ਤੋਂ ਬਿਨਾਂ ਬੋਲ ਦਿੱਤਾ ਸੀ। ਕਹਿੰਦੇ ਨਹੀਂ ਭਾਈ, ਦੇਖੋ ਕਿਸੇ ਪੋਥੀ 'ਚ ਹੈ। ਉਹ ਨਿਰੀਖਣ ਕਰਕੇ ਫਿਰ ਮੰਮੇ ਨੂੰ ਕੰਨਾਂ ਲਵਾ ਕੇ ਪਾਠ ਕਰਿਆ, ਪਰ ਹੁਣ ਕਿਸੇ ਸਰੂਪ ਵਿੱਚ ਮੰਮੇ ਨੂੰ ਕੰਨਾਂ ਨਹੀਂ ਹੈ। ਇਹ ਸਿਰਫ ਤੁਹਾਡੀ ਜਾਣਕਾਰੀ ਦਿੱਤੀ ਹੈ। ਜਿਵੇਂ ਲਿਖਿਆ ਹੋਵੇ ਤੁਸੀਂ ਭਾਈ ਉਹਦੇ ਅਨੁਸਾਰ ਵਿਸ਼ਵਾਸ ਕਰਿਓ, ਪਰ ਦਾਸ ਨੂੰ ਮੰਮੇ ਨੂੰ ਕੰਨਾਂ ਲਵਾ ਕੇ ਪਾਠ ਕਰਾਇਆ ਸੀ ਸੰਤਾਂ ਨੇ। ਮੈਂ ਤੁਹਾਡੇ ਕੋਲੋਂ ਇਸ ਗੱਲ ਨੂੰ ਓਲਾ ਰੱਖਦਾ, ਫਿਰ ਕਿਤੇ ਨਾ ਕਿਤੇ ਦੇਣ ਦਾ ਮਾਣ ਵਾਲੀ ਗੱਲ ਬਣ ਜਾਂਦੀ ਹੈ। ਤੋ ਇਸ ਤਰ੍ਹਾਂ ਦੇ ਗੁੱਝੇ ਪਾਠ ਹੈ, ਪਰ ਇਹਨਾਂ ਦਾ ਮਸਲਾ ਸਮੁੱਚੇ ਪੰਥ ਦੇ ਕੋਲ ਇਹ ਮਸਲੇ ਵਿਚਾਰੇ ਜਾਣ। ਕਮ ਸੇ ਕਮ ਜੇ ਅਸੀਂ ਹੋਰ ਕਿਸੇ ਗੱਲ 'ਚ ਇਕੱਠੇ ਨਹੀਂ ਹਾਂ,
ਇਹ ਭਾਣਾ ਪਰਮਾਤਮਾ ਦਾ ਪੰਥ ਦਾ ਇਕੱਠਾ ਰਹਿਣਾ ਚਾਹੀਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨ, ਸੰਪਰਦਾਵਾਂ ਦੇ ਵਿਦਵਾਨ, ਇਹ ਸਮੁੱਚੇ ਪੰਥ ਅਕਾਲ ਤਖਤ ਤੇ ਇਕੱਠਾ ਹੋ ਕੇ ਕਿਤੇ ਐਸਾ ਮਾਹੌਲ ਬਣੇ, ਗੁਰੂ ਗ੍ਰੰਥ ਸਾਹਿਬ ਦੇ ਪਾਠ ਜਿਹੜੇ ਨੇ ਪੁਰਾਣੇ ਸਰੂਪਾਂ ਨੂੰ ਲੈ ਕੇ ਸੰਮਤੀ ਕਰਕੇ ਪਾਠ ਇੱਕ ਰੱਖ ਲਏ ਜਾਣ, ਵਿਸਰਾਮ ਇੱਕ ਮੰਨ ਲਏ ਜਾਣ, ਉਚਾਰਨ ਦਾ ਭੇਦ ਵੀ ਇੱਕੋ ਜਿਹਾ ਮੰਨ ਲਿਆ ਜਾਏ, ਜਿਹਦੇ ਸੰਪਰਦਾਵਾਂ ਵੀ ਸਹਿਮਤ ਹੋਣ ਤੇ ਸ਼੍ਰੋਮਣੀ ਕਮੇਟੀ ਵੀ। ਤੇ ਕਿਉਂਕਿ ਸਾਡਾ ਸਭ ਕੁਝ ਗੁਰਬਾਣੀ ਹੈ, ਦਾਸ ਦੇ ਗਰੀਬ ਦੀ ਤਾਂ ਇਹ ਬੇਨਤੀ ਹੋਈ ਹੈ ਸਮੁੱਚੇ ਪੰਥ ਦੇ ਅੱਗੇ ਤੇ ਗੁਰੂ ਦੇ ਅੱਗੇ ਭਾਈ ਪੰਥ ਦੀਆਂ ਗੱਲਾਂ ਗੁਰੂ ਸਾਹਿਬ ਜਾਣ ਤੇ ਪੰਥ ਦਾ ਮਾਲਕ ਗੁਰੂ ਹੈ। ਜਿਉਂ ਜਲ ਥੋੜੇ ਮਛਲੀ, ਮੈਨੂੰ ਉਹੀ ਕਰਨਾ ਪੈਣਾ ਜੋ ਮੈਂ ਪੜ੍ਹਿਆ, ਪਰ ਇੱਥੇ ਮੰਮਾ ਹੈ ਨਹੀਂ ਲੱਗਿਆ ਹੋਇਆ, ਮੇਰੀ ਪੋਥੀ 'ਚ ਵੀ ਨਹੀਂ ਹੈ ਲੱਗਿਆ ਹੋਇਆ। ਇਹ ਨਹੀਂ ਗੱਲ ਵੀ ਬਾਜਦੇ, ਜਿਵੇਂ ਥੋੜੇ ਜਲ ਦੇ ਵਿੱਚ ਅਰਥ ਮਛਲੀ ਹੋਈ ਹੈ, ਥੋੜਾ ਪਾਣੀ ਹੋਵੇ ਮੱਛੀ ਉਹਦੇ ਵਿੱਚ ਤੜਫਦੀ ਹੈ। ਕਿਉਂ ਤੜਫਦੀ ਹੈ? ਪਾਣੀ ਸੁੱਕਦਾ, ਮੱਛੀ ਦੀ ਜਾਨ ਸੁੱਕਦੀ ਹੈ ਜਿਵੇਂ ਪਾਣੀ ਸੁੱਕਦਾ। ਇਹ ਬਾਹਰ ਦਾ ਦ੍ਰਿਸ਼ਟਾਂਤ ਦਿੱਤਾ ਹੈ। ਫਿਰ ਉਹ ਮੱਛੀ ਯਤਨ ਕਰਦੀ ਹੈ, ਕਰਨ ਪਲਾਵ ਕਰੇ। ਕਰਨ ਨਾਮ ਕੀਰਨਿਆਂ ਦਾ ਹੈ, ਤੇ ਜਿਹੜਾ ਬਰੀਕ ਸੁਰ ਦੇ ਵਿੱਚ ਦੁੱਖ ਭਰੀ ਆਵਾਜ਼ ਦੇ ਵਿੱਚ ਦੁੱਖ ਜ਼ਾਹਰ ਕਰਨ ਵਾਸਤੇ ਜ਼ਬਾਨ ਤੋਂ ਲੈ ਸੁਰ ਤਾਲ ਦੀ ਆਵਾਜ਼ ਨਿਕਲੂ ਕੀਰਨਾ ਕਹਿੰਦੇ ਨੇ। ਜਿਵੇਂ ਮਰਨ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਕੀਰਨੇ ਪਾਉਂਦੀਆਂ, ਉਹ ਕਹਿੰਦੇ ਕਰਨ ਕੀਰਨੇ ਪਾਉਂਦੀ ਹੈ ਮੱਛੀ। ਅਖੇ ਜੀ ਮੱਛੀ ਕਿਵੇਂ ਕੀਰਨੇ ਪਾਉਂਦੀ ਹੈ? ਕਹਿੰਦੇ ਇਹ ਬੇਨਤੂਆਂ ਦੁਆਰਾ ਪਲਾਵ ਨਾਮੈ ਯਤਨ ਦਾ ਕਰੇ, ਯਤਨ ਵੀ ਕਰਦੀ ਹੈ ਕਿ ਪਾਣੀ ਬਹੁਤਾ ਹੋ ਜਾਵੇ। ਮੱਛੀ ਦਾ ਜਿਹੜਾ ਤੜਫਣਾ ਹੈ, ਜਿਹੜਾ ਉਸ ਵੇਲੇ ਉਹ ਦੇਖਦੀ ਹੈ ਵੀ ਪਾਣੀ ਥੋੜਾ ਰਹਿ ਗਿਆ, ਇਹੀ ਉਹਦੇ ਕੀਰਨੇ ਪਾਉਣੇ ਜਿਹੜਾ ਤੜਫਦੀ ਹੈ। ਵਰਖਾ ਪੈ ਜਾਵੇ, ਪਾਣੀ ਬਹੁਤਾ ਹੋ ਜਾਵੇ, ਨਦੀ ਵਿੱਚ ਪਾਣੀ ਆ ਜਾਵੇ, ਜਿਹਦੇ ਨਾਲ ਮੈਂ ਆਨੰਦ ਮਾਣਾ, ਇਹ ਕਰਨ ਪਲਾਵ ਕਰੇ। ਦੁਆਰੀ ਬੋਲਦੇ ਜੀ, ਕਰਨ ਪਲਾਵ ਕਰੇ। ਤੇ ਇਸੇ ਤਰ੍ਹਾਂ ਜੀਵ ਰੂਪ ਇਸਤਰੀ ਕਰਨ ਪਲਾਵ ਕਿਵੇਂ ਕਰਦੀ ਹੈ? ਹੁਣ ਉਹ ਦੱਸਦੇ ਅੰਤਰੀ ਭਾਵ ਦੇ ਅੰਦਰ। ਕਲਯੁਗ ਦਾ ਸਮਾਂ ਜਿਹੜਾ ਜੇਠ ਹਾੜ ਦਾ ਮਹੀਨਾ ਹੈ, ਇਹਦੇ 'ਚ ਪਾਣੀ ਜ਼ਿਆਦਾ ਸੁੱਕਦਾ ਹੈ, ਤੇ ਕਲਯੁਗ ਦੇ ਸਮੇਂ 'ਚ ਪਰਮਾਤਮਾ ਦੇ ਪ੍ਰੇਮ ਰੂਪੀ ਪਾਣੀ ਛੇਤੀ ਸੁੱਕਦਾ ਹੈ। ਤੇ ਇੱਥੇ ਜਿਹੜੀ ਹੈ ਵਿਸ਼ੇ ਵਿਕਾਰਾਂ ਦੀ ਤਪਸ਼ ਬਹੁਤੀ ਤੰਗ ਕਰਦੀ ਹੈ। ਆਸਾ ਤ੍ਰਿਸ਼ਨਾ ਕਾਮ ਕ੍ਰੋਧ ਇਹ ਤਪਾ ਰਹੇ ਨੇ, ਤੜਫਾ ਰਹੇ ਨੇ ਜੀਵ ਰੂਪ ਮੱਛੀ। ਜਿਗਿਆਸੂ ਰੂਪ ਇਸਤਰੀ ਜਿਹੜੀ ਹੈ ਵਿਰਾਗ ਵਿੱਚ ਆ ਕੇ ਫਿਰ ਬੇਨਤੀ ਕਰਦੀ ਹੈ, ਯਤਨ ਕਰਦੀ ਹੈ ਸਿਮਰਨ ਦੁਆਰਾ, ਵੀ ਕਿਸੇ ਤਰ੍ਹਾਂ ਕੋਈ ਯਤਨ ਹੋਵੇ ਤੇ ਨਾਮ ਦੀ ਜਾਂ ਫਿਰ ਨਾਮ ਰੂਪੀ ਜਲ ਦੀ, ਪ੍ਰੇਮ ਰੂਪੀ ਜਲ ਦੀ ਹਿਰਦੇ ਦੇ ਅੰਦਰ ਬਹੁਤਤਾ ਹੋ ਜਾਏ। ਮਤਲਬ ਮੇਰਾ ਹਿਰਦਾ ਰੱਬ ਦੇ ਪਿਆਰ ਨਾਲ ਭਰ ਜਾਏ, ਮੇਰਾ ਹਿਰਦਾ ਨਾਮ ਨਾਲ ਭਰ ਜਾਏ। ਇਹ ਪਾਣੀ ਦਾ ਭਰਨਾ, ਮੱਛੀ ਦਾ ਤੜਫਣਾ। ਕਿ ਕਾਲਯੁਗ ਦੇ ਵਿਸ਼ੇ ਵਿਕਾਰਾਂ ਨੇ, ਈਰਖਾ ਦਵੈਸ਼ ਨੇ ਹਿਰਦਾ ਤਪਾ ਦਿੱਤਾ। ਤੇ ਮਹਾਰਾਜ ਕਿਰਪਾ ਕਰੋ, ਪ੍ਰੇਮ ਹਿਰਦੇ ਵਿੱਚੋਂ ਨਾਮ ਦਾ ਘਟ ਗਿਆ ਹੈ, ਤੇ ਹਿਰਦੇ ਦੇ ਵਿੱਚੋਂ ਜਿੱਥੇ ਨਾਮ ਦਾ ਪ੍ਰੇਮ ਘਟਿਆ ਹੈ, ਹੁਣ ਇਹਨੂੰ ਵਧਾਉਣ ਵਾਸਤੇ ਸਤਿਗੁਰੂ ਬੱਦਲ ਰੂਪ ਹੋ ਕੇ ਆ ਜਾਣ, ਸਤਿਗੁਰੂ ਉਪਦੇਸ਼ ਦੀ ਵਰਖਾ ਕਰ ਦੇਣ, ਮੇਰੇ ਹਿਰਦੇ ਪ੍ਰੇਮ ਵੱਧ ਜਾਵੇ। ਇਹ ਦ੍ਰਿਸ਼ਟਾਂਤਾਂ ਦੁਆਰਾ ਮਹਾਰਾਜ ਆਪਾਂ ਨੂੰ ਸਿੱਖਿਆ ਦਿੰਦੇ ਨੇ। ਫਿਰ ਭਾਵੈ ਸੁਖ ਪਾਈਐ। ਤੇ ਇਸ ਤਰ੍ਹਾਂ ਸਾਧ ਸੰਗਤ ਜੀ, ਜਿਵੇਂ ਮੱਛੀ ਤੜਫਦੀ ਹੈ ਪਾਣੀ ਤੋਂ ਬਿਨਾਂ, ਜੀਵ ਰੂਪ ਇਸਤਰੀ ਆਪਣੇ ਪਤੀ ਪਰਮਾਤਮਾ ਤੋਂ ਬਿਨਾਂ ਤੜਫਦੀ ਹੈ। ਇਹ ਪਿੱਛੇ ਅਲੰਕਾਰ ਔਰਤ ਦਾ ਚਲਿਆ ਆ ਰਿਹਾ, ਮੱਛੀ ਦਾ ਦ੍ਰਿਸ਼ਟਾਂਤ ਆਇਆ ਵਿਚਾਲੇ। ਫਿਰ ਭਾਵੈ ਸੁਖ ਪਾਈਐ। ਫਿਰ ਜਿਗਿਆਸੂ ਰੂਪ ਇਸਤਰੀ ਨੂੰ ਆਪ ਹੀ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਜੇ ਸੁਖ ਪ੍ਰਾਪਤ ਆਤਮਿਕ ਸੁਖ ਮੇਂ ਪਿਰ ਭਾਵੈ, ਪਤੀ ਪਰਮਾਤਮਾ ਨੂੰ ਭਾ ਜਾਵੇ ਤੇ ਆਤਮਿਕ ਸੁਖ ਪਾ ਲਈਦਾ ਹੈ। ਜਾਂ ਆਪੇ ਨਦਰ ਕਰੇ। ਇਹ ਫਿਰ ਨਦਰ ਤਾਂ ਭਾਈ ਸਤਿਗੁਰੂ ਨੇ ਕਰਨੀ ਹੈ। ਜੀਵ ਰੂਪ ਇਸਤਰੀ ਨੂੰ, ਜਿਗਿਆਸੂ ਰੂਪ ਇਸਤਰੀ ਨੂੰ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਬੱਦਲਾਂ ਦੀ ਨਿਆਈ ਹੋ ਕੇ ਨਾਮ ਜਾਂ ਪ੍ਰੇਮ ਦੀ ਵਰਖਾ ਕਰ ਦੇਣ, ਤੇ ਜਿਸ ਕਰਕੇ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਭਾ ਜਾਵੇ, ਭਾ ਜਾਂਦੀ ਹੈ। ਫਿਰ ਉਹਦੇ ਵਿੱਚ ਅਭੇਦ ਹੋਣ ਰੂਪ ਜਾਂ ਫਿਰ ਆਤਮਿਕ ਸੁਖ, ਆਤਮਿਕ ਆਨੰਦ ਦਾ ਸੁਖ ਜਿਹੜਾ ਫਿਰ ਭਾਵੈ ਸੁਖ ਪਾਈ ਹੈ, ਉਹ ਆਨੰਦ ਸੁਖ ਨੂੰ ਪ੍ਰਾਪਤ ਕਰ ਲੈਂਦੀ ਹੈ। ਜਾਂ ਆਪੇ ਨਦਰ ਕਰੇ। ਤੇ ਇਹਦੇ ਅਨਵੇਂ ਰੀਤ ਦੇ ਅਨੁਸਾਰ ਅਰਥ ਹੈ। ਫਿਰ ਦੁਬਾਰੇ ਬੋਲੋ ਜੀ, ਫਿਰ ਭਾਵੈ ਤੋਂ। ਫਿਰ ਭਾਵੈ ਸੁਖ ਪਾਈਐ। ਸਾਰੀ ਪੰਕਤੀ ਬੋਲੋ। ਜਾਂ ਆਪੇ ਨਦਰ ਕਰੇ। ਐਸੀ ਜਿਗਿਆਸੂ ਰੂਪ ਇਸਤਰੀ ਨੂੰ ਆਪ ਹੀ ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ
ਬੱਦਲਾਂ ਦੀ ਨਿਆਈ ਹੋ ਕੇ ਨਾਮ ਤੇ ਪ੍ਰੇਮ ਦੀ ਜਲਦੀ ਵਰਖਾ ਬਖਸ਼ਿਸ਼ ਕਰ ਦੇਣ, ਨਦਰ ਕਰੇ ਕਿਰਪਾ ਦ੍ਰਿਸ਼ਟੀ ਕਰਕੇ, ਜਿਸ ਕਰਕੇ ਫਿਰ ਜੀਵ ਰੂਪ ਇਸਤਰੀ ਪਤੀ ਪਰਮਾਤਮਾ ਨੂੰ ਉਹ ਭਾ ਜਾਂਦੀ ਹੈ, ਭਾ ਜਾਂਦੀ ਹੈ, ਉਹਦੇ ਚ ਅਭੇਦ ਹੋਣ ਰੂਪ ਆਤਮ ਸੁਖ ਨੂੰ ਪਾਈ ਹੈ, ਉਹ ਪ੍ਰਾਪਤ ਕਰ ਲੈਂਦੀ ਹੈ। ਫਿਰ ਸਲਾਹੀ ਆਪਣਾ ਜੋ ਮਹਾਤਮਾ ਰੂਪ ਸਖੀਆਂ ਨੇ ਉਹਨਾਂ ਦੁਆਰਾ ਫਿਰ ਪਤੀ ਨੂੰ ਫਿਰ ਸਲਾਹੀ ਇਹ ਉਪਦੇਸ਼ ਦਿੱਤਾ ਹੈ ਕਿ ਆਪਣੇ ਪਤੀ ਪਰਮਾਤਮਾ ਨੂੰ ਜੀਵ ਰੂਪ ਇਸਤਰੀਆਂ ਨੂੰ ਸਲਾਉਣਾ ਚਾਹੀਦਾ ਹੈ। ਸਖੀ ਸਹੇਲੀ ਨਾਲ ਆਖੇ ਜੀ ਕਿਵੇਂ ਸਲਾਹੀਏ, ਜੁਗਤੀ ਦੱਸੋ ਇਹਦੀ ਕਿਵੇਂ ਸਲਾਉਣਾ ਕਰਨਾ ਹੈ। ਕਹਿੰਦੇ ਜਿਹੜੀਆਂ ਮਹਾਤਮਾ ਰੂਪ ਸ਼ਰਧਾ ਵਾਲੀਆਂ ਸਖੀਆਂ ਨੇ ਉਹ ਤਾਂ ਹੋ ਗਈਆਂ ਸਖੀਆਂ, ਭਗਤੀ ਵਾਲੀਆਂ ਹੋ ਗਈਆਂ ਸਹੇਲੀਆਂ, ਸੁਖ ਦੇਣ ਵਾਲੀਆਂ ਸਹੇਲੀਆਂ ਕਹਿ ਲੋ। ਉਹਨਾਂ ਦੇ ਨਾਲ ਸਾਥ ਮਿਲ ਕੇ ਆਪਣੇ ਫਿਰ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਹਮੇਸ਼ਾ ਸਿਫਤ ਸੇ ਸਲਾਹ ਕਰਦੇ ਰਹੀਏ। ਸ਼ਲੰਗਾ ਤਨ ਸੋਹੈ ਮਨ ਮੋਹਿਆ, ਉਹ ਪਰਮੇਸ਼ਰ ਵਾਹਿਗੁਰੂ ਸਤ ਚਿਤ ਆਨੰਦ ਰੂਪ, ਸਤ ਚਿਤ ਆਨੰਦ ਰੂਪ ਜਿਹੜਾ ਤਨ ਨਾਮ ਹੈ ਸਰੂਪ ਦਾ, ਉਹਦਾ ਸਤ ਚਿਤ ਆਨੰਦ ਸਰੂਪ ਜਿਹੜਾ ਸੋਹੈ ਸੋਹੰਦਾ ਹੈ, ਤੇ ਜਿਸ ਦੇ ਆਪਣੇ ਜਿਹੜੇ ਪਿਆਰੇ ਭਗਤ ਨੇ ਉਹਨਾਂ ਦੇ ਮਨ ਨੂੰ ਮੋਹਿਆ ਮੋਹ ਲੈਂਦਾ। ਇਸ ਕਰਕੇ ਪਰਮੇਸ਼ਰ ਸਰੂਪ ਸਤਿਗੁਰਾਂ ਦਾ ਸਰਗੁਣ ਸਰੂਪ ਜਿਹੜਾ ਹੈ ਉਹ ਸੋਹੈ ਸੋਭਾ ਪਾ ਰਿਹਾ ਹੈ। ਜਿਹਨੇ ਗੁਰਮੁਖਾਂ ਦੇ ਮਨ ਨੂੰ ਮੋਹਿਆ ਮੋਹ ਲਿਆ, ਜਿਸ ਤਰ੍ਹਾਂ ਚੰਦਰਮਾ ਦਾ ਸਰੂਪ ਦੇਖ ਕੇ ਚਕੋਰ ਨਹੀਂ ਮੋਹੇ ਜਾਂਦੇ, ਤੇ ਇਸ ਕਰਕੇ ਉਹ ਫਿਰ ਇਸ ਤਰ੍ਹਾਂ ਮੋਹੇ ਜਾਂਦੇ ਆ। ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਵਾਹਿਗੁਰੂ ਦੇ ਰਤੀ ਰੰਗ ਨਿਹਾਲ, ਸਤਿਗੁਰਾਂ ਦੇ ਰੰਗ ਨਾਮ ਪ੍ਰੇਮ ਦਾ, ਉਹਦੇ ਰਤੀ ਨਾਮ ਰੰਗ ਜਾਣਦਾ ਹੈ, ਪ੍ਰੇਮ ਦੇ ਵਿੱਚ ਰੰਗੀ ਗਈ ਹੈ। ਜਿਹੜੀ ਰੰਗੀ ਗਈ ਪ੍ਰੇਮ ਵਿੱਚ ਨਿਹਾਲ ਦੁੱਖਾਂ ਤੋਂ ਰਹਿਤ ਪਦਵੀ ਪ੍ਰਾਪਤ ਕਰ ਲੈਂਦੀ ਹੈ, ਜੰਮਣ ਮਰਨ ਤੋਂ ਰਹਿਤ ਹੋ ਕੇ ਪ੍ਰਭੂ ਦੇ ਸਰੂਪ ਦਾ ਉਹਦਾ ਸਰੂਪ ਹੀ ਬਣ ਜਾਂਦੀ ਹੈ। ਸ਼ਬਦ ਸਵਾਰੀ ਸੋਹਣੀ, ਜਿਨ੍ਹਾਂ ਨੇ ਜਿਸ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਉਹਦੇ ਦੁਆਰਾ ਆਪਣੀ ਸੁਰਤ ਸਵਾਰ ਲਈ, ਅੰਤਸਕਰਨ ਨੂੰ ਸਵਾਰ ਲਿਆ, ਵਿਗੜਿਆ ਹੋਇਆ ਹੁਣ ਕਾਮ ਕਰੋ ਮੱਕ ਕੇ, ਉਹਨਾਂ ਮਹਾਤਮਾ ਰੂਪ ਸਖੀ ਜਿਹੜੇ ਨੇ ਉਹ ਸਖੀਆਂ ਦੀ ਨਿਆਇ ਨੇ। ਤੇ ਜਿਹੜੀ ਫਿਰ ਜੀਵ ਰੂਪ ਇਸਤਰੀ ਸ਼ਰਧਾ ਆਦਿਕ ਜਿਹੜੇ ਇਹਦੇ ਵਿੱਚ ਇਹਦੇ ਗੁਣ ਪੈਦਾ ਹੋ ਜਾਂਦੇ, ਸੰਗਤ ਕਰਨ ਦੇ ਨਾਲ ਹੁੰਦੇ ਨੇ, ਦੱਸਦੇ ਨੇਗੇ। ਫਿਰ ਰਾਵੇ ਗੁਣ ਨਾਲ, ਇਹ ਗੁਣਾਂ ਦੇ ਨਾਲ ਸਤ ਸੰਤੋਖ ਦਇਆ ਧਰਮ ਆਦ ਇਹਨਾਂ ਦੇ ਨਾਲ ਫਿਰ ਸੋਹਣੀ ਸੋਭਨੀਕ ਹੋਏਗੀ। ਸੋਹਣੀ ਪਦ ਪਿੱਛੋਂ ਲੈ ਲੈਣਾ ਜਿੱਥੇ ਵਿਸਰਾਮ ਲੱਗਿਆ, ਤੇ ਫਿਰ ਉਹ ਫਿਰ ਪਤੀ ਪਰਮਾਤਮਾ ਦੇ ਮਿਲਾਪ ਰੂਪ ਅਭੇਦਤਾ ਰੂਪ ਆਨੰਦ ਨੂੰ ਰਾਵੇ ਮਾਣਦੀ ਹੈ। ਕਾਮਨ ਆਵੇ, ਕਾਮਨ ਨਾਮ ਇਸਤਰੀ ਦਾ, ਉਹ ਇਸਤਰੀ ਆਪਣੇ ਪਤੀ ਦੇ ਕਿਸੇ ਕੰਮ ਨਹੀਂ ਆਉਂਦੀ, ਉਹਦਾ ਨਕੰਮੀ ਹੈ। ਕੌਣ ਅੱਗੇ ਦੱਸਦੇ ਨੇ, ਖੋਟੀ ਅਵਗਣਿਆਰ, ਜਿਹਦੇ ਵਿੱਚ ਖੋਟ ਪੈ ਗਈ ਹੈ ਔਗਣਾਂ ਦੀ, ਔਗਣਾਂ ਦਾ ਘਰ ਬਣ ਗਈ ਹੈ, ਉਹ ਫਿਰ ਕਾਮਨ ਆ ਵੀ ਪਤੀ ਦੇ ਕੰਮ ਨਹੀਂ ਆਉਂਦੀ। ਭਾਵ ਕੀ ਹੈ ਵੀ ਜਿਹੜੀ ਔਰਤ ਹੈ ਉਹਦੇ ਅੰਦਰ ਇੱਕ ਤਾਂ ਝੂਠ ਬੋਲਣ ਦੀ ਖੋਟ ਪੈ ਜਾਏ, ਦੂਸਰਾ ਵਿਵਚਾਰ ਕਰਨ ਲੱਗ ਜਾਏ, ਭਾਵੇਂ ਸੋਹਣੀ ਸੁਨੱਖੀ ਹੋਵੇ, ਉੱਚੀ ਲੰਮੀ ਹੋਵੇ, ਪਤੀ ਨੇ ਕੀ ਕਰਨੀ ਹੈ ਫਿਰ ਉਹ ਪਤੀ ਦੇ ਕੰਮ ਨਹੀਂ ਆਉਂਦੀ, ਤੇ ਪਤੀ ਦੇ ਨਾਲ ਸਮਾਂ ਝਗੜਾ ਕਰਦੀ ਆ ਉਲਟਾ ਵੀ ਤੇਰੇ 'ਚ ਕਸੂਰ ਹੈ ਮੇਰੇ 'ਚ ਨਹੀਂ ਹੈ, ਉਹ ਖੋਟੀ ਅਵਗੁਣਿਆਰ ਹੈ। ਇਹ ਜੀਵ ਰੂਪ ਕਾਮਨ ਇਸਤਰੀ ਔਗਣਾ ਕਰਕੇ ਇਹਦੇ 'ਚ ਖੋਟ ਹੋ ਰਹੀ ਹੈ। ਵਿਵਚਾਰ ਕੀ ਹੈ, ਦੇਵੀ ਦੇਵਤਿਆਂ ਦੀ ਉਪਾਸਨਾ ਕਰਦੀ ਹੈ, ਉਹ ਪਰਾਏ ਪੁਰਸ਼ਾਂ ਦੀ ਸੰਗਤ ਕਰੀ ਹੈ, ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ। ਇਸ ਫਿਰ ਭਾਉਂਦੀ ਨਹੀਂ ਪਰਮਾਤਮਾ ਪਤੀ ਨੂੰ ਬਸ ਕਰਨ ਵਾਸਤੇ, ਤੇ ਕਾਮਨ ਜਿਹੜੇ ਟੂਣੇ ਆਦ ਕਰਨੇ ਨੇ, ਤੇ ਇਹਦੇ 'ਚ ਕਿਉਂਕਿ ਜਿਹੜਾ ਕਾਮਨ ਸ਼ਬਦ ਹੈ ਕਾਮਨ ਇਸਤਰੀ ਦਾ ਵਾਚਕ ਵੀ ਹੈ, ਕਾਮਨ ਟੂਣਿਆਂ ਦਾ ਵਾਚਕ ਵੀ ਹੈ। ਟੂਣੇ ਕਰਦੀ ਹੈ ਤੇ ਔਗਣਾਂ ਦੇ ਨਾਲ ਭਰੀ ਹੋਈ ਇਸਤਰੀ ਹੈ। ਇਸ ਤਰ੍ਹਾਂ ਇਸੇ ਤਰ੍ਹਾਂ ਜਿਹੜੇ ਟੂਣੇ ਕਰਨ ਦੀ ਨਿਆਂ, ਜਿਹੜਾ ਪਖੰਡ ਕਰਨਾ ਲੋਕਾਂ ਨੂੰ ਲੁੱਟਣ ਵਾਸਤੇ, ਇਹ ਜੀਵ ਰੂਪ ਕਾਮਨ ਇਸਤਰੀ ਉਹ ਫਿਰ ਪਰਮਾਤਮਾ ਨੂੰ ਨਹੀਂ ਪਾਉਂਦੀ ਹੈ। ਪਰਮਾਤਮਾ ਨੇ ਕੀ ਕਰਨਾ ਹੈ ਉਹਦਾ, ਤੇ ਇਸ ਕਰਕੇ ਫਿਰ ਇਹੋ ਜਿਹੀ ਦਾ ਲੋਕ ਪਰਲੋਕ ਦੇ ਵਿੱਚ ਨਿਰਾਦਰੀ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਪਤੀ ਹੈ, ਉਹਦੇ ਕੰਮ ਨਹੀਂ ਆਉਂਦੀ ਪਖੰਡ ਕਰਨ ਵਾਲੀ, ਜਿਹੜਾ ਸੰਤ ਭਗਤ ਕਹਾ ਕੇ ਪਖੰਡ ਕਰਦਾ ਔਰ ਦੇਵੀ ਦੇਵਤਿਆਂ ਦੀ ਉਪਾਸਨਾ ਰੂਪ ਵਿਵਚਾਰ ਕਰਦਾ, ਰੱਬ ਦੇ ਨਾਲ ਝਗੜਾ ਕਰਦਾ। ਮੈਨੂੰ ਕੀ ਦਿੱਤਾ ਰੱਬ ਨੇ,
ਤੇ ਉਹ ਫਿਰ ਰੱਬ ਛੁੱਟੜ ਕਰ ਦਿੰਦਾ, ਕਹਿੰਦਾ ਤੂੰ ਤੇਰੇ ਵਰਗੇ ਅਨੇਕਾਂ ਤੁਰੇ ਫਿਰਦੇ, ਜਾ 84 ਖਾ ਧੱਕੇ। ਤੋ ਇਸ ਕਰਕੇ ਖੋਟੀ ਇਸਤਰੀ ਦਾ ਇੱਕ ਪ੍ਰਸੰਗ ਆਉਂਦਾ, ਉਹ ਟੁਕਦਾ ਇੱਥੇ। ਉਹ ਕੀ ਹੈ, ਬੜੀ ਖੋਟੀ ਸੀ ਤੇ ਉਹਨੂੰ ਹੱਟੀ ਭੱਠੀ ਤੇ ਦਾਣੇ ਵੇਚਣ ਦਾ ਸੁਭਾਅ ਸੀ। ਪੁਰਾਣੇ ਸਮੇਂ 'ਚ ਇਹੋ ਜਿਹਾ ਇੰਨਾ ਕੁ ਮਤਲਬ ਤਾਂ ਹੁੰਦਾ ਸੀ। ਦਾਨੇ ਕਹਿੰਦੇ ਸੀ ਵੀ ਔਰਤ ਘਰ ਦਾ ਸਮਾਨ ਕਹਿੰਦੇ ਸੂਈ ਦੇ ਨੱਕੇ ਥੀ ਲਗਾਉਣ ਲੱਗ ਜਾਏ ਤਾਂ ਵੀ ਘਰ ਉਜੜ ਜਾਂਦਾ ਹੈ। ਜਿਹੜਾ ਬੰਦਾ ਹੈ ਕਹਿੰਦੇ ਤੰਗਲੀਆਂ ਨਾਲ ਵੀ ਉਡਾਵੇ ਤਾਂ ਵੀ ਨਹੀਂ ਉਜੜਦਾ। ਇਹ ਸਿਆਣਿਆਂ ਦਾ, ਕਿਉਂਕਿ ਉਹ ਕਮਾਉਂਦਾ, ਉਹਨੇ ਹੋਰ ਕਮਾ ਲੈਣਾ। ਉਹਨੇ ਕੀ ਕਰਿਆ, ਉਹਨੇ ਕਿਹਾ ਵੀ ਪਤੀ ਜੇ ਕਿਤੇ ਮੇਰਾ ਅੰਨਾ ਹੋ ਜਾਵੇ ਫਿਰ ਮੈਨੂੰ ਮੌਜ ਬਹੁਤ ਹੈ, ਜੋ ਮਰਜ਼ੀ ਕਰੀ ਜਾਵਾਂ, ਬੇਵਿਚਾਰ ਕਰਾਂ ਤਾਂ ਵੀ ਨਹੀਂ ਪਤਾ ਲੱਗੂ, ਜੇ ਮੈਂ ਹੋਰ ਕਰਾਂ ਵੀ। ਉਹਨੇ ਕੀ ਕਰਿਆ, ਇੱਕ ਮਠੀ ਸੀ ਉੱਥੇ, ਉਹ ਮਠੀ ਦੇ ਕੋਲ ਜਾ ਕੇ ਹੱਥ ਬੰਨ੍ਹ ਕੇ ਮੂੰਹ ਹਨੇਰੇ ਜਾ ਕੇ ਬਹਿ ਜਾ ਕਰੇ ਤੇ ਕਿਹਾ ਕਰੇ, ਕਿਸੇ ਨੇ ਦੱਸਤਾ ਵੀ ਸੁੱਖਾਂ ਬਾਰ ਆਉਂਦੀਆਂ ਨੇ ਫਰਾਣੀ ਮਠੀ ਦੇ ਉੱਤੇ, ਜੋ ਸੁੱਖ ਲੋ ਹੀ ਮਿਲਦਾ ਹੈ। ਉਹਨੇ ਕਿਹਾ, ਹੇ ਦੇਵਤਾ ਮੇਰੀ ਪੁਕਾਰ ਸੁਣ ਲੈ, ਮੇਰਾ ਪਤੀ ਅੰਨਾ ਹੋ ਜਾਵੇ। ਉਹ ਪਤੀ ਨੇ ਦੇਖਿਆ ਵੀ ਤੜਕੇ ਤੜਕੇ ਕਿੱਥੇ ਜਾਂਦੀ ਆ, ਮੂੰਹ ਹਨੇਰੇ ਹੀ ਹੈ। ਇੱਕ ਦਿਨ ਉਹ ਛੋਪਲੇ ਪੈਰੀਂ ਪਿੱਛੇ ਗਿਆ, ਉਹਨੇ ਕਿਹਾ ਅੱਛਾ ਇੱਥੇ ਆ ਕੇ ਕਰਦੀ ਹੈ। ਉਹ ਫਿਰ ਮਠੀ ਦੇ ਪਿਛਲੇ ਪਾਸੇ ਆ ਕੇ ਬਹਿ ਗਿਆ। ਉਹਨੇ ਸੁਣੀ ਅਰਦਾਸ, ਹੇ ਦੇਵਤਾ ਮੇਰਾ ਪਤੀ ਅੱਖਾਂ ਤੋਂ ਅੰਨਾ ਹੋ ਜਾਏ, ਮੈਨੂੰ ਜੋ ਕਹੇ ਮੈਂ ਤੇਰੀ ਸੁੱਖ ਧਾਰੂੰਗਾ। ਕਿ ਉਹ ਨਾ ਆਵਾਜ਼ ਬਦਲਣ ਜਾਣਦਾ ਸੀ, ਉਹ ਬੜਾ ਮਚਲਾ ਜੱਟ ਸੀ। ਆਵਾਜ਼ ਬਦਲ ਕੇ ਕਹਿੰਦਾ, ਹਾਂ ਤੇਰੀ ਅਰਦਾਸ ਮਨਜ਼ੂਰ ਹੈ, ਪਰ ਇੱਕ ਕੰਮ ਕਰਨਾ ਹੋਗਾ। ਕਹਿੰਦੀ ਜੀ ਦੱਸੋ, ਉਹੀ ਕਰੂੰ। ਕਹਿੰਦੇ 8 ਦਿਨ ਕੜਾਹ ਪ੍ਰਸ਼ਾਦ ਵਧੀਆ ਦੇਸੀ ਘੀ ਦਾ ਬਣਾ ਕੇ ਆਪਣੇ ਪਤੀ ਨੂੰ ਖਵਾ, ਤੇ ਫਿਰ ਤੂੰ ਉਹਦਾ ਤੇਰਾ ਪਤੀ ਅੰਨਾ ਹੋ ਜਾਊਗਾ। ਕਹਿੰਦੀ ਜੀ ਮੈਂ ਕਰੂੰਗੀ। ਅਸੀਂ ਆ ਗਈ, ਆ ਕੇ ਕੜਾਹੀ ਧਰ ਲਈ। ਉਹ ਵੀ ਘੁੰਮ ਕੇ ਦੁਬਾਰੇ ਦੂਏ ਪਾਸੇ ਨੂੰ। ਕਿੱਥੇ ਗਿਆ ਸੀ? ਕਹਿੰਦਾ ਮੈਂ ਤਾਂ ਖੇਤਾਂ ਕਨੀ ਘੁੰਮਣ ਗਿਆ ਸੀ। ਕਹਿੰਦਾ ਆ ਕੀ ਕਰਦੀ ਆ? ਕਹਿੰਦੀ ਕੜਾਹ ਬਣਾਉਂਗੀ ਅੱਜ। ਕਹਿੰਦਾ ਅੱਗੇ ਤੇ ਕਹੇ ਤੇ ਵੀ ਨਹੀਂ ਸੀ ਬਣਾਉਂਦੀ, ਅੱਜ ਤੂੰ ਆਪੇ ਬਣਾ ਰਹੀ ਹੈ। ਕਹਿੰਦੀ ਬਸ ਕੋਈ ਗੱਲ ਨਹੀਂ, ਤੂੰ ਖਾ। ਛਕ ਲਿਆ ਉਹਨੇ। ਅਗਲੇ ਦਿਨ ਫੇਰ ਛਕ ਲਿਆ। ਤੀਸਰੇ ਦਿਨ ਕਹਿੰਦਾ ਭਾਗਾਂ ਵਾਲੀਏ ਮੈਨੂੰ ਤਾਂ ਨਿਗਾਹ ਘੱਟ ਹੋ ਗਈ ਥੋੜੀ ਜੀ, ਕੀ ਹੋ ਗਿਆ ਇਹ? ਕਹਿੰਦੀ ਬਸ ਕੋਈ ਨਹੀਂ, ਕੜਾਹ ਖਾਣ ਦੇ ਨਾਲ ਠੀਕ ਹੋ ਜਾਏਗਾ ਤੂੰ। ਅੰਦਰ ਤੋਂ ਖੁਸ਼ੀ ਨੱਠੀ ਗਈ। ਕਹਿੰਦੀ ਮੈਂ ਸੁੱਖ ਦੇਉਂ ਤੈਨੂੰ ਵੀ, ਕੰਮ ਤਾਂ ਹੋ ਚੱਲਿਆ, ਹੁਣ ਥੋੜੀ ਜਿਹੀ ਹੋਰ ਕਿਰਪਾ ਕਰ ਦੇ। 8 ਦਿਨ ਰੱਜ ਕੇ ਜੱਟ ਨੇ ਕੜਾਹ ਕੜੂ ਖਾ ਕੇ, ਤੇ 7ਵੇਂ 8ਵੇਂ ਦਿਨ ਕਹਿੰਦਾ ਮੈਨੂੰ ਤਾਂ ਜਮੇ ਦੇਖਣ ਤੇ ਹਟ ਗਿਆ। ਕਹਿੰਦੀ ਅੱਖਾਂ ਤਾਂ ਖੁੱਲੀਆਂ। ਕਹਿੰਦਾ ਅੱਖਾਂ ਹੀ ਖੁੱਲੀਆਂ ਨੇ, ਦਿਸਦਾ ਨਹੀਂ ਹੈ। ਕਹਿੰਦਾ ਹੁਣ ਤੂੰ ਕਿੱਥੇ ਖੜੀ ਐ? ਉਹ ਇੱਧਰ ਖੜੀ ਐ, ਇੱਧਰ ਨੂੰ ਦੇਖੀ ਜਾਂਦਾ। ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ। ਕਹਿੰਦੀ ਚੱਲ ਕੋਈ ਨਹੀਂ, ਰੱਬ ਦਾ ਭਾਣਾ ਹੈ ਵੀ ਮੈਂ ਤੈਨੂੰ ਬਾਂਹ ਫੜ ਕੇ ਕਿਰਿਆ ਕਰਾ ਦਿਆ ਕਰੂੰ। ਕਹਿੰਦਾ ਚੱਲ ਠੀਕ ਹੈ। ਦਾਣੇ ਚੱਕੇ ਭੱਠੀ ਤੇ ਹੱਟੀ ਤੇ ਲਾਗੀ ਵੇਚਣ। ਉਹ ਦੇਖਦਾ ਰਿਹਾ ਹੋਊਗੇ। ਉਹ ਤਾਂ ਜੱਟ ਮਚਲਾ ਖਦਾਰੂ ਲੈ ਕੇ ਚੋਰੂ ਕਢਾਉਣਾ ਸੀ ਅੱਖ ਤੋਂ। ਉਹ ਹੱਟੀ ਤੇ ਜਾਂਦੀ, ਫੜ ਲਈ, ਢਾ ਕੇ ਕੁੱਟੀ ਚੰਗੀ ਤਰ੍ਹਾਂ। ਕਹਿੰਦਾ ਨਿਕਲ ਜਾ ਮੇਰੇ ਘਰ ਤੋਂ, ਕੀ ਕਰਨਾ ਤੇਰਾ? ਇਸ ਤਰ੍ਹਾਂ ਜਿਹੜੀ ਕਾਮਨ ਟੂਣੇ ਪਾਣੇ ਕਰਨ ਵਾਲੀ, ਜਾਂ ਪਤੀ ਦੇ ਘਰ ਦੇ ਵਿੱਚ ਰਹਿ ਕੇ ਤੇ ਪਤੀ ਨੂੰ ਅੰਨਾ ਸਮਝ ਲਿਆ। ਅਸੀਂ ਰੱਬ ਨੂੰ ਪਤੀ ਨੂੰ ਅੰਨਾ ਸਮਝਿਆ ਹੋਇਆ। ਅਸੀਂ ਮਾਇਆ ਦੁਆਰਾ ਸੁੱਖਾਂ ਸੋਕ ਕੇ ਵੀ ਬਸ ਰੱਬ ਤਾਂ ਦੇਖਦਾ ਹੀ ਨਹੀਂ ਹੈ। ਜਿਹੜੇ ਸ਼ੁਭ ਗੁਣਾਂ ਦੇ ਦਾਣੇ ਨੇ ਸਾਡੇ ਅੰਤਸ਼ਕਰਨ ਵਿੱਚ, ਉਹ ਵਿਸ਼ੇ ਵਿਕਾਰਾਂ ਦੀ ਭੱਠੀ ਤੇ ਸੱਟਣੇ ਆ। ਫਿਰ ਰੱਬ ਕਹਿੰਦਾ ਕੋਈ ਨਹੀਂ, ਪਰ ਜਮਦੂਤਾਂ ਨੂੰ ਕਹਿੰਦਾ ਫੜ ਲਓ ਹੁਣ ਤੁਸੀਂ ਇਹਨੂੰ, ਫੜ ਕੇ ਕੁੱਟਦਾ। ਇਹ ਇਸ ਤਰ੍ਹਾਂ ਜਿਹੜਾ ਗੂੜਾ ਗਿਆਨ ਹੈ ਨਾ, ਉਹ ਜਦੋਂ ਸਮਝ ਔਖਾ ਆਵੇ, ਇਹਦੇ ਨਾਲ ਥੋੜਾ ਜਿਹਾ ਆਹ ਤਰੀਕਾ ਹੁੰਦਾ। ਫਿਰ ਇਹ ਉਸੇ ਗੱਲ ਨੂੰ ਥੋੜਾ ਜਿਹਾ ਸੌਖੇ ਤਰੀਕੇ ਨਾਲ ਸਮਝਣਾ। ਅਲੰਕਾਰ ਉਹੀ ਆ। ਸੁਣੋ ਫਿਰ ਅੱਗੇ ਕੀ ਕਹਿੰਦੇ ਮਹਾਰਾਜ। ਨਾ ਸੁਖ ਪਈਐ ਸਹੁਰੈ। ਉਹ ਜਦੋਂ ਦਾਣੇ ਵੇਚਣ ਵਾਲੀ ਕੁੱਟ ਕੇ ਕੱਢਤੀ, ਗਾਹਾਂ ਭਰਜਾਈਆਂ ਆਈਆਂ ਜੀ, ਕਹਿੰਦੇ ਤੂੰ ਇਹੀ ਜੀ ਕਚੱਜੀ ਆ, ਇੱਥੇ ਅਸੀਂ ਨਹੀਂ ਰੱਖਣਾ। ਫਿਰ ਕਿੱਥੇ ਰਹੂਗੀ? ਨਾ ਸੁਖ ਪਈਐ ਸਹੁਰੈ। ਅੱਗੇ ਪ੍ਰਲੋਕ 'ਚ ਰੱਬ ਨਹੀਂ ਵੜਨ ਦਿੰਦਾ, ਉਹਨੇ ਕੱਢ ਦਿੱਤੀ ਪਹਿਲਾਂ ਹੀ। ਐਸੀ ਖੋਟੀ ਜੀਵ ਰੂ ਇਸਤਰੀ ਪਈਏ ਇਸ ਲੋਕ ਵਿੱਚ, ਸਹੁਰੇ ਪਰਲੋਕ ਵਿੱਚ ਸੁਖ ਨਾ ਪਾਈਏ। ਸੁਖ ਨਹੀਂ ਪ੍ਰਾਪਤ ਹੁੰਦਾ ਹੈ ਉਸ ਨੂੰ। ਝੂਠ ਜਲੀ ਵੇਕਾਰ। ਉਹ ਤਾਂ ਫਿਰ ਛੁੱਟੜੀ ਇਸਤਰੀ ਦੀ ਨਿਆਈ ਜੂਨਾਂ ਵਿੱਚ, ਜੂਨਾਂ ਦੇ ਰਾਹਾਂ ਦੇ ਵਿੱਚ ਭੜਕਦੀ ਫਿਰਦੇ। ਜਿਵੇਂ ਉਹ ਭੜਕਦੀ ਫਿਰਦੀ ਆ, ਕਦੇ ਪੇਕਿਆਂ ਨੂੰ ਕਦੇ ਸਹੁਰਿਆਂ ਨੂੰ। ਨਾ ਉਹ ਰੱਖਦੇ ਨੇ, ਨਾ ਪ੍ਰਲੋਕ 'ਚ ਰੱਬ ਮਿਲਦਾ, ਤੇ ਰਸਤੇ ਦੇ ਵਿੱਚ ਆਹ ਜੂਨਾਂ ਦੇ ਰਸਤਿਆਂ 'ਚ ਭੜਕਦੀ ਫਿਰਦੀ ਹੈ। ਝੂਠੀ ਜਲੀ ਵੇਕਾਰ। ਉਹ ਫਿਰ ਝੂਠ ਕਰਕੇ ਵਿਕਾਰਾਂ ਦੀ ਅੱਗ ਵਿੱਚ ਸੜਦੀ ਰਹਿੰਦੀ ਆ, ਵਿਛੋੜੇ ਦੀ ਅੱਗ ਵਿੱਚ। ਆਵਣ ਵੰਜਣ ਡਾਖੜੋ। ਆਵਣ ਵੰਜਣ ਗਾਖੜੋ। ਉਹ ਜੀਵ ਰੂਪ ਇਸਤਰੀ ਨੂੰ ਕੰਤਪਤੀ ਪਰਮਾਤਮਾ ਜਿਹੜਾ ਜਦੋਂ ਨਹੀਂ ਮਿਲਿਆ ਹੈ, ਜੰਮਣ ਮਰਨ ਦੇ ਆਵਣ ਆਉਣ ਦੇ ਵਿੱਚ, ਵੰਜਣ ਨਾ ਹੁੰਦਾ ਜਾਣ ਦੇ ਵਿੱਚ।
ਡਾਖੜੋ ਦੁਖੀ ਪ੍ਰਾਪਤ ਹੋਏਗਾ ਉਸ ਨੂੰ। ਛੋਡੀ ਕੰਤ ਵਿਸਾਰ, ਉਹ ਜੀਵ ਰੂਪ ਇਸਤਰੀ ਕੰਤ ਪਤੀ ਪਰਮਾਤਮਾ ਨੇ ਵਿਸਾਰ ਭੁਲਾ ਦਿੱਤੀ ਹੈ, ਛੱਡ ਦਿੱਤੀ ਹੈ, ਛੁੱਟੜ ਹੋ ਗਈ ਹੈ। ਉਹ ਆਵਣ ਜਾਣ, ਜੰਮਣ ਤੇ ਵੰਝਣ ਜਾਣ, ਅਨਮੇਰੀ ਤੁਰ ਸਾਰ, ਇਸ ਤਰ੍ਹਾਂ ਅਰਥ ਜ਼ਿਆਦਾ ਸਮਝ ਆਉਂਦਾ ਹੈ। ਮਰਨ ਦਾ ਡਾਖੜੋ ਕਠਨ ਦੁੱਖ ਪ੍ਰਾਪਤ ਹੁੰਦਾ ਹੈ, ਕਿਉਂਕਿ ਜਦੋਂ ਜੀਵ ਜਨਮ ਲੈਂਦਾ ਹੈ ਉਸ ਵੇਲੇ ਜੀਵ ਨੂੰ ਅਸਹਿ ਕਸ਼ਟ ਹੁੰਦਾ ਹੈ। ਜਿਵੇਂ ਸੁਨਿਆਰਾ ਜਿੰਦਰੀ ਦੇ ਵਿੱਚ ਉਹਨੂੰ ਸੋਨੇ ਦੀ ਤਾਰ ਕੱਢ ਕੇ ਚਪਟੀ ਬਣਾਉਂਦਾ ਹੈ, ਜਨਮ ਵੇਲੇ ਇੰਨਾ ਦੁੱਖ ਹੁੰਦਾ ਹੈ। ਮਾਤਾ ਨੂੰ ਵੀ ਬੇਅੰਤ ਕਸ਼ਟ ਹੁੰਦਾ ਹੈ। ਕਈ ਇਸਤਰੀਆਂ ਬੇਹੋਸ਼ ਹੋ ਜਾਂਦੀਆਂ ਜਨਮ ਦੇਣ ਵੇਲੇ ਬੱਚੇ ਨੂੰ। ਤੇ ਆਤਮ ਪ੍ਰਾਣ ਦੇ ਅਨੁਸਾਰ ਵੀ 70,000 ਵਿਛੂ ਦੇ ਡੰਗ ਮਾਰਨ ਜਿੰਨਾ ਦੁੱਖ ਹੁੰਦਾ ਹੈ ਜਿਸ ਵੇਲੇ ਜੀਵ ਪ੍ਰਾਣ ਤਿਆਗ ਕਰਦਾ ਹੈ। ਜੰਮਣ ਤੇ ਮਰਨ ਦਾ ਵੱਡਾ ਦੁੱਖ ਹੈ। ਸਾਗਤ ਪੁਰਸ਼ਾਂ ਦੇ ਪ੍ਰਾਣ ਜਿਹੜੇ ਨੇ ਉਹ ਜੇ ਤਾਂ ਮਲ ਮੂਤਰ ਦੇ ਨਾਹੀਂ ਨਿਕਲ ਜਾਣ ਤੇ ਫਿਰ ਤਾਂ ਉਹ ਨਰਕਾਂ ਦੇ ਵਿੱਚ ਜਾਂਦਾ ਹੈ, ਤੇ ਜੇ ਉਹਦੇ ਪ੍ਰਾਣ ਅੱਖਾਂ ਦੇ ਨਾਹੀਂ ਨਿਕਲ ਜਾਣ ਫਿਰ ਪਤੰਗੇ ਦੀ ਜੂਨ ਜਾਂਦਾ ਹੈ, ਜੇ ਕੰਨਾਂ ਦੇ ਨਾਹੀਂ ਨਿਕਲ ਜਾਣ ਤੇ ਫਿਰ ਹਰਨ ਦੀ ਜੂਨ ਵੀ ਜਾਂਦਾ ਹੈ, ਜੇ ਜੀਵ ਦੇ ਰਾਹੀਂ ਨਿਕਲ ਜਾਣ ਤਾਂ ਮੱਛੀ ਦੀ ਜੂਨ ਮਿਲ ਜਾਂਦੀ ਹੈ, ਜੇ ਨੱਕ ਦੇ ਰਾਹੀਂ ਪ੍ਰਾਣ ਨਿਕਲ ਜਾਂਦਾ ਭੌਰਾ ਬਣ ਜਾਂਦਾ ਹੈ, ਜੇ 10 ਦੁਆਰ ਪ੍ਰਾਣ ਨਿਕਲਣ ਫਿਰ ਉਹ ਬਰਮ ਰੁਦਰ ਨੂੰ ਫੋੜ ਕੇ ਮੁਕਤ ਹੋ ਜਾਂਦਾ ਹੈ। ਇਸ ਕਰਕੇ ਫਿਰ ਇਸ ਤਰ੍ਹਾਂ ਦਾ ਇਹ ਡਾਖੜੋ ਕਠਨ ਦੁੱਖ ਪ੍ਰਾਪਤ ਹੁੰਦਾ ਹੈ। ਖੰਡੇ ਧਾਰ ਗਲੀ ਅਤ ਭੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਐ ਫਿਰ ਪੀੜਿਆ ਜਾਂਦਾ ਹੈ। ਫਿਰ ਕੀ ਨਾਰ ਸੁਹਾਵਣੀ, ਫਿਰ ਪਤੀ ਪਰਮਾਤਮਾ ਦੀ ਇਹ ਜੀਵ ਰੂਪ ਨਾਰ ਇਸਤਰੀ ਹੈ ਤਾਂ ਬੜੀ ਸੋਹਣੀ ਸੋਭਨੀਕ ਸੀ ਇਹ। ਮੋਤੀ ਸੋ ਕਿਤ ਸਾਧ, ਉਹ ਫਿਰ ਪਤੀ ਪਰਮਾਤਮਾ ਵੱਲੋਂ ਕਿਤ ਕਿਸ ਸਾਧ ਸਵਾਦ ਵਿੱਚ ਫਸਣ ਕਰਕੇ, ਕਿਤ ਕਿਸ ਸਵਾਦ ਵਿੱਚ ਫਸਣ ਕਰਕੇ ਕਹਿੰਦੇ ਮੁੱਤੀ ਛੁੱਟੜ ਹੋ ਗਈ। ਭਾਵ ਇਹ ਹੈ ਵੀ ਜੀਵ ਰੂਪ ਇਸਤਰੀ ਬੜੀ ਸੋਭਨੀਕ ਸੀ। ਸ਼ਬਦ ਸਪਰਸ ਰੂਪ ਰਸ ਗੰਧ ਵਿਸ਼ਿਆਂ ਦੇ ਸਵਾਦਾਂ ਵਿੱਚ ਫਸਣ ਕਰਕੇ ਇਹ ਛੁੱਟੜ ਹੋ ਗਈ, ਰੱਬ ਵੱਲੋਂ ਛੁੱਟੜ ਕਰ ਦਿੱਤੀ ਗਈ ਹੈ। ਫਿਰ ਕੈ ਕਾਮ ਨ ਆਵਈ, ਤੇ ਫਿਰ ਪਤੀ ਦੇ ਕੰਮ ਨਹੀਂ ਆਉਂਦੀ ਐ ਐਸੀ ਨਿਕੰਮੀ ਇਸਤਰੀ। ਬੋਲੇ ਫਾਜ਼ਲ ਬਾਦ, ਕਿਉਂਕਿ ਜਿਹਨੇ ਹਰ ਵਕਤ ਉਹਨੇ ਬੋਲੇ ਬੋਲਣ ਦੇ ਚ ਫਾਜ਼ਲ ਫਜ਼ੂਲ ਹੀ ਬੋਲਦੀ ਰਹਿਣਾ, ਝਗੜਾ ਕਰਨਾ ਪਤੀ ਦੇ ਨਾਲ, ਕਿਵੇਂ ਭਾਜੂਗੀ ਪਤੀ ਨੂੰ। ਸਮਾਜ ਦਾ ਸੁਧਾਰ ਵੀ ਕਰਦੇ ਨੇ ਮਹਾਰਾਜ। ਇਸ ਪ੍ਰਕਾਰ ਜਿਹੜੀ ਵਿਵਚਾਰ ਨਹੀਂ ਹੋਵੇ, ਵਿਸ਼ਿਆਂ ਦੇ ਸਵਾਦਾਂ 'ਚ ਫਸੀ ਹੋਵੇ ਤੇ ਉਹ ਫਿਰ ਪਿਰਦੇ ਪਤੀ ਦੇ ਕੰਮ ਨਹੀਂ ਆਉਂਦੀ। ਜੇ ਪਤੀ ਰੋਕਦਾ ਤਾਂ ਫਜ਼ੂਲ ਬੋਲਦੀ ਹੈ। ਤੇ ਇਸੇ ਤਰ੍ਹਾਂ ਦੀ ਜੀਵ ਰੂਪ ਇਸਤਰੀ ਜਿਹੜੀ ਹੈ ਤੇ ਉਹ ਫਿਰ ਕੇ ਕਾਮ ਜਿਹੜੀ ਬੋਲੇ ਫਾਜ਼ਲ ਬਾਦ, ਪਰਮਾਤਮਾ ਦੇ ਨਾਲ ਝਗੜਾ ਕੀ, ਮੈਨੂੰ ਮੇਰਾ ਮੈਂ ਕੀ ਵਿਗਾੜਿਆ ਸੀ ਰੱਬ ਦਾ, ਮੈਨੂੰ ਆਹ ਦੁੱਖ ਕਿਉਂ ਦਿੱਤਾ ਹੈ, ਇੰਨੇ ਦੁੱਖ ਦਿੱਤੇ। ਗਵਾਂਢੀਆਂ ਨੂੰ ਉਹ ਮੌਜਾਂ ਕਰਦੇ ਨੇ, ਉਹਨਾਂ ਨੂੰ ਇੰਨੇ ਸੁੱਖ ਦਿੱਤੇ ਨੇ, ਮੈਨੂੰ ਕੰਗਾਲ ਕਰ ਦਿੱਤਾ ਹੈ। ਇਹ ਜੀਵ ਦਾ ਝਗੜਾ ਹੈ, ਭਾਣਾ ਨਹੀਂ ਮੰਨਦਾ। ਤੇ ਪਤੀ ਪਰਮਾਤਮਾ ਨੂੰ ਐਸੇ ਬਚਨ ਜਿਹੜੀ ਬੋਲਦੀ ਹੈ ਉਹ ਅਕਾਲ ਪੁਰਖ ਦੇ ਤਾਂ ਕੰਮ ਨਹੀਂ ਆ ਸਕਦੀ, ਭਗਤੀ ਰੂਪੀ ਕੰਮ ਨਹੀਂ ਆ ਸਕਦੀ। ਭਗਤੀ ਕੀ ਕਰਨੀ ਉਹਨੇ? ਬੋਲੇ ਫਾਜ਼ਲਾ ਫਜ਼ੂਲ ਬੋਲ ਰਹੀ ਹੈ। ਜਿਹੜਾ ਰੱਬ ਨੂੰ ਨਾਸਤਕ ਲੋਕ ਬਹੁਤ ਸਾਰੇ ਇਸ ਤਰ੍ਹਾਂ ਦੇ ਵਚਨ ਕਵਚਨ ਬੋਲਦੇ ਨੇ, ਇਹ ਫਜ਼ੂਲ ਬੋਲਣਾ ਹੈ। ਦਰ ਕਰ ਢੋਈ ਨਾ ਲਹੈ, ਉਹ ਪਤੀ ਪਰਮਾਤਮਾ ਦੇ ਭਾਵੇਂ ਘਰ ਹਿਰਦੇ ਦੇ ਵਿੱਚ ਹੈ, ਉਹ ਪਤੀ ਪਰਮਾਤਮਾ ਦਰਵਾਜ਼ੇ ਇੰਦਰੀਆਂ ਦੇ ਵਿੱਚ ਮੌਜੂਦ ਹੈ, ਪਰ ਖੋਟੀ ਜੀਵ ਰੂਪ ਇਸਤਰੀ ਤੇ ਉਹਦੀ ਢੋਈ ਮਿਲਾਪ, ਢੁਕਣਾ ਨੇੜੇ ਹੋਣਾ ਉਹ ਨਹੀਂ ਕਰ ਸਕਦੀ, ਕਿਉਂਕਿ ਉਹਦੇ ਅੰਤਰਮੁਖ ਗਿਆਨ ਰੂਪ ਦਰਵਾਜ਼ੇ ਦੀ ਸਥਿਤ ਹੈ। ਉਹ ਘਰ ਸਰੂਪ ਵਿੱਚ ਢੋਈ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ। ਕਾਰਨ ਕੀ ਹੈ? ਵੀ ਉਹ ਖੋਟੀ ਹੈ, ਉਹਦੇ 'ਚ ਖੋਟ ਹੈ। ਉਹ ਖੋਟ ਕੀ ਹੈ ਦੱਸਦੇ ਨੇ। ਛੂਟੀ ਦੂਜਾ ਸਾਧ, ਦੂਜੇ ਪੁਰਸ਼ਾਂ ਦੇ ਜਿਵੇਂ ਆਨੰਦ ਦੇ ਵਿੱਚ ਰਸ ਲੈਣ ਦੇ ਵਿੱਚ ਖੋਟੀ ਇਸਤਰੀ ਫਸਦੀ ਹੈ। ਇਹ ਦੇਵੀ ਦੇਵਤਿਆਂ ਦੇ ਕੋਲੋਂ ਰਸ ਲੈਣਾ ਚਾਹੁੰਦਾ ਹੈ, ਪਖੰਡੀਆਂ ਦੇ ਕੋਲੋਂ ਰਸ ਲੈਣਾ ਚਾਹੁੰਦਾ ਹੈ। ਆਹ ਦੇਵਤਾ ਕੁਝ ਦੇ ਦੇਵੇ, ਆਹ ਦੇਵਤਾ ਦੇ ਦੇਵੇ। ਉਹ ਵਿਵਚਾਰਨ ਔਰਤ ਦੀ ਨਿਆਈ ਹੈ ਮਹਾਰਾਜ ਕਹਿੰਦੇ। ਇਸ ਕਰਕੇ ਉਹ ਛੁੱਟੜ ਤਾਂ ਹੋਈ ਹੈ, ਉਹ ਦਵੈਸ਼ ਵਿੱਚ ਲੱਗ ਗਈ, ਰੱਬ ਨੂੰ ਨਹੀਂ ਮੰਨ ਰਿਹਾ। ਐਸੇ ਜੀਵ ਰੂਪ ਇਸਤਰੀ ਜਿਹੜੀ ਹੈ ਪੰਡਤ ਵਚ ਹੈ ਪੁਥੀਆ, ਤੇ ਫਿਰ ਉਹ ਪੰਡਤ ਜਿਹੜੇ ਨੇ ਇਹਦੇ ਉੱਤੇ ਸੰਪਰਦਾ ਦੇ ਚੋਂ ਕੁੱਤੀ ਦੀ ਸਾਖੀ ਵੀ ਲਾਈ ਜਾਂਦੀ ਹੈ। ਤੇ ਉਹਦੀ ਫਿਰ ਆਪਾਂ ਬਹੁਤੀ ਜ਼ਿਆਦਾ ਇੱਥੇ ਮੈਂ ਜ਼ਰੂਰਤ ਇਸ ਕਰਕੇ ਨਹੀਂ ਸਮਝਦਾ ਵੀ ਅਜੇ ਅਰਥ ਬਹੁਤ ਰਹਿੰਦੇ ਆ ਵੀ ਉਹਦੇ ਵਿੱਚ ਜ਼ਿਆਦਾ ਦੇਰ ਹੋ ਜਾਏਗੀ। ਉਹ ਜਿਹੜੀ ਕੁੱਤੀ ਤੋਂ ਮਿਰਗਣੀ ਬਣ ਗਈ ਸੀ, ਹੰਸਣੀ ਬਣ ਗਈ, ਬਾਂਦਰੀ ਬਣ ਗਈ ਸੀ, ਨਿਰਪਨਾਰ ਬਣ ਗਈ ਸੀ,
ਸਵਾਨੀ ਮਿਰਗੀ ਹੰਸਣੀ ਬਾਂਦਰੀ ਔਰ ਨਿਰਪਨਾਰ ਏਤੇ ਜਨਮ ਸੋ ਭੋ ਕੇ ਮੂਲ ਸੁਭਾਵ ਨਾ ਟਾਲੋ। ਤੇਲ ਚੱਟਣ ਤੇ ਨਹੀਂ ਹਸੀ ਸੀ। ਉਹ ਚੂਹੀ ਦਾ ਵੀ ਪ੍ਰਸੰਗ ਕਹਿੰਦੇ ਨੇ, ਕਲਪਤ ਸਾਖੀਆਂ ਹੁੰਦੀਆਂ ਨੇ, ਪਰ ਉਹਦੇ ਸਿਧਾਂਤ ਕੱਢੀਦਾ ਹੁੰਦਾ ਹੈ। ਤੋ ਇਸ ਕਰਕੇ ਜਿਹੜਾ ਜੀਵ ਹੈ ਉਹ ਮਨੁੱਖਾ ਸਰੀਰ ਦੇ ਵਿੱਚ ਆ ਕੇ ਵੀ ਫਿਰ ਵੀ ਇਹ ਵਿਸ਼ੇ ਵਿਕਾਰਾਂ ਦਾ ਤੇਲ ਚੱਟਣ ਤੇ ਨਹੀਂ ਹਟਦਾ ਹੈ। ਤੇ ਇਹਦੀ ਇਸ ਬੜੀ ਕਮਜ਼ੋਰੀ ਹੈ। ਹੁਣ ਜਿਹੜੇ ਅੱਗੇ ਦੱਸਦੇ ਨੇ ਪੰਡਤ ਬਾਜੇ ਬੋਲੇ, ਪੰਡਤ ਬਾਚਹਿ ਪੋਥੀਆ, ਜਿਹੜੇ ਪੰਡਤ ਵਿਦਵਾਨ ਉਹ ਪੋਥੀਆਂ ਪੜ੍ਹਦੇ ਰਹਿੰਦੇ ਆ, ਬਾਚਦੇ ਰਹਿੰਦੇ ਆ, ਵੇਦਾਂ ਸ਼ਾਸਤਰਾਂ ਨੂੰ ਬਾਚਦੇ ਰਹਿੰਦੇ ਹਨ। ਨਾ ਬੁਝਹਿ ਵਿਚਾਰ, ਲੋਕਾਂ ਨੂੰ ਬੜਾ ਉਪਦੇਸ਼ ਸੁਣਾਉਂਦੇ ਆ, ਪਰ ਆਪ ਉਹਨਾਂ ਦੀ ਵਿਚਾਰ ਨਾ ਸਮਝਦੇ ਆ ਤੇ ਨਾ ਵਿਚਾਰ ਨੂੰ ਧਾਰਨ ਕਰਦੇ ਨੇ। ਭਾਵ ਕੀ ਆ, ਉਹਦੇ ਉੱਤੇ ਅਮਲ ਨਹੀਂ ਕਰਦੇ ਹਨ। ਅਨ ਕੋ ਮਤੀ ਦੇ ਚੱਲਹਿ, ਅਨ ਨਾਮ ਹੈ ਹੋਰ ਦਾ, ਹੋਰਨਾਂ ਨੂੰ ਬੜੀ ਸਿੱਖਿਆ ਦਿੰਦੇ ਆ ਵਿਦਵਾਨ ਬਣ ਕੇ, ਤੇ ਉਹ ਦਿਖਾਉਂਦੇ ਆ ਵੀ ਸਾਨੂੰ ਬਹੁਤ ਕੁਝ ਗਿਆਨ ਆਉਂਦਾ, ਅਸੀਂ ਬ੍ਰਹਮ ਗਿਆਨੀ ਆ। ਇਹ ਬੜਾ ਉਪਦੇਸ਼ ਦੇ ਕੇ ਸੰਸਾਰ ਦੇ ਵਿੱਚ ਚੱਲਦੇ ਫਿਰਦੇ ਉਪਦੇਸ਼ ਦਿੰਦੇ ਆ। ਕੋਈ ਕਿਤੇ ਜਾ ਕੇ, ਕਦੇ ਕਿਤੇ ਜਾ ਕੇ ਕਥਾ ਸੁਣਾਉਂਦੇ ਆ, ਕਰਦੇ ਆ, ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਮਾਇਆ ਕਾ ਵਪਾਰ, ਮਾਇਆ ਇਕੱਠੀ ਕਰਨ ਦਾ ਵਪਾਰ ਕਰ ਰਹੇ ਹੈ। ਧੰਦਾ ਤਾਂ ਮਾਇਆ ਦਾ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਸ਼ ਬ੍ਰਹਮ ਗਿਆਨੀ ਤਤਵੇ ਤੇ ਦਮਦਮਾ ਸਾਹਿਬ ਕਥਾ ਕਰਦੇ ਸੀ। ਉਹ ਦਮਦਮਾ ਸਾਹਿਬ ਕਥਾ ਦਾ ਪ੍ਰਭਾਵ ਕਾਂਸੀ ਤੱਕ ਟਕਸਾਲ ਦਾ ਪਿਆ ਹੋਇਆ ਸੀ, ਸੰਪਰਦਾ ਦਾ। ਹਰਿਦੁਆਰ ਤੋਂ ਬਹੁਤ ਸਾਰੇ ਦੂਏ ਮਤਾਂ ਦੇ ਸਾਧੂ ਵੀ ਆਇਆ ਕਰਦੇ। ਬੜਾ ਪ੍ਰਭਾਵ ਸੀ ਮਹਾਂਪੁਰਖਾਂ ਦਾ, ਕਮਾਈ ਸੀ ਭਾਈ। ਰੋਮ ਰੋਮ ਵਿੱਚੋਂ ਨਾਮ ਦੀ ਆਵਾਜ਼ ਆਉਂਦੀ ਸੀ। ਇੱਕ ਪੰਡਤ ਆ ਗਿਆ, ਉਹਦਾ ਨਾਮ ਹਰਸ਼, ਇਸ ਤਰ੍ਹਾਂ ਦਾ ਨਾਮ ਸੀ ਉਹਦਾ। ਉਹ ਪੰਡਤ ਆਇਆ ਪੜ੍ਹਨ ਵਾਸਤੇ ਮਹਾਂਪੁਰਖਾਂ ਦੇ। ਉਹ ਜਿੱਦਣ ਪਹਿਲੇ ਦਿਨ ਉਹ ਮਹਾਂਪੁਰਖਾਂ ਨੇ ਇੱਕ ਓੰਕਾਰ ਦੇ ਜਿਉਂ ਲੱਗੇ ਅਰਥ ਕਰਨ। ਬਾਅਦ ਦੇ ਵਿੱਚ ਉਹ ਜਦੋਂ ਕਥਾ ਸਮਾਪਤ ਹੋ ਗਈ ਤੇ ਉਹ ਆ ਕੇ ਆਪਣੇ ਨਾਲ ਦੇ ਨੂੰ ਸੰਤ ਮੇਲਾ ਸਿੰਘ ਸੀ ਵੱਡੇ ਜਥੇ 'ਚ, ਉਹਨੂੰ ਕਹਿਣ ਲੱਗੇ, ਕਹਿੰਦੇ ਇਹ ਵੀ ਬੜੀ ਮੈਂ ਅਚਰਜ ਹੋ ਗਿਆ, ਓੰਕਾਰ ਦੇ ਅਰਥ ਸੁਣੇ ਆ। ਕਹਿੰਦਾ ਵੀ ਇਹ ਅਰਥ ਆਉਂਦੇ ਕਿੱਥੋਂ ਨੇ ਸੰਤਾਂ ਨੂੰ? ਉਹ ਮੇਲਾ ਸਿੰਘ ਕਹਿੰਦਾ ਉੱਪਰੋਂ ਆਉਂਦੇ ਆ। ਕਹਿੰਦਾ ਉੱਪਰੋਂ ਕਿੱਥੋਂ ਆਉਂਦੇ ਨੇ ਇਹ? ਉਹ ਕਹਿੰਦਾ ਉੱਪਰ ਦਾ ਮਤਲਬ ਇਹ ਵੀ ਅਨੁਭਵ ਦੇ ਵਿੱਚੋਂ ਆਉਂਦੇ ਆ। ਪੰਡਤ ਕਹਿੰਦਾ ਵੀ ਮੈਂ ਸਭਾ ਜਿੱਤ ਵਿਦਵਾਨ ਹਾਂ, ਮੈਂ ਕੋਈ ਮਾਮੂਲੀ ਵਿਦਵਾਨ ਨਹੀਂ ਹਾਂ। ਹਿੰਦੁਸਤਾਨ ਦੀਆਂ 500 ਸਭਾ ਜਿੱਤੀਆਂ ਨੇ ਮੈਂ, ਤੇ 500 ਰੁਪਇਆ ਲੈ ਕੇ ਸਭਾ ਜਿੱਤਦਾ ਸੀ ਮੈਂ। 500 ਰੁਪਏ ਲੈ ਕੇ ਸਭਾ ਜਿੱਤਦਾ ਰਿਹਾ। ਪਰ ਕਹਿੰਦਾ ਵੀ ਮੈਂ ਤਾਂ ਹੈਰਾਨ ਹੋ ਗਿਆ ਵੀ ਇੰਨੀਆਂ ਸਭਾ ਜਿੱਤ ਲੀਆਂ, 500 ਰੁਪਏ ਲਿੱਤੇ ਵੀ ਅੱਜ ਸੋਝੀ ਆਈ ਹੈ ਮੈਨੂੰ। ਤਾਂ ਮੈਂ ਤਾਂ ਹਨੇਰਾ ਹੀ ਢੋਂਦਾ ਰਿਹਾ, ਮੈਂ ਤਾਂ ਮਾਇਆ ਦਾ ਹੀ ਵਪਾਰ ਕਰਦਾ। ਪੰਡਤ ਬਾਚੇ ਪੋਥੀਆਂ ਤੇ ਨਾ ਬੁਝੇ ਵਿਚਾਰ, ਅਨਕੋ ਮਤੀ ਦੇ ਚਲੇ। ਮਾਇਆ ਕਾ ਵਪਾਰ, ਮੈਂ ਤਾਂ ਮਾਇਆ ਦੇ ਵਪਾਰ ਕਰਦਾ ਰਿਹਾ, ਮਾਇਆ ਇਕੱਠੀ ਕਰਦਾ ਰਿਹਾ। ਅੱਜ ਮੈਨੂੰ ਗੁਰਬਾਣੀ ਪੜ੍ਹ ਕੇ ਸਮਝ ਆਈ ਹੈ, ਜਿਹੜੀ ਵੇਦਾਂ 'ਚ ਨਹੀਂ ਸਮਝ ਆਈ, ਸ਼ਾਸਤਰਾਂ 'ਚ ਨਹੀਂ ਆਈ। ਤੋ ਇਸ ਪ੍ਰਕਾਰ ਬ੍ਰਹਮ ਵਿਦਿਆ ਨੂੰ ਕੇਵਲ ਮਾਇਆ ਇਕੱਠੀ ਕਰਨ ਵਾਸਤੇ ਨਹੀਂ, ਇਹ ਤਾਂ ਮਾਇਆ ਤਾਂ ਆਪਣੇ ਆਪ ਮਗਰ ਆਉਂਦੀ ਹੈ। ਇਹ ਵੀ ਨਹੀਂ ਵੀ ਮਾਇਆ ਨੂੰ ਮਗਰ ਲਾਉਣ ਵਾਸਤੇ ਵਾਸਨਾ ਹੋਵੇ। ਇਸ ਤਰ੍ਹਾਂ ਦਾ ਵੀ ਮਿਲਿਆ ਸੀ ਭਾਈ ਸਾਹਿਬ। ਇਹ ਕਹਿੰਦਾ ਜੀ ਮਾਇਆ ਦੀ ਬੜੀ ਤੰਗੀ ਰਹਿੰਦੀ ਹੈ, ਵੀ ਤੁਸੀਂ ਕਥਾ 'ਚ ਕਿਹਾ ਸੀ ਵੀ ਇਹ ਤਿਆਗ ਦੇਵੇ, ਕਹੋ ਨਾਨਕ ਜਬ ਤਿਆਗ ਦਈ। ਮੈਂ ਇਹ ਪੰਕਤੀ ਪੜ੍ਹੀ ਸੀ, ਤਾਵੇ ਸਰਨੀ ਆਏ ਪਈ। ਕਹਿੰਦਾ ਮੈਂ ਕਥਾ ਸੁਣ ਕੇ ਇਹ ਮਨ ਬਣਾਇਆ ਵੀ ਤਿਆਗ ਕੇ ਦੇਖ ਲਈਏ ਜੇ ਆ ਜਾਵੇ। ਮੈਂ ਕਿਹਾ ਵਾਹ ਬਈ ਵਾਹ, ਤਾਂ ਬੜਾ ਵਧੀਆ ਅਰਥ ਕੱਢ ਲਿਆ ਤੈਂ, ਵੀ ਤਿਆਗ ਕੇ ਦੇਖ ਲਈਏ ਜੇ ਮਾਇਆ ਆ ਜਾਵੇ। ਐ ਨਹੀਂ ਆਉਂਦੀ ਹੁੰਦੀ। ਇਸ ਕਰਕੇ ਮਾਇਆ ਦਾ ਵਪਾਰ ਕਰਦੀ ਹੈ ਦੁਨੀਆ। ਕਥਨੀ ਝੂਠੀ ਜਗ ਭਵੈ, ਉਹਨਾਂ ਦੀ ਕਥਨੀ ਖੁਦ ਧਾਰਨ ਤੋਂ ਬਿਨਾਂ ਹੋਣ ਕਰਕੇ ਝੂਠੀ ਹੈ। ਇਸ ਕਰਕੇ ਉਹ ਜਗ ਸੰਸਾਰ ਦੇ ਵਿੱਚ ਭਵੈ ਭੌਂਦੇ ਫਿਰਦੇ ਹੈ, ਐਵੇਂ ਤੁਰੇ ਫਿਰਦੇ ਨੇ। ਝੂਠੀ ਕਥਨੀ ਕਰਕੇ ਸੰਸਾਰ ਦੇ ਜੀਵਾਂ ਨੂੰ ਭਵੈ ਭਰਮਾਉਂਦੇ ਫਿਰਦੇ ਨੇ। ਉਹ ਸੰਸਾਰ ਦੇ ਵਿੱਚ ਕੇਵਲ ਮਾਇਆ ਦੇ ਲਈ ਭਵੈ ਭੌਂਦੇ ਫਿਰਦੇ ਨੇ। ਤੇ ਪਰੰਤੂ ਸਤਿਗੁਰੂ ਮਹਾਰਾਜ ਸਾਹਿਬ ਦੇ ਸ਼ਬਦ ਤੋਂ ਬਿਨਾਂ ਰਹਿਣੀ ਸ਼ਬਦ ਸੋ ਸਾਰ। ਦੋ ਚੀਜ਼ਾਂ ਨਿਚੋੜ ਹੈ। ਇੱਕ ਤਾਂ ਉਪਦੇਸ਼ ਸਤਿਗੁਰੂ ਦਾ, ਤੇ ਸਤਿਗੁਰਾਂ ਦਾ ਭਾਣਾ ਮੰਨਣ ਰੂਪ ਇਹ ਹੈ ਅਸਲੀ ਕਥਨੀ। ਸੋ ਉਹ ਸਾਰ ਸ੍ਰੇਸ਼ਟ ਹੈ। ਸ਼ਬਦ ਦੀ ਕਮਾਈ ਦੁਆਰਾ ਉਹ ਸਾਰ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ, ਇਹ ਸਾਰ ਸ੍ਰੇਸ਼ਟ ਹੈ ਜੀ। ਕੀਤੇ ਪੰਡਤ ਜੋਤ ਕੀ, ਕੀਤੇ ਨਾਮ ਕਿਤਨੇ ਆਉਂਦਾ ਹੈ।
ਕੀਤੇ ਪੰਡਤ, ਪੰਡਤ ਨਾਮ ਹੈ ਵਿਦਵਾਨ ਦਾ। ਕਈ ਜੋਤਿਸ਼ ਵਿਦਿਆ ਪੜ੍ਹੇ ਹੁੰਦੇ ਆ, ਜੋਤ ਕੀ। ਕਈ ਵੇਦ ਦੇ ਖਟ ਅੰਗ ਪੜ੍ਹੇ ਹੁੰਦੇ ਆ, ਸਿੱਖਿਆ ਕਲਪ ਨਿਰੁਕਤ ਪਨ ਜੋਤਿਸ਼ ਪਿੰਗਲ ਜਾਨ। ਵਿਆਕਰਨ ਬਖਾਣੀਐ ਵੇਦ ਅੰਕ ਖਟ ਮਾਨ, ਵੇਦ ਦੇ ਖਟ ਅੰਗ ਇਹ ਵੀ ਪੜ੍ਹ ਲਏ ਤੇ ਉਪਾਸਨਾ ਨਹੀਂ ਕੀਤੀ ਤੇ ਕਰਮ ਕਰਦਾ ਰਿਹਾ। ਤੇ ਕਰਮ ਉਪਾਸਨਾ ਗਿਆਨ ਦਾ ਵਿਚਾਰ ਤਾਂ ਕਰਦਾ ਪਰ ਕਰੇ ਨਹੀਂ ਉਹ। ਕੀਤੇ ਪੰਡਤ ਜੋਤ ਕੀ, ਉਹ ਇਤਿਆਦਿਕ ਕਰਮ ਕਾਂਡ ਤਾਂ ਕਰਦੇ ਰਹੇ ਪਰ ਬ੍ਰਹਮ ਦੀ ਵਿਚਾਰ ਨਹੀਂ ਕੀਤੀ। ਵੇਦਾਂ ਕਹੇ ਵੇਦਾਂ ਕਰਹਿ, ਵੇਦਾਂ ਕਰਹਿ ਵਿਚਾਰ। ਕਿਤੇ ਨੇ ਜੋਤ ਸੀ, ਫਿਰ ਇਹ ਤੋਂ ਬਾਅਦ ਫਿਰ ਜੋਤ ਅਨੁਸਾਰ ਦੱਸ ਦੇਣਾ ਫਲਾਣੇ ਟਾਈਮ ਆ ਹੋਊਗਾ, ਫਲਾਣੇ ਟਾਈਮ ਇਹ ਤਾਂ ਜੋਤੀ ਕਰ ਲੈਂਦੇ ਆ। ਤੇ ਉਹਨਾਂ ਨੂੰ ਵਰਖਾ ਫਲਾਣੇ ਦਿਨ ਹੋਈ, ਇਹਨਾਂ ਗੱਲਾਂ ਦਾ ਇਹ ਉਹਨਾਂ ਦੇ ਸ਼ਾਸਤਰ ਵੇਦ ਇੱਥੇ ਗਿਆਨ ਦੇਣ ਵਾਲਿਆਂ ਦਾ ਇਹ ਵਿਚਾਰ ਤਾਂ ਕਰ ਸਕਦੇ ਨੇ ਪਰ ਬ੍ਰਹਮ ਵਿਚਾਰ ਨਹੀਂ ਹੈ ਇਹਦੇ ਵਿੱਚ। ਉਹ ਦੱਸਦੇ ਹਨ ਅੱਗੇ ਵੀ ਕਰਦੇ ਕੀ ਨ ਵਾਦ ਵਿਰੋਧ ਸਲਾਹਣ। ਕਥਨੀ ਕਰਦੇ ਆ ਵਿਦਵਾਨ ਜਿਹੜੇ, ਉਹ ਆਪਣੇ ਆਪ ਦੀ ਸ਼ਲਾਘਾ ਕਰਦੇ ਆ। ਆਪਣੇ ਆਪ ਦੀ ਸ਼ਲਾਘਾ ਕਰਨੀ, ਦੂਜੇ ਦਾ ਅਪਮਾਨ ਕਰਨਾ, ਵਿਰੋਧ ਕਰਦੇ ਆ ਦੂਜੇ ਦਾ। ਇਸ ਕਰਕੇ ਫਿਰ ਆਪਸ ਵਿੱਚ ਵੀ ਵਾਦੇ ਆਵਣ ਜਾਣ, ਆਪਸ ਵਿੱਚ ਬਾਤ ਝਗੜਾ ਕਰਦੇ ਆ। ਬਾਦੇ ਝਗੜਿਆਂ ਕਰਕੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਜਾਣਾ ਰਹੂਗਾ, ਜੰਮਦੇ ਮਰਦੇ ਰਹਿਣਗੇ ਅਗਿਆਨੀ। ਉਹ ਇਸ ਤਰ੍ਹਾਂ ਇੱਕ ਰਾਜਾ ਸੀ, ਉਹਦੀ ਸਭਾ ਦੇ ਵਿੱਚ ਇੱਕ ਪੰਡਤ ਵਿਦਵਾਨ ਕਥਾ ਕਰਿਆ ਕਰਦਾ ਸੀ। ਉਹ ਇੱਕ ਦਿਨ ਹੋਰ ਸ਼ਰੀਕ ਜਿਹੜੇ ਪੰਡਤ ਸੀ ਇਹ ਨੌਕਰੀ ਨਹੀਂ ਸੀ ਕਰ ਸਕਦੇ, ਨਾ ਵਣਜ ਕਰ ਸਕਦੇ, ਨਾ ਵਪਾਰ ਕਰ ਸਕਦੇ, ਨਾ ਮੰਗ ਕੇ ਖਾ ਸਕਦੇ ਸੀ। ਹੁਣ ਧੰਦਾ ਕੇਵਲ ਇਹੀ ਆ ਵੀ ਕਥਾ ਕਰਕੇ ਰਾਜਾਂ ਦੇ ਪ੍ਰੋਤ ਲੱਗ ਜਾਣਾ, ਰਾਜ ਦਰਬਾਰ ਕਥਾ ਕਰਨੀ। ਹੁਣ ਕਥਾ ਵਾਲੇ ਜ਼ਿਆਦੇ ਮਤਲਬ ਹੋ ਗਏ ਤੇ ਰਾਜੇ ਮਹਾਰਾਜੇ ਤਾਂ ਉਹਨੇ ਹੀ ਕਹਿਣ। ਉਹ ਕਾਂਸੀ ਪੜ੍ਹ ਕੇ ਵਿਦਵਾਨ ਬਣ ਕੇ ਉਹਨਾਂ ਦੀ ਗਿਣਤੀ। ਉਹ ਕਿਤੇ ਐਸਾ ਹੋਇਆ ਵੀ ਉਹ ਪੰਡਤ ਦਾ ਵਿਦਵਾਨ ਤਾਂ ਬਣ ਗਿਆ, ਉਹਨੂੰ ਕਿਤੇ ਰੁਜ਼ਗਾਰ ਨਹੀਂ ਸੀ ਮਿਲਦਾ। ਉਹਨੇ ਆ ਕੇ ਰਾਜੇ ਨੂੰ ਮਿਲਿਆ, ਉਹਨੂੰ ਰਾਜੇ ਨੂੰ ਆ ਕੇ ਕਹਿੰਦਾ ਵੀ ਆ ਜਿਹੜਾ ਤਾਂ ਪੰਡਤ ਰੱਖਿਆ ਇਹਨੂੰ ਤਾਂ ਕਥਾ ਹੀ ਨਹੀਂ ਆਉਂਦੀ, ਮੈਂ ਕਥਾ ਕਰਨ ਜਾਣਦਾ। ਉਹ ਕਹਿੰਦਾ ਕਿਵੇਂ? ਕਹਿੰਦਾ ਮੈਂ ਸਾਬਤ ਕਰਦਾ। ਤੈਨੂੰ ਬ੍ਰਹਮ ਗਿਆਨ ਹੋ ਗਿਆ? ਕਹਿੰਦਾ ਨਹੀਂ ਹੋਇਆ। ਕਹਿੰਦਾ ਫਿਰ ਇਸ ਕਰਕੇ ਇਹਨੂੰ ਬ੍ਰਹਮ ਗਿਆਨ ਨਹੀਂ ਹੈ, ਤੈਨੂੰ ਬ੍ਰਹਮ ਗਿਆਨ ਇਹਦੇ ਕਰਾ ਨਹੀਂ ਹੋਣਾ, ਤੂੰ ਇਹਨੂੰ ਕੱਢ ਦੇ, ਮੈਂ ਤੈਨੂੰ ਬ੍ਰਹਮ ਗਿਆਨ ਕਰਾ ਦੂੰ। ਉਹ ਕਹਿੰਦਾ ਵੀ ਠੀਕ ਹੈ। ਉਹਨੂੰ ਕਹਿਣ ਲੱਗਿਆ ਪੰਡਤ ਜੀ ਜਾਂ ਤਾਂ ਮੈਨੂੰ ਬ੍ਰਹਮ ਗਿਆਨ ਕਰਾ, ਨਹੀਂ ਮੈਂ ਤੈਨੂੰ ਕੱਢ ਦੇਣਾ ਹੈ। ਕਹਿੰਦਾ ਜੀ ਮੋਹਲਤ ਦੇ ਦਿਓ ਥੋੜੀ ਜੀ, ਮੈਂ ਕੋਈ ਚਾਰਾ ਕਰਕੇ ਦੇਖ ਲੈਣਾ। ਕਹਿੰਦੇ ਵੀ ਤੈਨੂੰ ਚਲੋ 7-8 ਦਿਨ ਦੀ ਮੋਹਲਤ ਦਿੱਤੀ, 8 ਦਿਨ ਦੇ ਵਿੱਚ ਤੂੰ ਕਰ ਲੈ। 8 ਦਿਨ ਤੋਂ ਬਾਅਦ ਮੈਂ ਪੰਡਤ ਬਦਲ ਦੇਣਾ। ਕਹਿੰਦੇ ਜੀ ਬਦਲ ਦਿਓ। ਉਹ ਜੰਗਲ ਦੇ ਵਿੱਚ ਜਾਂਦਾ, ਅੱਖਾਂ ਭਰੀਆਂ ਹੋਈਆਂ ਨੂੰ ਰੋਂਦਾ ਹੈ। ਉੱਥੇ ਮਹਾਤਮਾ ਤਪਸਵੀ ਬੈਠਾ ਸੀ, ਆਤਮਿਕ ਦਰਸ਼ੀ। ਉਹ ਸੰਤ ਦੇਖ ਕੇ ਕਹਿੰਦੇ ਪੰਡਤ ਜੀ ਵਿਦਵਾਨ ਹੋ ਕੇ ਇੰਨਾ ਉਦਾਸ ਕਿਉਂ ਹੋਇਆ? ਉਹ ਕਹਿੰਦਾ ਜੀ ਵਿਦਵਾਨੀ ਕਾਹਦੀ ਹੈ ਸਾਡੀ, ਤਾਂ ਇਸ ਤਰ੍ਹਾਂ ਹੀ ਹੈ ਵੀ ਆਹ ਗੱਲ ਹੋ ਗਈ, ਸ਼ਰੀਕ ਆ ਗਿਆ ਕਿ ਪੰਡਤ, ਮੈਨੂੰ ਉਹਨੇ ਲੂਤੀ ਲਾ ਕੇ ਕਢਾ ਦਿੱਤਾ ਵੀ 8 ਦਿਨ ਦੀ ਮੋਹਲਤ ਹੈ। ਕਹਿੰਦਾ ਫਿਰ ਤੂੰ ਚਿੰਤਾ ਕਿਉਂ ਕਰਦਾ, 8 ਦਿਨ ਤਾਂ ਬਹੁਤ ਕੁਝ ਹੋ ਜਾਂਦਾ। ਕਹਿੰਦਾ ਜੀ ਬ੍ਰਹਮ ਗਿਆਨ ਮੇਰੇ ਕੋਲ ਨਹੀਂ, ਮੈਂ ਕਿਵੇਂ ਕਰਾ ਦੂੰ? ਗੱਲ ਤਾਂ ਬ੍ਰਹਮ ਗਿਆਨ ਦੀ ਹੈ। ਮਹਾਂਪੁਰਸ਼ ਕਹਿੰਦੇ ਬ੍ਰਹਮ ਗਿਆਨ ਉਹਨੂੰ ਵੀ ਨਹੀਂ ਹੈ ਜਿਹੜਾ ਤੇਰਾ ਸ਼ਰੀਕ ਆ ਗਿਆ। ਕਹਿੰਦਾ ਜੀ ਇਹ ਵੀ ਗੱਲ ਹੈ ਵੀ ਹੈ ਤਾਂ ਨਹੀਂ, ਪਰ ਮੈਨੂੰ ਤਾਂ ਕਢਾਤਾ ਨਾ, ਮੈਂ ਹੁਣ ਮੇਰੇ ਤਾਂ ਨਿਆਣੇ ਭੁੱਖੇ ਮਰਨਗੇ। ਸੰਤਾਂ ਨੂੰ ਤਰਸ ਆ ਗਿਆ। ਸੰਤ ਕਹਿੰਦੇ ਰਾਜੇ ਨੂੰ ਜਾ ਕੇ ਕਹਿ ਦੇ ਜੀ ਵੀ ਬ੍ਰਹਮ ਗਿਆਨ ਹੋ ਜਾਊਗਾ ਤੈਨੂੰ, ਵੀ ਬ੍ਰਹਮ ਗਿਆਨ ਕਰਾਉਣ ਵਾਲਾ ਮੇਰਾ ਮਹਾਂਪੁਰਸ਼ ਹੈ ਜੰਗਲ 'ਚ ਬੈਠਾ, ਮੇਰੇ ਥਾਂ ਤੇ ਉਹ ਤੈਨੂੰ ਬ੍ਰਹਮ ਗਿਆਨ ਕਰਾਊਗਾ। ਜੇ ਤੈਨੂੰ ਬ੍ਰਹਮ ਗਿਆਨ ਨਾ ਹੋਇਆ ਤੂੰ ਮੈਨੂੰ ਕੱਢ ਦੇ। ਕਹਿੰਦਾ ਠੀਕ ਹੈ। ਉਹਨੇ ਜੀ ਪਾਲਕੀ ਭੇਜੀ ਸੋਨੇ ਦੀ ਸੰਤਾਂ ਨੂੰ ਲਿਆਉਣ ਵਾਸਤੇ। ਜਦੋਂ 8ਵਾਂ ਦਿਨ ਹੋਇਆ, ਸੰਤ ਕਹਿੰਦੇ ਮੈਂ ਨਹੀਂ ਪਾਲਕੀਆਂ 'ਚ ਬੈਠੂ, ਅੱਜ ਤਾਂ ਲੈ ਜਾਓਗੇ ਪਾਲਕੀ, ਕੱਲ ਨੂੰ ਫਿਰ ਵੀ ਤਾਂ ਮੈਂ ਜੰਗਲ 'ਚ ਤੁਰਨਾ ਫਿਰਨਾ ਹੀ ਹੈ, ਮੇਰੀ ਆਦਤ ਵਿਗਾੜਨੀ ਹੈ ਪਾਲਕੀ 'ਚ ਬਿਠਾ ਕੇ, ਮੇਰਾ ਸਰੀਰ ਰਿਸ਼ਟ ਪੁਸ਼ਟ ਹੈ, ਮੈਂ ਆਪ ਹੀ ਆ ਜਾਊਂਗਾ। ਬੇਮੁਤਾਜ ਪ੍ਰਭ ਕੋ ਸਿਮਰੇ ਸਿਵੇ ਮੋਤੇ। ਉਹ ਮੋੜ ਦਿੱਤਾ, ਸਭਾ ਸਜ ਗਈ ਤੇ ਮਹਾਤਮਾ ਜੀ ਆ ਗਏ। ਬੇਪਰਵਾਹ ਸਦਾ ਰੰਗ ਹਰ ਕੇ ਜਾ ਕੋ ਪਾਕ ਸੁਆਮੀ। ਤੇ ਆ ਕੇ ਕਹਿਣ ਲੱਗੇ ਰਾਜਨ ਵੀ ਆਹ ਪੰਡਤ ਮੈਨੂੰ ਮਿਲਿਆ ਸੀ, ਇਹ ਕਹਿੰਦਾ ਵੀ ਬ੍ਰਹਮ ਗਿਆਨ ਦੀ ਕੋਈ ਗੱਲ, ਤੁਹਾਡਾ ਝਗੜਾ ਪਿਆ, ਇੱਕ ਆਹ ਪੰਡਤ ਆਇਆ ਤੈਨੂੰ ਬ੍ਰਹਮ ਗਿਆਨ ਕਰਾਉਣ ਵਾਸਤੇ। ਕਹਿੰਦੇ ਹਾਂ ਜੀ ਇਹਨੇ ਬ੍ਰਹਮ ਗਿਆਨ ਨਹੀਂ ਕਰਾਇਆ ਹੁਣ ਤੇ। ਕਹਿੰਦਾ ਫਿਰ ਮੈਂ ਕਰਾ ਦਾਂ? ਕਹਿੰਦਾ ਜੀ ਕਰਾ ਦੋ। ਕਹਿੰਦੇ ਪਰ ਇੱਕ ਸ਼ਰਤ ਤੇ। ਕੀ ਸ਼ਰਤ ਹੈ? ਉਹ ਕਹਿੰਦਾ ਵੀ ਇੱਕ ਘੜੀ ਲਈ, ਘੜੀ ਹੁੰਦੀ 24 ਮਿੰਟ ਦੀ, ਇੱਕ ਘੜੀ ਲਈ ਰਾਜ ਦਾ ਤਖਤ ਮੈਨੂੰ ਦੇ ਦੇ, ਲਿਖਤ ਕਰ ਲੈ, ਉਦੋਂ ਬਾਅਦ ਤੂੰ ਹੀ ਮਾਲਕ ਹੋਏਗਾ।
ਕਹਿੰਦਾ ਜੀ ਠੀਕ ਹੈ। ਕਹਿੰਦੇ ਸੰਘਰਸ਼ ਉਹਨੇ ਲਿਖਤ ਕਰਤੀ, ਕਹਿੰਦਾ ਹੁਕਮ ਦੇ ਸਾਰਿਆਂ ਨੂੰ, ਫੌਜਾਂ ਨੂੰ ਹੁਕਮ ਦੇ, ਸਿਪਾਹੀਆਂ ਨੂੰ ਹੁਕਮ ਦੇ, ਮਹਿਕਮਿਆਂ ਨੂੰ ਹੁਕਮ ਦੇ, ਇੱਕ ਕੜੀ ਜੋ ਸੰਤ ਕਹਿਣਗੇ ਉਹੀ ਹੋਊਗਾ। ਵੀ ਮੈਂ ਉਹਨਾਂ ਚਿਰ ਪਰਜਾ ਦੇ ਵਿੱਚ ਇੱਕ ਪਰਜਾ ਦਾ ਨਾਗਰਿਕ ਬਣ ਕੇ ਰਹੂੰਗਾ, ਮੈਂ ਇੱਕ ਘੜੀ ਵਾਸਤੇ, ਬਾਅਦ ਚ ਮੈਂ ਰਾਜਾ। ਉਹ ਕਹਿਣਗੇ ਹੁਕਮ ਦੇਤਾ। ਸਿੰਘਾਸਨ ਤੇ ਬਹਿ ਗਿਆ ਸੰਤ। ਬਹਿੰਦੀ ਸਾਰ ਕਹਿੰਦਾ ਵਜ਼ੀਰ ਮਹਾਮੰਤਰੀ ਜੀ ਹਜ਼ੂਰ, ਕਹਿੰਦਾ ਇਹਨਾਂ ਸਿਪਾਹੀਆਂ ਨੂੰ ਹੁਕਮ ਦੇ, ਮੇਰਾ ਹੁਕਮ ਹੈ। ਕਹਿੰਦਾ ਜੀ ਹਜ਼ੂਰ ਹੁਕਮ ਕਰੋ। ਕਹਿੰਦੇ ਰਾਜੇ ਦੀ ਹੱਥਕੜੀ ਲਾ ਦਿਓ। ਰਾਜੇ ਦੀ ਹੱਥਕੜੀ ਲਾ, ਕਹਿੰਦੇ ਪਿੱਛੇ ਨੂੰ ਕਰਕੇ ਬੰਦ ਹੱਥ ਪਿੱਛੇ ਨੂੰ। ਰਾਜੇ ਨੇ ਕਿਹਾ ਵੀ ਕੰਮ ਬੜਾ ਖਰਾਬ ਹੋ ਗਿਆ, ਬ੍ਰਹਮ ਗਿਆਨ ਤਾਂ ਕੀ ਹੋਣਾ, ਮੇਰਾ ਤਾਂ ਰਾਜ ਵੀ ਸਾਂਭ ਲਿਆ ਸਾਧ ਨੇ, ਵੀ ਮੇਰੇ ਨਾਲ ਤਾਂ ਪੰਡਤ ਨੇ ਧੋਖਾ ਕਰਾਤਾ। ਲੋੜਾ ਹੋਇਆ ਇਹ ਕਿ ਘੜੀ ਦਾ ਰਾਜ ਹੁਣ ਕਿਤੇ ਕਬਜ਼ਾ ਥੋੜੀ ਛੱਡਣਾ ਇਹਨੇ, ਮੈਂ ਤਾਂ ਫਸ ਗਿਆ। ਦੂਸਰਾ ਹੁਕਮ ਦਿੱਤਾ, ਕਹਿੰਦਾ ਮੇਰਾ ਹੁਕਮ ਹੈ ਪੰਡਤ ਦੇ ਵੀ ਹੱਥਕੜੀ ਲਾ ਦੇ, ਇਹਦੇ ਵੀ ਹੱਥ ਪਿੱਛੇ ਨੂੰ ਕਰਕੇ ਬੰਦੇ, ਉਹਦੇ ਵੀ ਹੱਥ ਪਿੱਛੇ ਨੂੰ ਕਰਕੇ ਬੰਦੇ। ਤੇ ਤੀਸਰਾ ਜਿਹੜਾ ਪੰਡਤ ਸੀ ਉਹਦੇ ਕਨੀ ਦੇਖ ਕੇ ਕਹਿੰਦੇ ਹੱਥਕੜੀ ਤਾਂ ਇਹਦੇ ਵੀ ਲੱਗਣ ਵਾਲੀ ਆ, ਪਰ ਇਹਨੇ ਤੇ ਨਹੀਂ ਹਾਲੇ ਲਾਉਂਦੇ ਆਪਾਂ। ਉਹ ਵੀ ਕੰਬੇ, ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਉਹੀ ਚਲਾ ਜਾਊਂਗਾ, ਵੀ ਤੁਸੀਂ ਮੈਨੂੰ। ਕਹਿੰਦੇ ਨਹੀਂ ਨਹੀਂ ਬੈਠ, ਤਮਾਸ਼ਾ ਦੇਖ ਤੂੰ ਸਾਹਮਣੇ ਅੱਖਾਂ ਦੇ ਨਾਲ, ਦੱਸਾਂ ਤੁਹਾਨੂੰ ਬ੍ਰਹਮ ਗਿਆਨ ਕੀ ਹੁੰਦਾ ਹੈ। ਤੇ ਤੀਸਰਾ ਹੁਕਮ ਦਿੱਤਾ, ਮਹਾਪੁਰਸ਼ ਰਾਜਾ ਬਣੇ ਹੋਏ ਨੇ, ਕਹਿੰਦੇ ਪੰਡਤ ਜੀ ਇਹ ਕਹਿਣ ਲੱਗੇ ਰਾਜਾ, ਕਹਿੰਦਾ ਜੀ ਰਾਜਾ ਕਹਦਾ ਹੁਣ ਤਾਂ ਮੁਜਰਮ ਹੈ, ਗੁਨਾਹ ਕੋਈ ਕਰਿਆ ਨਹੀਂ, ਉਹੀ ਤੁਸੀਂ ਹੱਥਕੜੀ ਲਵਾਤੀ। ਕਹਿੰਦੇ ਕੋਈ ਨਹੀਂ ਚਿੰਤਾ ਨਾ ਕਰ। ਕਹਿੰਦੇ ਰਾਜਨ ਹਾਂ ਮਹਾਰਾਜ, ਕਹਿੰਦੇ ਤੈਨੂੰ ਪੰਡਤ ਤੇ ਤਰਸ ਨਹੀਂ ਆਉਂਦਾ, ਇੱਕ ਬਾਹਮਣ ਦੇ ਹੱਥਕੜੀ ਲੱਗ ਗਈ ਪਿੱਛੇ ਨੂੰ, ਆ ਵਿਚਾਰਾ ਔਖਾ ਕੋਡਾ ਜਿਹਾ ਹੋਇਆ ਪਿਆ, ਕਹਿੰਦੇ ਇਹਦੇ ਬੰਧਨ ਖੋਲ ਦੇ। ਕਹਿੰਦਾ ਜੀ ਮੈਂ ਕਿਵੇਂ ਖੋਲ ਦੂੰ, ਮੇਰੇ ਤਾਂ ਆਪ ਬੰਨਣ ਪਏ ਹੋਏ ਨੇ, ਮੇਰੇ ਹੱਥ ਬੰਨੇ ਹੋਏ ਨੇ, ਮੈਂ ਤਾਂ ਨਹੀਂ ਖੋਲ ਸਕਦਾ। ਕਹਿੰਦੇ ਅੱਛਾ। ਕਹਿੰਦੇ ਪੰਡਤ ਜੀ ਤੂੰ ਇਹ ਰਾਜੇ ਦਾ ਨਿਮਕ ਖਾਂਦਾ ਰਿਹਾ, ਤੂੰ ਖੋਲ ਦੇ। ਕਹਿੰਦਾ ਜੀ ਉਹੀ ਗੱਲ ਹੈ ਵੀ ਮੈਂ ਕਿਵੇਂ ਖੋਲ ਦੂੰ, ਤੁਸੀਂ ਸੰਤ ਹੋ ਕੇ ਇਹ ਕਿਹਾ ਜਿਹਾ ਪ੍ਰਸ਼ਨ ਕੀਤਾ, ਮੇਰੇ ਵੀ ਤਾਂ ਹੱਥ ਬੰਨੇ ਹੋਏ ਨੇ। ਕਹਿੰਦੇ ਫਿਰ ਮੈਂ ਖੋਲ ਸਕਦਾ? ਕਹਿੰਦੇ ਹਾਂ ਜੀ ਤੁਸੀਂ ਖੋਲ ਸਕਦੇ ਹੋ, ਕਿਉਂਕਿ ਤੁਹਾਡੇ ਹੱਥ ਖੁੱਲੇ ਨੇ। ਕਹਿੰਦੇ ਵਜ਼ੀਰ ਇਹਨਾਂ ਦੋਨਾਂ ਦੀਆਂ ਹੱਥਕੜੀਆਂ ਖੋਲ ਦਿਓ, ਮੇਰਾ ਜਿਹੜਾ ਵਿਚਾਰ ਜੀ, ਜੋ ਮੇਰਾ ਦ੍ਰਿਸ਼ਟਾਂਤ ਸੀ ਸਮਾਪਤ ਹੋਇਆ। ਬਹਿ ਗਏ ਦੋਨੇ, ਬਿਠਾ ਲਏ। ਕਹਿਣ ਲੱਗੇ ਗੱਲ ਇਸ ਤਰ੍ਹਾਂ ਹੈ ਰਾਜਨ, ਵੀ ਤੁਹਾਡੇ ਦੋਨਾਂ ਦੇ ਹੀ ਬੰਧਨ ਪਏ ਹੋਏ ਨੇ, ਬ੍ਰਹਮ ਗਿਆਨ ਤੱਕ ਤੁਸੀਂ ਦੋਨੇ ਨਹੀਂ ਜਾ ਸਕਦੇ। ਪੰਡਤ ਦੇ ਤਾਂ ਮਾਇਆ ਦੇ ਬੰਧਨ ਪਏ ਨੇ, ਵੀ ਮਾਇਆ ਦਾ ਗੱਫਾ ਮਿਲਦਾ ਤੇ ਪਰਿਵਾਰ ਪਲਦਾ, ਇਹਨੂੰ ਬ੍ਰਹਮ ਗਿਆਨ ਨਾ ਆਪ ਇਹਨਾਂ ਤੈਨੂੰ ਕਰਾ ਸਕਦਾ। ਤੇ ਤੈਨੂੰ ਲੱਗਦਾ ਵੀ ਬਾਹਮਣ ਮੇਰਾ ਨੌਕਰ ਰੱਖਿਆ ਹੋਇਆ, ਕਥਾ ਸੁਣਾ ਰਿਹਾ, ਲੋਕ ਕਹਿਣਗੇ ਪਰਜਾ ਦੇ ਵਿੱਚ ਚੰਗਾ ਜੀ ਪ੍ਰਭਾਵ ਜਾਂਦਾ, ਇਸ ਕਰਕੇ ਦੋਨਾਂ ਨੂੰ ਬੰਧਨ ਪਏ। ਉਹਨੇ ਕਹਿੰਦਾ ਆ ਜਿਹੜਾ ਤੀਸਰਾ ਆਇਆ ਇਹਨੂੰ ਵੀ ਇਹੀ ਬੰਧਨ ਪਏ, ਮਾਇਆ ਦੀ ਅੱਗੇ ਨਹੀਂ ਲੱਗੀ ਹੋਈ ਹੈ, ਇਹ ਤਾਂ ਇਹਨੂੰ ਕਢਾਉਣ ਵਾਸਤੇ ਆਇਆ। ਬ੍ਰਹਮ ਗਿਆਨ ਐ ਨਹੀਂ ਹੁੰਦਾ। ਮਹਾਂਪੁਰਖ ਕਹਿੰਦੇ ਬ੍ਰਹਮ ਗਿਆਨ ਇੰਨਾ ਸਸਤਾ ਨਹੀਂ ਵੀ ਮੈਂ ਤੈਨੂੰ ਇੱਕ ਛਣ ਦੇ ਵਿੱਚ ਇੱਥੇ ਬ੍ਰਹਮ ਗਿਆਨ ਕਰਾ ਦਾਂ, ਸੰਗਤ ਕਰਦਾ ਰਹੇਗਾ, ਮਲ ਵਿਖੇਪ ਅਵਰਨ ਦੋਸ਼ਾਂ ਦੀ ਨਿਵਰਤੀ ਹੋਏਗੀ, ਨਿਸ਼ਕਾਮ ਸੇਵਾ ਕਰ, ਫਿਰ ਉਪਾਸਨਾ ਕਰ, ਫਿਰ ਗਿਆਨ ਤੱਕ ਜਾ ਕੇ ਤਾਂ ਬ੍ਰਹਮ ਗਿਆਨ ਖੇਡ ਹੈ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਜਾਂ ਫਿਰ ਇਹ ਤੋਂ ਬਾਅਦ ਕਿਹੜੇ ਬਾਦ ਵਿਰੋਧ ਸਲਾਹਾਂ ਦੇ ਝਗੜੇ ਕਰਦੇ ਨੇ, ਤੇ ਵਾਦੇ ਕਰਕੇ ਵਾਦੇ ਆਵਣ ਜਾਣ ਬੋਲ ਦਿਓ ਜੀ, ਵਾਦੇ ਆਵਣ ਜਾਣ। ਇਹਨਾਂ ਝਗੜਿਆਂ ਕਰਕੇ ਜੰਮਣ ਤੇ ਮਰਨ ਦੇ ਚ ਪਏ ਹੋਏ ਨੇ, ਤੇ ਤੁਸੀਂ ਪਏ ਹੋਏ ਨੇ ਸਾਰੇ। ਜਿਹੜਾ ਨਵਾਂ ਇਹ ਵੀ ਇਹਦੇ ਚ ਪਿਆ, ਉਹ ਵੀ ਹੌਲਾ ਜਾ ਹੋ ਕੇ ਛਿੱਤਾ ਹੋ ਕੇ ਚਲਿਆ ਗਿਆ ਹੈ ਜੀ। ਬਿਨ ਗੁਰ ਕਰਮ ਨਾ ਛੁੱਟ ਸੀ, ਸਤਿਗੁਰਾਂ ਤੋਂ ਬਿਨਾਂ ਜਿਹੜੇ ਫੋਕਟ ਕਰਮਾਂ ਚ ਜੀਵ ਫਸਿਆ ਹੋਇਆ ਹੈ। ਬੜੇ ਬੜੇ ਵਿਦਵਾਨ ਫਸੇ ਹੋਏ ਨੇ, ਸੰਸਾਰ ਦੀਆਂ ਗੱਲਾਂ ਕੀ ਆ, ਕਰਮ ਕਾਂਡ ਚ ਫਸੇ ਦੇਖੀਦੇ ਨੇ। ਵਰਤ ਰੱਖ ਲਏ, ਧੂਣੇ ਤਾਪ ਲਏ, ਜਲ ਧਾਰੇ ਕਰ ਲਏ, ਉਪਾਸਨਾ ਘੱਟ ਕਰਦੇ, ਕਰਮ ਕਾਂਡ ਜ਼ਿਆਦਾ ਕਰਦੇ। ਨਿਤ ਕਰਮ ਹੈ, ਆ ਨਿਮਿਤ ਕਰਮ ਹੈ, ਅਪਰਾਸਤ ਕਰਮ ਹੈ ਜੀ, ਅਕਾਮਿਆ ਕਰਮ ਹੈ, ਇਹ ਕਰਾਉਂਦੇ ਨੇ। ਸਤਿਗੁਰਾਂ ਤੋਂ ਬਿਨਾਂ ਸੰਚਿਤ ਕਰਮਾਂ ਦੇ ਜਾਲ ਵਿੱਚੋਂ ਕੋਈ ਜੀਵ ਛੁੱਟ ਨਹੀਂ ਸਕਦਾ, ਭਾਵੇਂ ਜਿੰਨੇ ਮਰਜੀ ਬਹੁਤ ਸਾਰੇ ਯਤਨ ਕਰ ਲੈਣ, ਸੇਵਕਾਂ ਦੇ ਕੋਲੋਂ ਉਸਤਤੀ ਕਰਾਉਣ ਦੇ ਯਤਨ ਕਰ ਲੈਣ, ਭਾਵੇਂ ਕਹਿ ਸੁਣ ਆਖ ਵਖਾਣ, ਉਹ ਭਾਵੇਂ ਆਪਣੀ ਜ਼ਬਾਨ ਨਾਲ ਆਪਣੀ ਉਸਤਤ ਆਪ ਕਹਿ ਲੈਣ, ਭਾਵੇਂ ਉਹ ਕਹਾ ਲੈਣ ਕਿਸੇ ਦੇ ਕੋਲੋਂ, ਕਹਿ ਸੁਣ ਲੈਣ ਕੰਨਾਂ ਦੇ ਨਾਲ ਆਪਣੇ ਸੇਵਕਾਂ ਤੋਂ, ਕਹਿ ਲੈਣ ਆਪਣੀ ਜ਼ਬਾਨ ਦੇ ਨਾਲ, ਆਪਣੀ ਜ਼ਬਾਨ ਦੇ ਨਾਲ ਕਹਿ ਕੇ ਆਖ ਕੇ ਵਿਖਿਆਨ ਕਰ ਲੈਣ। ਕਹਿਣ ਕਹਾਉਣ ਦੇ ਵਿੱਚ, ਉਸਤਤ ਦੇ ਵਿੱਚ ਫਿਰ ਉਹ ਪਰਮਾਤਮਾ ਦੀ ਪ੍ਰਾਪਤੀ ਨਹੀਂ, ਇਸ ਤਰ੍ਹਾਂ ਬ੍ਰਹਮ ਗਿਆਨ ਹੁੰਦਾ। ਤੋ ਇਸ ਕਰਕੇ ਵੱਡੇ ਵੱਡੇ ਵਿਖਾਣ ਪ੍ਰਸੰਗਾਂ ਨੂੰ ਆਖਦੇ ਆ। ਮਹਾਭਾਰਤ ਵਰਗੇ ਪ੍ਰਸੰਗ ਨੇ,
ਤੇ ਬਿਨਾਂ ਗੁਰੂ ਦੀ ਕਿਰਪਾ ਤੋਂ ਬਿਨ ਗੁਰ ਕਰਮ ਨਾਲ ਛੋਟੀ ਮੁਕਤੀ ਨਹੀਂ ਹੁੰਦੀ ਹੈ। ਭਟਕਦੇ ਫਿਰਦੇ ਹੈ। ਗੁਰਸਿੱਖਾਂ ਨੇ ਕਿਹਾ ਮਹਾਰਾਜ ਫਿਰ ਮੁਕਤੀ ਕਿਵੇਂ ਹੋਏਗੀ, ਇਹ ਕਿਰਪਾ ਕਰਕੇ ਦੱਸੋ। ਸਭ ਗੁਣਵੰਤੀ ਆਖੀਐ ਹੈ ਜੀ, ਸਭ ਗੁਣਵੰਤੀ ਆਖੀਐ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹਦੇ ਵਿੱਚ ਤਾਂ ਫਿਰ ਐਉਂ ਹੋ ਸਕਦਾ ਹੈ ਸਭ ਗੁਣਵੰਤੀ ਆਖੀਆ ਹੈ, ਤੇ ਜਿਹੜੀਆਂ ਗੁਣ ਵਾਲੀਆਂ ਨੇ ਗੁਣਵੰਤੀ ਗੁਣਾਂ ਵਾਲੀਆਂ ਜਿਗਿਆਸੂ ਰੂਪ ਇਸਤਰੀਆਂ ਸੰਤ ਰੂਪ ਸਖੀਆਂ ਪਤੀ ਪਰਮਾਤਮਾ ਸਾਰੀਆਂ ਜਿਗਿਆਸੂ ਰੂਪ ਇਸਤਰੀਆਂ ਆਖੀਆਂ ਆਖਣ ਵਾਲੀਆਂ ਹੋ ਕੇ ਇਉਂ ਕਹਿਣ ਫਿਰ ਮੈਂ ਗੁਣ ਨਾਹੀ ਕੋਇ। ਹੋਣ ਤਾਂ ਗੁਣ ਉਹਨਾਂ ਦੇ ਵਿੱਚ ਸਤ ਸੰਤੋਖ ਦਇਆ ਧਰਮ, ਪਰ ਕਹਿਣ ਜਵਾਨ ਤੋਂ ਕੀ ਕਿ ਮੇਰੇ ਵਿੱਚ ਤਾਂ ਜੀ ਕੋਈ ਗੁਣ ਨਹੀਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਗੁਣ ਹੈ ਐ ਨਿਮਰਤਾ ਹੋਵੇ। ਹਰ ਵਰ ਨਾਰ ਸੁਹਾਵਣੀ। ਮਾਰੇ ਕਹਿੰਦੇ ਉਹ ਵਰਪਤੀ ਪਰਮਾਤਮਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਪਰਮੇਸ਼ਰ ਦੇ ਮਹਾਤਮਾ ਰੂਪ ਨਾਰ ਇਸਤਰੀਆਂ ਜਿਹੜੀਆਂ ਨੇ ਉਹ ਲੋਕ ਪਰਲੋਕ ਦੇ ਸੁਹਾਵਣੀ ਕਹੀਏ ਸੋਭਾ ਵਾਲੀਆਂ ਹੁੰਦੀਆਂ। ਤੇ ਇਸੇ ਤਰ੍ਹਾਂ ਅਸੀਂ ਐਉਂ ਬੇਨਤੀ ਕਰੀਏ ਜੇ ਮੈਂ ਭਾਵੈ ਪ੍ਰਭ ਸੋਏ। ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਵੀ ਇਹ ਚਾਹਤ ਹੈ ਕਿ ਮੈਨੂੰ ਵੀ ਸੋਏ ਉਹ ਪ੍ਰਭੂ ਭਾ ਜਾਵੇ, ਮੈਨੂੰ ਵੀ ਪ੍ਰਭੂ ਭਾਉਂਦਾ ਹੈ ਚੰਗਾ ਲੱਗਦਾ ਹੈ, ਪਰ ਪ੍ਰਾਪਤ ਕਿਵੇਂ ਹੋਵੇ ਤਾਂ ਫਿਰ ਦੱਸਦੇ ਹਨ ਜੇ ਨਾਨਕ ਸ਼ਬਦ ਮਿਲਾਵੜਾ। ਮਹਾਰਾਜ ਕਹਿੰਦੇ ਭਾਈ ਮਿਲਾਪ ਤਾਂ ਫਿਰ ਸ਼ਬਦ ਨੇ ਕਰਾਉਣਾ, ਉਪਦੇਸ਼ ਨੇ ਕਰਾਉਣਾ, ਸ਼ਬਦ ਦੀ ਕਮਾਈ ਨੇ ਕਰਾਉਣਾ, ਮਿਲਾਪ ਹੋ ਜਾਂਦਾ ਹੈ। ਨਾ ਵਿਛੋੜਾ ਹੋਏ। ਉਹ ਪਤੀ ਪਰਮਾਤਮਾ ਇਹੋ ਜਿਹਾ ਇੱਕ ਵਾਰੀ ਮਿਲ ਜਾਏ ਫਿਰ ਉਹ ਜੀਵ ਰੂਪ ਇਸਤਰੀ ਨੂੰ ਵਿਛੋੜਦਾ ਨਹੀਂ, ਵਿਯੋਗ ਨਹੀਂ ਹੁੰਦਾ, ਫਿਰ ਜੂਨਾਂ ਵਿੱਚ ਨਹੀਂ ਜਾਂਦੀ। ਫਿਰ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਹੁੰਦੀ ਹੈ। ਤੇ ਅਗਰ ਸੰਸਾਰ ਦੇ ਤਾਂ ਬੇਗੁਨਾਹ ਔਰਤਾਂ ਨੂੰ ਛੱਡ ਦਿੰਦੇ ਆ, ਇਹੋ ਜਿਹੇ ਪਤੀ ਵੀ ਆਪ ਗਲਤ ਕੰਮ ਕਰਦੇ ਆ ਤੇ ਚੰਗੇ ਘਰਾਣੇ ਦੀਆਂ ਬੀਬੀਆਂ ਨੂੰ ਰੋਲ ਕੇ ਰੱਖ ਦਿੰਦੇ ਆ। ਪਰਮਾਤਮਾ ਐਸਾ ਨਹੀਂ, ਅਕਾਲ ਮੂਰਤ ਵਰਪਾਇਆ ਅਬਨਾਸੀ, ਨਾ ਕਦੇ ਮਰੇ ਨਾ ਜਾਇਆ, ਨਾ ਉਹ ਮਰਦਾ ਵਿਧਵਾ ਨਹੀਂ ਹੁੰਦੀ। ਜੀਵ ਰੂਪ ਇਸਤਰੀ ਜਗਿਆਸੂ ਰੂਪ ਇਸਤਰੀ ਸੰਤ ਰੂਪ ਸੁਹਾਗਣ ਇੱਕ ਵਾਰੀ ਸੁਹਾਗਣ ਬਣ ਗਈ ਤੇ ਦੂਸਰਾ ਛੱਡ ਕੇ ਛੁੱਟਣ ਵੀ ਨਹੀਂ ਕਰਦਾ, ਛੱਡ ਕੇ ਵੀ ਨਹੀਂ ਕਦੇ ਜਾ ਸਕਦਾ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ ਜਪ ਤਪ ਸੰਜਮ ਸਾਧੀਐ। ਇਹ ਜੀ ਭਾਵੇਂ ਆਪਣੀ ਮਰਜ਼ੀ ਨਾਲ ਜਪ ਕਰ ਲਵੇ, ਤਪ ਕਰ ਲਵੇ, ਸਾਧਨਾਂ ਨੂੰ ਸਾਧੀਏ, ਸਾਧ ਲਵੇ, ਭਾਵੇਂ ਤੀਰਥ ਕੀ ਚਹਿਵਾਸ, ਤੀਰਥਾਂ ਦੇ ਉੱਤੇ ਜਾ ਕੇ ਨਿਵਾਸ ਵੀ ਭਾਵੇਂ ਕਰ ਲਵੇ, ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਰੋਜ਼ ਨਹਾਉਂਦਾ ਵੀ ਰਹੇ, ਉੱਥੇ ਨਿਵਾਸ ਹੀ ਕਰ ਲਵੇ। ਇੱਕ ਅੱਧੀ ਵਾਰ ਨਹਾਉਣਾ ਧੋਣਾ ਦਾ ਕੀ ਪਾਸੇ ਰਿਹਾ, ਰੋਜ਼ ਹੀ ਨਹਾਵੇ ਭਾਵੇਂ। ਤੇ ਇਸ ਤਰ੍ਹਾਂ ਵੀ ਉਹ ਛੁਟਕਾਰਾ ਨਹੀਂ ਹੁੰਦਾ। ਇਹਦਾ ਮਤਲਬ ਹੈ ਇਹ ਜਿਹੜਾ ਜਿਵੇਂ ਜਾਪ ਤਪ ਸੰਜਮ ਸਾਧੀ ਹੈ, ਜਾਪ ਕਿਸੇ ਦੇਵੀ ਦੇਵਤੇ ਦਾ ਮੰਦਰ ਦਾ ਉਹਦਾ ਮੰਤਰ ਦਾ ਜਾਪ ਕਰਨਾ, ਬੈਖਰੀ ਬਾਣੀ ਨਾਲ, ਮਧਮਾ ਬਾਣੀ ਨਾਲ, ਪਸੰਤੀ ਬਾਣੀ ਨਾਲ, ਪਰਾ ਬਾਣੀ ਨਾਲ ਉਚਾਰਨ ਕਰਨਾ, ਇਹ ਚਾਰ ਭੇਦ ਜਪਦੇ ਨੇ। ਸਾਧ ਲਵੇ ਭਾਵੇਂ ਸਾਧੀ ਹੈ, ਇਹਦੇ ਨਾਲ ਲਾ ਲੈਣਾ, ਜਪ ਸਾਧ ਲਿਆ। ਤੇ ਕਿਸੇ ਦੇ ਮਾਰਨ ਵਾਸਤੇ, ਕਿਸੇ ਦਾ ਨੁਕਸਾਨ ਕਰਨ ਵਾਸਤੇ ਜਾਪ ਕਰਨਾ, ਸਾਧਨਾ ਕੀਤੀ ਹੋਈ ਹੈ, ਇਹ ਤਾਮਸੀ ਜਾਪ ਹੈ। ਇੰਦਰੀਆਂ ਨੂੰ ਰੋਕਣ ਵਾਸਤੇ ਜਾਪ ਕਰਨਾ, ਨੇਤਰ ਬੰਦ ਕਰਨੇ, ਕੰਨਾਂ 'ਚ ਆਵਾਜ਼ ਸ਼ੋਰ ਸ਼ਰਾਬਾ ਨਾ ਸੁਣਨਾ, ਇਕਾਂਤ ਵਿੱਚ ਜਾਪ ਕਰਨਾ, ਇਹ ਰਾਜਸੀ ਤਪ ਹੈ। ਜੋ ਮਨ ਨੂੰ ਇਕਾਗਰ ਕਰਕੇ ਜਾਪ ਕਰਨਾ, ਇਹਦੀ ਸਾਧੀ ਹੈ, ਸਾਧਨਾ ਕਰੀ, ਤਾਮਸੀ ਤਪ ਹੈ, ਸ਼ਾਂਤ ਕੀ ਤਪ ਹੈ, ਜੋ ਚਿੱਤ ਨੂੰ ਸ਼ਾਂਤ ਕਰਨ ਵਾਲਾ ਹੈ। ਤੇ ਜਿਹੜਾ ਤਪ ਹੈ, ਹੁਣ ਅੱਗੇ ਆ ਗਿਆ ਤਪ ਸ਼ਬਦ। ਤਪ ਹੈ ਜਿਹੜਾ ਰਾਜਸੀ ਤਾਮਸੀ ਸ਼ਾਂਤ ਕੀ, ਵੀ ਤਿੰਨ ਪ੍ਰਕਾਰ ਦਾ ਹੈ। ਗ੍ਰੀਖਮ ਰੁੱਤ ਵਿੱਚ, ਗਰਮੀ ਦੀ ਰੁੱਤ ਵਿੱਚ ਧੂਣੀਆਂ ਤਾਪਣੀਆਂ, ਸਰਦੀ ਵਿੱਚ ਜਲ ਧਾਰੇ ਕਰਨੇ, ਬਰਖਾ ਸਰੀਰ ਤੇ ਸਹਿਣੀ, ਵਰਤ ਰੱਖਣੇ, ਭੁੱਖੇ ਰਹਿਣਾ, ਸਰੀਰ ਨੂੰ ਕਸ਼ਟ ਦੇਣੇ, ਇਹ ਤਾਮਸੀ ਤਪ ਹੈ। ਇੰਦਰੀਆਂ ਦਾ ਦਮਨ ਕਰਨਾ ਰਾਜਸੀ ਤਪ ਹੈ। ਚਿੱਤ ਨੂੰ ਇਕਾਗਰ ਕਰਕੇ ਕਥਾ ਕਰਨੀ ਜਾਂ ਸੁਣਨੀ, ਕੀਰਤਨ ਸੁਣਨਾ ਜਾਂ ਕਰਨਾ, ਇਹ ਸ਼ਾਂਤ ਕੀ ਤਪ ਹੈ। ਇਸ ਵੇਲੇ ਤਪੱਸਿਆ ਇਹ ਜਿਹੜੀ ਇਸ ਵੇਲੇ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ, ਇਹ ਸ਼ਾਂਤ ਕੀ ਤਪ ਹੈ। ਸੰਜਮ ਇੰਦਰੀਆਂ ਦਾ ਦਮਨ ਕਰਨਾ, ਸੰਗ ਭਲੀ ਪ੍ਰਕਾਰ ਯਮ ਨੇਮ ਆਦਿ ਨੂੰ ਗ੍ਰਹਿਣ ਕਰਨਾ, ਸੰਜਮੀ ਹੋਣਾ, ਬੋਲਣ ਵੇਲੇ ਮੌਨ ਧਾਰਨ ਕਰ ਲੈਣਾ, ਹਰੇਕ ਸਾਧਨ ਸੰਜਮ ਦੇ ਸਹਿਤ ਕਰਨਾ, ਇਹ ਪ੍ਰਕਾਰ ਦੇ ਤਾਮਸੀ ਬਿਰਤੀ ਦੁਆਰਾ ਤਪ ਜਪ ਇਹ ਸੰਜਮ ਆਦਿ ਸਾਧਨਾਂ ਨੂੰ ਸਾਧ ਲਈਏ। ਘਰ-ਬਾਰ ਛੱਡ ਕੇ ਤੀਰਥਾਂ ਦੇ ਉੱਤੇ ਵੀ ਭਾਵੇਂ ਨਿਵਾਸ ਕਰ ਲਈਏ, ਉੱਥੇ ਟਿਕ ਵੀ ਜਾਈਏ, ਪਰ ਫਿਰ ਵੀ ਜਿੱਥੇ ਕਿਸੇ ਮਹਾਤਮਾ ਨੇ ਦੇਵਤੇ ਦਾ ਤਪ ਕੀਤਾ ਹੈ ਉਹਨੂੰ ਪਵਿੱਤਰ, ਜਾਂ ਕਿਸੇ ਮਹਾਤਮਾ ਨੇ ਤਪ ਕਰਿਆ ਕਿਸੇ ਦੇਵਤੇ ਨੇ, ਉਹਨੂੰ ਕਹਿੰਦੇ ਤੀਰਥ।
ਉੱਥੇ ਵੀ ਭਾਵੇਂ ਤਪ ਕਰ ਲਵੇ ਫੇਰ ਵੀ ਤੀਰਥ ਕੀਚੈ ਵਾਸ ਤੇ ਪੜਤਾ ਸੀ ਤੀਰਥ ਕੀਚੈ ਵਾਸ ਤੀਰਥਾਂ ਦੇ ਉੱਤੇ ਨਿਵਾਸ ਕਰ ਲਈਏ ਭਾਵੇਂ ਜਿਹੜੀ ਪਵਿੱਤਰ ਜਗ੍ਹਾ ਮੰਨੀ ਹੈ ਤੀਰਥਾਂ ਦੇ ਪੁੰਨ ਦਾਨ ਚੰਗਿਆਈਆ ਪੁੰਨ ਕਿਸੇ ਪੁਰਬ ਦੇ ਸਮੇਂ ਮੁੱਖ ਰੱਖ ਕੇ ਦਾਨ ਕਰਨਾ ਜਿਵੇਂ ਸੂਰਜ ਗ੍ਰਹਿਣ ਦੇ ਵੇਲੇ ਸਾਡੇ ਹਿੰਦੂ ਭਰਾ ਕਰਦੇ ਆ ਬ੍ਰਾਹਮਣ ਆਦਿਕ ਦਾਨ ਕਰਦੇ ਆ ਦਾਨ ਲੈਂਦੇ ਆ ਦਿੰਦੇ ਆ ਤੇ ਪੁੰਨ ਦਾਨ ਹਮੇਸ਼ਾ ਸੁਤੇ ਸੇ ਜਿਹੜਾ ਦਾਨ ਕਰਨਾ ਹੈ ਚੰਗਿਆਈਆਂ ਹੁੰਦੀਆਂ ਨੇ ਚੰਗੇ ਕਰਮ ਕਰਨੇ ਭਲਾਈਆਂ ਕਰਨੀਆਂ ਇਹ ਭਲਾਈ ਕਰਮ ਕਰਨੇ ਇਸ ਤਰ੍ਹਾਂ ਦੇ ਭਾਵੇਂ ਕਰਮ ਕਰ ਲਵੇ ਬਿਨ ਸਾਚੇ ਕਿਆ ਤਾਸ ਸੱਚੇ ਪ੍ਰਮਾਤਮਾ ਦੇ ਨਾਮ ਜਪਣ ਤੋਂ ਬਿਨਾ ਤਾਸ ਤਿਸ ਪੁਰਸ਼ ਨੂੰ ਕੀ ਪ੍ਰਾਪਤ ਹੋ ਸਕਦਾ ਹੈ ਭਾਵ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਕਿਉਂਕਿ ਸਕਾਮ ਕਰਮ ਕਰਕੇ ਆਵਾਗਮਨ ਬਣਿਆ ਰਹਿੰਦਾ ਪੁੰਨ ਕਰਕੇ ਸਵਰਗ ਦੀ ਪ੍ਰਾਪਤੀ ਹੋ ਜਾਊਗੀ ਤੇ ਪੁੰਨ ਨਾਸ ਹੋ ਗਏ ਥੱਲੇ ਸਟਿਆ ਜਾਊ ਜਿਵੇਂ ਪਹਾੜਾਂ ਤੋਂ ਸਟੇ ਕਿਸੇ ਨੂੰ ਧੱਕਾ ਦੇ ਕੇ ਸਿੱਟ ਦਈਏ ਜਾਂ ਖੂਹ 'ਚ ਰੋੜ ਛੱਡੀਏ ਜਿਵੇਂ ਐ ਉੱਥੇ ਸਰਗ ਤੋਂ ਡਿੱਗ ਜਾਂਦਾ ਹੈ ਇੰਦਰ ਲੋਕ ਸ਼ਿਵ ਲੋਕ ਹੈ ਜਾਇਬੋ ਓਛੇ ਤਪ ਕਰ ਵਾਹੋਰ ਆਇਬੋ ਫਿਰ ਆਉਣਾ ਪੈਂਦਾ ਹੈ ਇਹ ਮੁੜ ਕੇ ਸੰਸਾਰ ਵਿੱਚ ਹੋ ਜਾਂਦਾ ਹੈ ਸੱਚੇ ਨਾਮ ਤੋਂ ਬਿਨਾਂ ਤਾਸ ਦੂਸਰੇ ਅਰਥ ਵਿੱਚ ਤਾਸ ਇੱਥੇ ਤ੍ਰਿਸ਼ਨਾ ਸਮਝਣੀ ਤ੍ਰਿਸ਼ਨਾ ਵਿੱਚ ਲੱਗੇ ਨੂੰ ਪ੍ਰਾਪਤੀ ਉਹ ਤ੍ਰਿਸ਼ਨਾ ਦੇ ਵਿੱਚ ਲੱਗਿਆ ਹੋਇਆ ਉਹਨੂੰ ਕੀ ਪ੍ਰਾਪਤੀ ਹੋਣੀ ਹੈ ਫਿਰ ਬਿਨਾਂ ਸੱਚੇ ਸਤਿਗੁਰਾਂ ਤੋਂ ਤਿਸ ਨੂੰ ਕੀ ਪ੍ਰਾਪਤ ਹੋਏਗਾ ਭਾਵ ਕੀ ਹੈ ਵੀ ਸਤਿਗੁਰਾਂ ਤੋਂ ਬਿਨਾਂ ਅਨੇਕਾਂ ਕਰਮ ਕਰਨ ਵਾਲੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਹੈ ਜਿਹਾ ਰਾਧੇ ਤਿਹਾ ਲੁਣੈ ਰਾਧੇ ਨਾਮੇ ਬੀਜਣ ਦਾ ਜਿਹਾ ਜਿਹਾ ਬੀਜ ਬੀਜੇਗਾ ਤਿਹਾ ਲੁਣੈ ਉਹੀ ਵੱਢੇਗਾ ਜਿਹੇ ਦਾ ਬੀਜ ਬੀਜੇਗਾ ਜਿਹੇ ਜੇ ਕਰਮ ਕਰੇਗਾ ਉਹੇ ਦੇ ਤੈਨੂੰ ਪ੍ਰਾਪਤ ਹੋਣਗੇ ਬਿਨ ਗੁਣ ਜਨਮ ਵਿਨਾਸ਼ ਬਿਨਾਂ ਸ਼ੁਭ ਗੁਣਾਂ ਤੋਂ ਮਨੁੱਖਾ ਜਨਮ ਤੇਰਾ ਬੇਅੰਤ ਬੇਅਰਥ ਹੀ ਜਾ ਰਿਹਾ ਵਿਨਾਸ਼ ਹੋ ਰਿਹਾ ਹੈ ਜਿਹੜੇ ਸ਼ੁਭ ਕਰਮ ਇਹਨਾਂ ਤੋਂ ਬਿਨਾਂ ਵਿਅਰਥ ਜਾ ਰਿਹਾ ਤੇਰਾ ਇਹ ਕੌਡੀ ਬਦਲੇ ਰਾਜ ਜਿਵੇਂ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਮੁੰਦੇ ਗੁਣਦਾਸੀ ਸੁਖ ਹੋਏ ਮੁੰਦੇ ਮੁਗਧ ਅਗਿਆਤ ਜੋਬਨ ਵਾਲੀ ਇਸਤਰੀ ਜਿਵੇਂ ਪਿੱਛੇ ਜੋਬਨ ਆਇਆ ਵੀ ਜੋਬਨ ਅਵਸਥਾ ਹੈ ਸ਼ੌਕ ਅਵਸਥਾ ਰੂਪੀ ਜੋਬਨ ਹੈ ਪਰ ਬੇਗਿਆਤ ਇਹਨੂੰ ਗਿਆਤ ਤਾਂ ਹੈ ਨਹੀਂ ਤੇ ਇਸ ਕਰਕੇ ਗਿਆਤ ਤੋਂ ਰਹਿਤ ਜਿਵੇਂ ਇਸਤਰੀ ਹੋਵੇ ਜਿਗਿਆਸੂ ਰੂਪ ਮੁੰਦੇ ਇਸਤਰੀ ਹੈ ਤੈਨੂੰ ਸ਼ੌਕ ਰੂਪ ਜੋਬਨ ਅਵਸਥਾ ਹੈ ਪ੍ਰਾਪਤ ਹੈ ਪਰ ਤੈਨੂੰ ਸਮਝ ਨਹੀਂ ਹੈ ਇਸ ਕਰਕੇ ਇਸ ਅਵਸਥਾ ਦੁਆਰਾ ਪਤੀ ਪਰਮੇਸ਼ਰ ਕਿਵੇਂ ਮਿਲਾਪ ਹੋਏਗਾ ਫਿਰ ਪੜ੍ਹਦੇ ਜੀ ਮੁੰਦੇ ਗੁਣਦਾਸੀ ਸੁਖ ਹੋਏ ਸੁਖ ਕਿਵੇਂ ਮਿਲੇਗਾ ਤੇ ਸੁਖ ਗੁਣਦਾਸੀ ਸੁਖ ਮੁੰਦੇ ਗੁਣਦਾਸੀ ਸੁਖ ਹੋਏ ਪਰਮੇਸ਼ਰ ਦੇ ਸਖਿਆਤਾਕਾਰ ਸਰੂਪ ਦੀ ਪ੍ਰਾਪਤੀ ਦਾ ਆਨੰਦ ਕਿਵੇਂ ਮਿਲੇਗਾ ਦਾਸਾ ਭਾਵ ਧਾਰਨ ਕਰਕੇ ਹੋਏਗਾ ਤੇ ਜਿਵੇਂ ਪਟਰਾਣੀ ਬਣ ਕੇ ਵੀ ਜਿਹੜੀ ਆਪਣੇ ਪਤੀ ਦੀ ਸੇਵਾ ਕਰਦੀ ਰਹਿੰਦੀ ਹੈ ਉਹ ਸਦਾ ਹੀ ਸੁਖ ਪ੍ਰਾਪਤ ਕਰ ਲੈਂਦੀ ਹੈ ਬ੍ਰਹਮ ਗਿਆਨ ਹੋਣ ਤੋਂ ਬਾਅਦ ਵੀ ਜਿਹੜੇ ਦਾਸਾ ਭਾਵ 'ਚ ਰਹਿੰਦੇ ਹੈ ਇਹ ਉਹਨਾਂ ਨੂੰ ਅੰਤਰੀਵ ਭਾਵ 'ਚ ਉਪਦੇਸ਼ ਹੈ ਜਿਗਾ ਸਰੂਪ ਮੁੰਦੇ ਇਸਤਰੀਏ ਦਾਸੀ ਵਰਗੇ ਗੁਣਾਂ ਵਾਲੀ ਹੋ ਜਾ ਦਾਸੀ ਦਾ ਸੁਭਾਵ ਕੀ ਹੁੰਦਾ ਟਹਿਲ ਕਰਨੀ ਹੈ ਤੇ ਜੋ ਵੀ ਹੁਕਮ ਹੋ ਗਿਆ ਹੁਕਮ ਮੰਨਣਾ ਹੈ ਦਾਸੀ ਸੁਭਾਵ ਧਾਰਨ ਹੰਕਾਰ ਤੋਂ ਰਹਿਤ ਹੋਣਾ ਸੇਵਾ ਕਰਨੀ ਭਗਤੀ ਕਰਨੀ ਉਹਦੇ ਜੁੜਨਾ ਤੇ ਪਟਰਾਣੀ ਬਣ ਕੇ ਵੀ ਜਿਵੇਂ ਉਹ ਸੇਵਾ ਕਰਦੀ ਹੈ ਬ੍ਰਹਮ ਗਿਆਨ ਹੋ ਕੇ ਵੀ ਤਤ ਵੇਤੇ ਹੋ ਕੇ ਵੀ ਦਾਸਾ ਭਾਵ 'ਚ ਰਹਿਣਾ ਫਿਰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਉਹਨਾਂ ਨੂੰ ਇਹ ਹੁੰਦਾ ਹੈ ਤੇ ਗਿਆਨ ਦਾ ਹੰਕਾਰ ਨਹੀਂ ਉਹ ਕਰਦੇ ਉਹਨਾਂ ਨੂੰ ਫਿਰ ਸੁਖ ਪ੍ਰਾਪਤ ਹਮੇਸ਼ਾ ਬਣਿਆ ਰਹਿੰਦਾ ਹੈ ਅਵਗਣ ਤਿਆਗ ਸਮਾਈਐ ਇਹ ਜਿਗਿਆਸੂ ਰੂਪ ਇਸਤਰੀ ਸਤਿਗੁਰਾਂ ਦੀ ਮੱਤ ਧਾਰਨ ਕਰਕੇ ਅਵਗੁਣ ਔਗਣ ਤਿਆਗ ਦੇ ਉਹਦੇ 'ਚ ਤਾਂ ਸਮਾਵੇਂਗੇ ਗੁਰਮਤਿ ਪੂਰਾ ਸੋਏ ਤੇ ਭਾਈ ਜਿਗਿਆਸੂ ਰੂਪ ਦੀ ਸਤਿਗੁਰੂ ਦੀ ਜਿਹੜੀ ਮੱਤ ਹੈ ਨਾ ਗੁਰ ਜਮਾ ਮੱਤ ਗੁਰਮਤ ਅੱਖਰ ਤੋੜ ਕੇ ਗੁਰ ਤੇ ਮੱਤ ਨੂੰ ਅਲੱਗ ਕਰਕੇ ਗੁਰੂ ਦੀ ਜਿਹੜੀ ਮੱਤ ਸਿੱਖਿਆ ਦਾ ਨਾਮ ਹੈ ਉਹਦੇ ਅਨੁਸਾਰ ਆਪਣਾ ਜਿਹੜਾ ਜੀਵਨ ਜਿਹੜਾ ਢਾਲ ਲੈਂਦੀ ਹੈ ਜਿਗਿਆਸੂ ਰੂਪ ਇਸਤਰੀ ਸੋਏ ਉਹ ਫਿਰ ਔਗੁਣਾਂ ਨੂੰ ਤਿਆਗ ਦਿੰਦੀ ਹੈ ਸੋਏ ਤੋਂ ਬਾਅਦ ਅਗੁਣਾ ਤੇ ਇਹ ਅਨਮੇ ਰੀਤ ਅਨੁਸਾਰ ਹੈ ਅਰਥ ਔਗੁਣਾਂ ਨੂੰ ਤਿਆਗ ਕੇ ਪੂਰੇ ਪਰਮੇਸ਼ਰ ਦੇ ਵਿੱਚ ਮਿਲਾਪ ਪਾਉਂਦੀ ਹੈ ਸਮਾਈ ਹੈ ਉਹਦੇ ਅਭੇਦ ਹੋ ਜਾਂਦੀ ਹੈ ਉਹ ਪਰਮੇਸ਼ਰ ਦੇ ਪੂਰਨ ਗਿਆਨ ਨੂੰ ਤਤਪਦ ਦੇ ਲੱਖ ਅਰਥ ਨੂੰ ਪ੍ਰਾਪਤ ਕਰ ਲੈਂਦੀ ਹੈ ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ ਜੀ ਵਿਣ ਰਾਸੀ ਵਾਪਾਰੀਆ ਤੇ ਹੁਣ ਪ੍ਰਮਾਣ ਦਿੰਦੇ ਆ ਕਿ ਬਿਨਾਂ ਰਾਸ ਪੂੰਜੀ ਤੋਂ ਧਨ ਕੋਲ ਹੈ ਨਹੀਂ ਚੱਲਿਆ ਵਪਾਰ ਕਰਨ ਕੋਈ ਉਹਨੂੰ ਮੂਰਖ ਨਹੀਂ ਕਹਾਂਗੇ ਤਾਂ ਕੀ ਹੈ ਰਾਸ ਤਾਂ ਹੈ ਨਹੀਂ ਚੱਲਿਆ ਘੋੜੇ ਖਰੀਦਣ ਮੱਝਾਂ ਖਰੀਦਣ ਗਾਵਾਂ ਖਰੀਦਣ ਤੇ ਕੋਲ ਧਨ ਹੈ ਨਹੀਂ ਰਾਸੀ ਧਨ ਦੇ ਤੱਕੇ ਕੁੰਡਾਂ ਚਾਰ ਉਹ ਚਾਰੇ ਕੁੰਡਾਂ ਨੂੰ ਤੱਕਦਾ ਰਹੂਗਾ ਫਿਰ
ਦੇਖਦਾ ਰਹੂਗਾ ਵੀ ਕੀ ਕਰਾਂ, ਸੌਦਾ ਤਾਂ ਕੋਈ ਖਰੀਦ ਜਿਹੜਾ ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਦਮ ਕੇ ਦਮੜਿਆਂ ਤੋਂ ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨਾਂ ਦਮਾਂ ਤੋਂ ਸੌਦਾ ਤਾਂ ਹੱਟੀ ਭਾਵੇਂ ਸਾਰੀ ਭਰੀ ਹੋਵੇ, ਜੋ ਪੈਸੇ ਨਹੀਂ ਕੋਲ, ਆ ਬਾਜ਼ਾਰ ਭਰੇ ਪਏ ਨੇ, ਜੋ ਪੈਸੇ ਨਹੀਂ ਉੱਥੇ ਕੀ ਖਰੀਦ ਲਵਾਂਗੇ। ਤੋ ਇਸ ਕਰਕੇ ਫਿਰ ਕਹਿੰਦੇ ਬਿਨ ਰਾਸੀ ਵਪਾਰੀਆ, ਇਹਦਾ ਪਾਠ ਭੇਜਦਾ ਭਾਈ, ਇਹਨੂੰ ਪੋਲਾ ਪਾਠ ਨਾ ਬਣ ਜੇ, ਤਕੇ ਨਾ ਬਣ ਜੇ, ਅਧਿਕ ਸਹਿਤ ਤੱਕੇ, ਤੱਕਣਾ, ਦੇਖਣਾ, ਇਹਨੂੰ ਆਪਾਂ ਤੱਕਣਾ ਹੀ ਕਹਿੰਦੇ, ਇਹ ਤਾਂ ਨਹੀਂ ਕਹਿੰਦੇ ਫਲਾਣਾ ਤੱਕ ਰਿਹਾ। ਤੋ ਇਸ ਕਰਕੇ ਜਿਹੜੇ ਜੀਵ ਰੂਪ ਦੇ ਕੋਲ ਭਾਈ ਪੂੰਜੀ ਕਿਹੜੀ ਹੈ, ਸ਼ੁਭ ਗੁਣਾਂ ਦੀ, ਤੇ ਸ਼ੁਭ ਗੁਣਾਂ ਦੀ ਪੂੰਜੀ ਜਿਹੜੀ ਹੈ ਜੀਵ ਰੂਪ ਵਪਾਰੀ ਕੋਲ ਸ਼ਰਧਾ ਰੂਪੀ ਪੂੰਜੀ, ਜੇ ਸ਼ਰਧਾ ਰੂਪੀ ਰਾਸ ਪੂੰਜੀ ਨਹੀਂ ਹੈ, ਇਹੀ ਧਨ ਹੈ ਸ਼ਰਧਾ। ਉਹ ਭਾਵੇਂ ਉੱਤਰ ਦੱਖਣ ਪੂਰਬ ਪੱਛਮ ਚਾਰੇ ਦਿਸ਼ਾਵਾਂ 'ਚ ਫਿਰ ਲਵੇ ਤੇ ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ। ਜਿਹਦੇ ਕੋਲ ਸ਼ਰਧਾ ਰੂਪੀ ਪੂੰਜੀ ਹੈਗੀ ਹੈ, ਉਹ ਤਾਂ ਭਾਈ ਗੁਰਮੁਖ ਭਾਵੇਂ ਆਪਣੇ ਘਰ ਹੀ ਰਹਿੰਦਾ ਹੋਵੇ, ਮਾਤਾ ਪਿਤਾ ਦੀ ਸੇਵਾ ਕਰਦਾ ਹੋਵੇ, ਵੀ ਬ੍ਰਹਮ ਗਿਆਨੀ ਬਣੇ ਨੇ, ਬਾਹਰ ਜਾਣ ਦੀ ਲੋੜ ਨਹੀਂ। ਸ਼ਰਧਾ ਤੋਂ ਬਿਨਾਂ ਚਾਰੇ ਕੁੰਡਾਂ ਚਾਰੇ ਖਾਣੀਆਂ ਦੇ ਜੂਨਾਂ 'ਚ ਭਰਮ ਲਵੇ, ਅੰਡਜ ਜੇਰਜ ਸੇਤਜ ਉਤਪਜ, ਚਾਰੇ ਕੁੰਡਾਂ ਦੀ ਨਿਆਈ ਚਾਰੇ ਜੁਗਾਂ 'ਚ ਵਿਚਰ ਲਵੇ, ਤੇ ਭਾਵੇਂ ਚਾਰੇ ਕੁੰਡਾਂ ਨੇ ਨਹੀਂ, ਚਾਰੇ ਅੰਤਸ਼ਕਰਨ, ਚਾਰੇ ਬਿਰਤੀਆਂ ਨੇ, ਤੇ ਇਹਨਾਂ ਦੇ ਵਿੱਚ ਵੀ ਭਾਵੇਂ ਅੰਤਰਮੁਖ ਬਿਰਤੀ ਹੋਣ ਰੂਪੇ ਵਿਚਰ ਆਵੇ, ਖੱਤਰੀ ਬ੍ਰਾਹਮਣ ਸ਼ੂਦ ਬੈਸ ਬ੍ਰਹਮਚਾਰੀ ਗ੍ਰਸਤੀ ਬਾਨ ਪ੍ਰਸਤੀ ਸੰਨਿਆਸੀ, ਸਾਰੀ ਜਗ੍ਹਾ ਚਾਰੇ ਕੁੰਡਾਂ ਇਹਨਾਂ 'ਚ ਵੀ ਭੰਮ ਲਵੇ, ਪਰ ਸ਼ਰਧਾ ਰੂਪੀ ਪੂੰਜੀ ਤੋਂ ਬਿਨਾਂ ਕਿਤੇ ਵੀ ਨਾਮ ਤੇ ਗਿਆਨ ਦੀ ਦਾਤ ਪ੍ਰਾਪਤ ਨਹੀਂ ਹੋਏਗੀ, ਕਿਉਂਕਿ ਪੂੰਜੀ ਨਹੀਂ ਹੈ। ਮੂਲ ਨਾ ਬੁੱਝੈ ਆਪਣਾ, ਇਹ ਜੀਵ ਆਪਣੇ ਸਰੀਰ ਦਾ ਮੂਲ ਮੁੱਢ ਕਾਰਨ ਕੀ ਆ ਉਹ ਨਹੀਂ ਸਮਝਦਾ, ਕਿ ਇਹ ਸੁੰਦਰ ਸਰੀਰ ਜਿਹੜਾ ਸ਼ੀਸ਼ਿਆਂ ਮੂਹਰੇ ਖੜ ਕੇ ਦੇਖਦਾ ਹੈ, ਸੈਂਟ ਲਾ ਕੇ ਕਹਿੰਦਾ ਖੁਸ਼ਬੂਆਂ ਆਵੇ, ਤੇ ਤੈਨੂੰ ਇਹ ਪਤਾ ਵੀ ਬਣਿਆ ਕਾਹਦਾ ਇਹ, ਕਦੇ ਥੋੜਾ ਜਿਹਾ ਵੀ ਵਿਚਾਰ, ਇਹਨੂੰ ਥੋੜਾ ਜਿਹਾ ਵੀ ਵਿਚਾਰ ਕੇ ਦੇਖੇਗਾ ਤਾਂ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਨ, ਜਾਂ ਫਿਰ ਬਿਸਤਾ ਅਸਤ ਰਕਤ ਪਰੇਟੇ ਚਾਮ ਇਸ ਉਪਰਲੇ ਰਾਖਿਓ ਗੁਮਾ। ਇਹਦੇ ਅੰਦਰ ਗੰਦਗੀ ਆ, ਕੋਈ ਸਰੀਰ ਇਹੋ ਜਿਹਾ ਨਹੀਂ ਜਿਹਦੇ ਅੰਦਰ ਬਿਸਤਾ ਨਾ ਹੋਵੇ ਤੇ ਮੂਤਰ ਨਾ ਹੋਵੇ, ਨਜ਼ਲਾ ਨਾ ਹੋਵੇ, ਕੰਨਾਂ 'ਚ ਮੈਲ ਨਾ ਹੋਵੇ, ਜੀ ਮੂੰਹ 'ਚ ਥੁੱਕ ਨਾ ਹੋਵੇ, ਭਰਿਆ ਪਿਆ ਗੰਦਗੀ ਦਾ। ਬਿਸਤਾ ਇਹਦੇ ਅੰਦਰ ਹੈ, ਫਿਰ ਇਹਦੇ 'ਚ ਹੱਡੀਆਂ ਨੇ, ਰਕਤ ਇਹਦੇ 'ਚ ਭਾਈ, ਫਿਰ ਖੂਨ ਵੀ ਹੈ, ਉੱਪਰ ਚੰਮ ਐ ਲਪੇਟਿਆ ਹੋਇਆ ਹੈ, ਜਿਵੇਂ ਕੰਧਾਂ ਨੂੰ ਨਾ ਸੀਮਿੰਟ ਦੇ ਨਾਲ ਲਿਪ ਦੇਈਦਾ, ਉਹ ਫਿਰ ਤਰੇੜਾਂ ਨਹੀਂ ਦਿਖਦੀਆਂ, ਹੱਡ ਦਿਖਦੇ ਨਹੀਂ, ਇਹਦੇ ਨਾਲ ਲਿਪਰਿਆ ਹੋਇਆ। ਕਹਿੰਦੇ ਫਿਰ ਇਉਂ ਦੱਸ, ਇਸ ਉੱਪਰਲੇ ਰਾਖਿਓ ਗੁਮਾਨ, ਹੰਕਾਰ ਇਹਦੇ ਹੀ ਕਰਦੇ ਤੂੰ। ਲੜਾਈ ਝਗੜੇ ਕਾਹਤੇ ਹੁੰਦੇ ਨੇ, ਹੰਕਾਰ ਕਾਹਤੇ ਹੁੰਦਾ ਹੈ, ਇਹ ਤਾਂ ਨੇੜੇ ਨੂੰ ਨਹੀਂ ਜਾਂਦਾ, ਨਾਲੇ ਉਹਨਾਂ ਨੇ ਗਿਆਨ ਕੀ ਕਰਨਾ ਹੈ, ਉਹਨਾਂ ਦੇ ਤਾਂ ਕੰਮ ਦਾ ਹੀ ਨਹੀਂ ਜਿਹਨਾਂ ਨੇ ਇਹ ਝਗੜੇ ਕਰਨੇ ਨੇ, ਉਹਨਾਂ ਤਾਂ ਵੇ ਉਹ ਲੜਾ ਵੀ ਜਿਹਨੂੰ ਚਾਹੀਦਾ ਉਹ ਲੈ ਲਓ, ਸਾਨੂੰ ਤਾਂ ਚਾਹੀਦਾ ਨਹੀਂ ਹੈ। ਇਸ ਰਹੀ ਫਿਰ ਮੂਲ ਨਾ ਬੂਝੇ ਆਪਣਾ, ਤੇ ਉਹ ਆਪਣੇ ਮੂਲ ਨੂੰ ਨਹੀਂ ਜੰਮਦੇ। ਵਸਤ ਰਹੇ ਘਰ ਵਾਰ, ਤੇ ਫਿਰ ਵਸਤੂ ਤਾਂ ਜਿਹੜੀ ਹੈ ਉਹ ਆਤਮਿਕ ਰੂਪ ਵਸਤੂ ਘਰ ਦੇ ਵਿੱਚ ਹੀ ਹੈ, ਬ੍ਰਹਮ ਤੇਰੇ ਘਰ ਦੇ ਵਿੱਚ ਹੀ ਹੈ, ਪਰ ਜਿਹੜਾ ਤੂੰ ਇਹ ਉਹਦੇ ਮੂਲ, ਇਹਦਾ ਇਹ ਵੀ ਅਰਥ ਹੈ ਵੀ ਉਹ ਜਿਹੜਾ ਮੂਲ ਨਾ ਬੂਝੇ ਆਪਣਾ, ਆਪਣੇ ਮੂਲ ਨੂੰ ਬੁਝਿਆ। ਇੱਥੇ ਹੁਣ ਦੂਸਰਾ ਅਰਥ ਹੈ, ਮੂਲ ਕੌਣ ਹੈ, ਬ੍ਰਹਮ, ਉਹਨੂੰ ਜੀਵ ਨੇ ਆਪਣਾ ਸਰੂਪ ਕਰਕੇ ਸਮਝਿਆ ਨਹੀਂ। ਆਤਮਾ ਰੂਪ ਜਿਹੜੀ ਵਸਤੂ ਹੈ ਤੇ ਉਹ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਹੀ ਰਹੀ ਹੈ, ਉਹਦੀ ਪ੍ਰਾਪਤੀ ਨਹੀਂ ਕਰ ਸਕਿਆ, ਬਾਹਰ ਭਟਕਦਾ ਫਿਰਦਾ। ਇਹ ਜੀਵ ਬਾਹਰ ਵਸ ਰਹੀ ਘਰ ਬਾਹਰ ਇੰਦਰੀਆਂ ਵਿੱਚ ਹੀ ਫਸਿਆ ਰਿਹਾ, ਮੁਖ ਨਾਲ ਬੋਲਦਾ, ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਇਹ ਪਰ ਉਹ ਵਸਤੂ ਚੇਤਨ ਬ੍ਰਹਮ ਹੈ, ਉਹਨਾਂ ਕਰਕੇ ਹੀ ਦੇਖ ਰਿਹਾ ਤੂੰ। ਉਹ ਇਹਨਾਂ ਦੇ ਘਰ ਦੇ ਵਿੱਚ ਹੀ, ਇੰਦਰੀਆਂ ਦੇ ਵਿੱਚ ਹੀ ਹੈ, ਅੰਤਸ਼ਕਰਨ ਦੇ ਵਿੱਚ ਹੈ। ਉਹ ਵਸਤੂ ਸਾਧ ਸੰਗਤ ਰੂਪੀ ਘਰ ਦੇ ਵਿੱਚ ਹੀ ਹੈ, ਪਰ ਉੱਥੇ ਹੀ ਰਹਿ ਗਈ, ਤੈਂ ਤਾਂ ਨਹੀਂ ਪ੍ਰਾਪਤ ਕੀਤੀ। ਜੀ ਬਾਹਰ ਜੰਗਲਾਂ ਉਜਾੜਾਂ ਵਿੱਚ ਸੰਸਾਰ ਵਿੱਚ ਤੁਰਿਆ ਫਿਰਦਾ ਪ੍ਰਾਪਤੀ ਕਰਨ ਵਾਸਤੇ। ਘਰ ਸਰੀਰ ਦੇ ਵਿੱਚ, ਅੰਤਸ਼ਕਰਨ ਦੇ ਵਿੱਚ, ਬਾਹਰ ਇੰਦਰੀਆਂ ਦੇ ਵਿੱਚ ਚੇਤਨ ਸੱਤਾ ਰੂਪ ਵਸਤੂ ਹੈ, ਉਹ ਇਹ ਜੀਵ ਰੂਪੀ ਇਸਤਰੀ ਨੇ ਪ੍ਰਾਪਤ ਨਹੀਂ ਕੀਤੀ। ਬਾਹਰ ਗਿਆਨ ਦੀ ਪ੍ਰਾਪਤੀ ਤੋਂ ਬਿਨਾਂ ਘਰ ਸਰੂਪ ਰੂਪ ਵਸਤੂ ਪ੍ਰਾਪਤ ਨਹੀਂ ਹੋ ਰਹੀ ਹੈ। ਵਿਣ ਵੱਖਰ ਦੁੱਖ ਅਗਲਾ, ਨਾਮ ਰੂਪ ਜਿਹੜਾ ਇਹ ਵੱਖਰ ਜਿਹੜਾ ਸੌਦਾ ਤੇਰੇ ਕੋਲ ਹੈ ਨਹੀਂ, ਤਾਂ ਅਗਲਾ ਕੀ ਇਹ ਬਹੁਤਾ ਜਿਹੜਾ ਤੈਨੂੰ ਦੁੱਖ ਹੋ ਰਿਹਾ। ਨਾਮ ਰੂਪ ਲਾਭਦਾਇਕ ਵੱਖਰ ਕੌਣ ਹੈ, ਸੌਦੇ ਦਾ ਨਾਮ ਹੈ, ਉਹਨੂੰ ਖਰੀਦਣ ਤੋਂ ਬਿਨਾਂ ਇਹ ਜੀਵ ਰੂਪ ਇਸਤਰੀ ਪਰਲੋਕ ਅਗਲਾ ਨਾਮ ਹੈ ਬਹੁਤੇ ਦਾ।
ਬਹੁਤਾ ਦੁੱਖ ਪ੍ਰਾਪਤ ਕਰੇਗੀ। ਉਹਦਾ ਕਾਰਨ ਕੀ ਹੈ ਦੱਸਦੇ ਨੇ। ਕੂੜ ਮੁੱਠੀ ਕੂੜਿਆਰ, ਤੇ ਉਹ ਕੂੜ ਮੁੱਠੀ ਕੂੜਿਆਰ, ਤੇ ਕੂੜ ਨਾਮ ਝੂਠ ਦਾ ਹੈ। ਕੂੜਿਆਰ ਭਾਵ ਕੀ ਹੈ ਵੀ ਝੂਠ ਦਾ ਘਰ ਬਣੀ ਹੋਈ ਹੈ। ਕੂੜ ਝੂਠ ਨੇ ਮੁੱਠੀ ਠੱਗ ਲਈ ਹੈ, ਉਹ ਮੁੱਠੀ ਲੁੱਟੀ ਗਈ ਹੈ, ਪਤੀ ਨੂੰ ਛੱਡ ਦਿੱਤਾ ਹੈ। ਇਸ ਕਰਕੇ ਪਤੀ ਦੇ ਵਿੱਚ ਮੁੱਠੀ ਲੁੱਟੀ ਗਈ, ਭਾਵ ਝੂਠ ਬੋਲਣ ਕਦੀ ਆਦਤ ਹੈ। ਕੂੜਿਆਰ ਝੂਠ ਦਾ ਘਰ ਹੀ ਹੋ ਰਹੀ ਹੈ ਜੀਵ ਰੂਪ ਇਸਤਰੀ। ਇਸ ਤਰ੍ਹਾਂ ਦੇਵੀ ਦੇਵਤਿਆਂ ਨੂੰ ਮੰਨਣਾ, ਉਹਨਾਂ ਦੀ ਉਪਾਸਨਾ ਕਰਨੀ, ਸਰਦਾ ਲੁੱਟੀ ਗਈ ਹੈ ਤੇਰੀ। ਦੇਵੀ ਦੇਵਤਿਆਂ ਨੇ ਲੁੱਟ ਲਈ ਸਰਦਾ, ਜਾਂ ਫਿਰ ਪਖੰਡੀਆਂ ਨੇ ਲੁੱਟ ਲਈ ਤੇਰੀ ਸਰਦਾ। ਝੂਠ ਦਾ ਘਰ ਬਣੀਆਂ, ਨਰਕਾਂ ਦੇ ਵਿੱਚ ਗਮਨ ਕਰੇਗੀ, ਮਾਤਾ ਦੇ ਗਰਭਪੁਰ ਨਰਕ 'ਚ ਪਵੇਂਗੀ। ਜੋ ਕੂੜਿਆਰ ਝੂਠ ਦੀ ਪ੍ਰਾਪਤੀ ਵਾਲੇ ਝੂਠੇ ਪੁਰਸ਼ਾਂ ਦੀ ਸੰਗਤ ਕਰਦੇ ਹੈ, ਉਹ ਝੂਠ ਆਦਿਕਾਂ ਦੀ ਸੰਗਤ ਨੇ ਲੁੱਟ ਲਏ ਤੇ ਉਹਨਾਂ ਨੂੰ ਝੂਠ ਬੋਲਣ ਦੀ ਆਦਤ ਪੈ ਜਾਣੀ ਹੈ। ਤੇ ਇਸ ਕਰਕੇ ਸਤਿਗੁਰੂ ਹੀ ਕਿਰਪਾ ਕਰਨ, ਉਹ ਐਵੇਂ ਝੂਠ ਬੋਲ ਕੇ ਕਹੀ ਜਾਣਗੇ ਜੀ ਮੇਰੇ ਤਾਂ ਨਾਮ ਕਦੇ ਭੁੱਲਦਾ ਹੀ ਨਹੀਂ, ਮੇਰਾ ਤਾਂ ਹਰ ਵਾਰ ਤੇ ਚੱਲਦਾ। ਇਹ ਝੂਠ ਨਹੀਂ ਤਾਂ ਹੋਰ ਕੀ ਹੈ, ਮੇਰੀ ਹਰ ਵੇਲੇ ਬਿਰਤੀ ਟਿਕੀ ਰਹਿੰਦੀ ਹੈ। ਇਹ ਝੂਠ ਹੈ, ਫਿਰ ਝੂਠ ਦਾ ਘਰ ਬਣ ਗਏ। ਲਾਹਾ ਇਹ ਨਿਸ ਨੌਤਨਾ, ਇਹ ਤੇ ਨਿਸ ਨੂੰ ਅਲੱਗ-ਅਲੱਗ ਪਾਠ ਹੈ ਭਾਈ। ਨੌਤਨਾ ਪਾਠ ਇਕੱਠਾ ਹੈ, ਇਹ ਦੋ ਕੁੰਡੀਆਂ ਹੈਗੀਆਂ ਪਰ ਹੈ ਥੋੜੀਆਂ ਹੀ। ਨੌਤਨਾ ਇਕੱਠਾ ਪਾਠ ਬੋਲਣਾ। ਉਹ ਅਹਨਿਸ ਰਾਤ ਦਿਨ, ਨੌਤਨਾ ਨਵੀਨ ਲਾਹਾ, ਨਿਤ ਲਾਹ ਪ੍ਰਾਪਤ ਕਰਦੇ ਆ। ਤੇ ਕੌਣ? ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਦੇ ਉੱਤੇ ਪਰਖੇ ਰਤਨ ਵਿਚਾਰ, ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਨੂੰ ਪਰਖਦੇ ਆ। ਮੇਰੇ ਹਿਰਦੇ ਵਿੱਚ ਨਾਮ ਰੂਪ ਰਤਨ ਟਿਕਿਆ ਕਿ ਨਹੀਂ ਟਿਕਿਆ? ਉਹ ਮਨ ਸ਼ਬਦ ਰੂਪ ਰਤਨ ਨੂੰ ਟਿਕਾਉਂਦੇ ਆ ਤੇ ਆਪਣੇ ਮਨ ਨੂੰ ਭੜਕਾਉਂਦੇ ਨਹੀਂ, ਐਸੀ ਵਿਚਾਰ ਕਰਦੇ ਆ। ਤੇ ਇਸ ਪ੍ਰਕਾਰ ਜਿਹੜਾ ਗੁਰਮੁਖ ਹੈ ਆਪਣੇ ਮਨ ਨੂੰ ਕਾਬੂ ਪਾ ਲੈਂਦਾ ਹੈ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾ ਕੇ ਦੇਖਦੇ ਆ ਸਿਮਰਨ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ, ਫੁਰਨਾ ਹੀ ਨਾ ਫੁਰੇ ਮੈਨੂੰ। ਐਸੀ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ, ਉਹਦੇ ਟਿਕਾ ਆਉਣਾ ਚਾਹੀਦਾ, ਆਉਂਦਾ ਹੈ। ਇਸ ਪ੍ਰਕਾਰ ਰਤਨ ਤਰਤੀਬਰ ਤਰਤਮ ਬੈਰਾਗ ਨੂੰ ਧਾਰਨ ਕਰਕੇ ਵਿਚਾਰ ਵਿਵੇਕ ਦੁਆਰਾ ਸੰਸਾਰ ਦੀ ਪਰਖਣਾ ਕਰਦੇ ਨੇ ਕਿ ਸੰਸਾਰ ਕਿਹਾ ਜਾ ਸਾਧੂ, ਇਹ ਤਨ ਮਿਥਿਆ ਜਾਨੋ, ਜਾ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਆਹ ਸੱਚ ਹੈ, ਆਹ ਝੂਠ ਹੈ, ਇਹਦੇ ਵਿੱਚ ਲੱਗੇ ਰਹਿੰਦੇ ਹਨ। ਵਸਤ ਲਹਿ ਕਰ ਆਪਣੇ, ਫਿਰ ਉਹ ਆਪਣੇ ਅੰਤਸ਼ਕਰ ਰੂਪੀ ਘਰ ਦੇ ਵਿੱਚੋਂ ਆਤਮਾ ਰੂਪੀ ਆਨੰਦ ਰੂਪੀ ਵਸਤੂ ਨੂੰ ਲਹਿ ਪ੍ਰਾਪਤ ਕਰਕੇ ਉਹ ਫਿਰ ਕੀ ਕਰਦੇ ਹਨ ਦੱਸਦੇ ਨੇ ਅੱਗੇ। ਚੱਲੈ ਕਾਰਜ ਸਾਰ, ਉਹ ਮੁਕਤੀ ਰੂਪੀ ਕਾਰਜ ਨੂੰ ਸਾਰ ਸੰਭਾਲ ਕੇ ਚੱਲੈ ਕਿੱਥੇ? ਸੱਚਖੰਡ ਨੂੰ ਚਲੇ ਜਾਂਦੇ ਨੇ। ਉਹ ਮਹਾਂਪੁਰਖ ਤੱਤ ਵੇ ਤੇ ਆਪਣੇ ਜੀਵਨ ਦੇ ਮਨੋਰਥ ਸਫਲ ਹੋ ਕੇ ਫਿਰ ਕੀ ਕਰਦੇ ਆ? ਆਪਣਾ ਜਨਮ ਤਾਂ ਸਵਾਰ ਲਿਆ, ਹੋਰ ਅਧਿਕਾਰੀਆਂ ਨੂੰ ਮਹਾਤਮਾ ਬਚਨ ਜਿਹੜੇ ਉਹਨਾਂ ਦਾ ਮੰਨਦੇ ਨੇ ਉਹਨਾਂ ਦੀ ਵੀ ਮੁਕਤੀ ਕਰਨ ਦਾ ਕਾਰਜ ਸਵਾਰ ਦਿੰਦੇ ਆ। ਇਹ ਕਾਰਜ ਸਵਾਰ ਕੇ ਗੁਰਮੁਖ ਜਨ ਸਵਾਰ ਦਰਗਾਹ ਚੱਲਿਆ, ਹੋਰਾਂ ਦਾ ਵੀ ਜਨਮ ਸਵਾਰ ਜਾਂਦੇ ਨੇ। ਵਣਜਾਰਿਆ ਸੋ ਵਣਜ ਕਰ, ਐਸੇ ਗੁਰਮੁਖ ਉਹ ਭਾਈ ਵਣਜ ਕਰਨ ਵਾਲੇ ਜਿਵੇਂ ਵਣਜਾਰੇ ਨਾਲ ਮਿਲ ਕੇ ਕਰਦੇ ਆ, ਨਾਮ ਦਾ ਵਣਜ ਕਰਨ ਵਾਲੇ ਸਤ ਸੰਗਤ ਰੂਪ ਵਣਜਾਰਿਆਂ ਨਾਲ ਮਿਲ ਕੇ ਕਰਦੇ ਆ। ਉਹ ਗੁਰਮੁਖ ਰੂਪ ਵਣਜਾਰੇ ਵਣਜ ਕਰਨ ਵਾਲੇ ਨੂੰ ਵਣਜਾਰਾ ਕਹਿੰਦੇ ਆ। ਸਿਉਂ ਨਾਲ ਮਿਲ ਕੇ ਫਿਰ ਉਹਨਾਂ ਦੇ ਨਾਲ ਤਨ ਮਨ ਧਨ ਦੇ ਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਰੂਪੀ ਵਣਜ ਸੌਦਾ ਖਰੀਦਦੇ ਆ। ਇਹ ਸੌਦਾ ਕਰਦੇ ਹਨ। ਗੁਰਮੁਖ ਬਰਮ ਵਿਚਾਰ, ਉਹ ਗੁਰਮੁਖ ਤੇ ਮੁਖੀ ਗੁਰੂ ਸਾਹਿਬ ਦੁਆਰਾ ਉਹਨਾਂ ਦੀ ਸੰਗਤ ਦੁਆਰਾ ਬ੍ਰਹਮ ਆਤਮਾ ਦੀ ਵਿਚਾਰ ਕਰਦੇ ਰਹਿੰਦੇ ਹਨ। ਜਾਂ ਬ੍ਰਹਮ ਵਿਚਾਰ ਕਰੋ ਭਾਈ, ਇਹ ਹੁਕਮ ਹੈ। ਸੰਤਾਂ ਸੰਗਤ ਪਾਈਐ, ਜੇਕਰ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤੇ ਉੱਥੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪਾਈਐ ਪ੍ਰਾਪਤ ਕਰੀਦਾ ਹੈ, ਉੱਥੇ ਪ੍ਰਾਪਤ ਹੁੰਦਾ ਹੈ। ਜੇ ਮਿਲੇ ਮਿਲਣ ਹਾਰ, ਪਰ ਇਹ ਸੰਗਤ ਤਾਂ ਹੀ ਪ੍ਰਾਪਤ ਹੋਊਗੀ ਜੇ ਪੂਰਬਲੇ ਨਿਸ਼ਕਾਮ ਕਰਮਾਂ ਦੇ ਮਦਦ ਦੇ ਨਾਲ, ਨਿਸ਼ਕਾਮ ਕਰਮ ਦੇ ਪ੍ਰੇਰੇ ਹੋਏ ਪ੍ਰਮਾਤਮਾ ਵਾਹਿਗੁਰੂ ਜੀ ਉਹ ਸੰਗਤ ਨਾਲ ਮੇਲ ਦੇਣ। ਜੇਕਰ ਪ੍ਰਮਾਤਮਾ ਸਤਸੰਗ ਦਾ ਮਿਲਾਪ ਕਰਾ ਦੇਵੇ ਤਾਂ ਸਤਸੰਗ ਦੀ ਸਤਿਗੁਰੂ ਜੀ ਜਿੱਥੇ ਬਸਦੇ ਆ ਸੰਗਤ ਵਿੱਚ ਹਰ ਪ੍ਰਭ ਵਸੇ ਜੀਓ, ਉਹ ਪ੍ਰਭੂ ਦੇ ਨਾਲ ਮਿਲਾਪ ਕਰਾ ਦਿੰਦੇ ਆ। ਫਿਰ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਭੂ ਨੂੰ ਪਾਈਏ ਪ੍ਰਾਪਤ ਕਰ ਲਈਦਾ ਹੈ। ਮਿਲਿਆ ਹੋਏ ਨਾ ਵਿਛੜੈ, ਸਤਿਗੁਰਾਂ ਦੀ ਕਿਰਪਾ ਨਾਲ
ਜਿਹੜਾ ਇੱਕ ਵਾਰੀ ਮਿਲ ਗਿਆ ਵਾਹਿਗੁਰੂ ਦੇ ਨਾਲ, ਜਿਸ ਅੰਤਰ ਜੋਤ ਅਪਾਰ, ਉਹ ਫਿਰ ਨਾ ਵਿਛੜਦਾ ਨਹੀਂ ਹੈ, ਕਿਉਂਕਿ ਜਿਸ ਜਿਹਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੇ ਹਿਰਦੇ ਦੇ ਅੰਦਰ ਪਾਰਾਵਾਰ ਤੋਂ ਰਹਿਤ, ਅਪਾਰ ਨਾਮ ਪਾਰਾਵਾਰ ਤੋਂ ਰਹਿਤ ਹੈ, ਜੋਤ ਜੋਤੀ ਸਰੂਪ ਪਰਮਾਤਮਾ ਪ੍ਰਗਟ ਹੋ ਗਿਆ ਹੈ। ਉਹ ਜੀਵ ਕਦੇ ਵੀ ਪਰਮਾਤਮਾ ਨਾਲੋਂ ਫਿਰ ਮਿਲਿਆ ਹੋਇਆ ਵਿਛੜਦਾ ਨਹੀਂ, ਵੱਖਰਨਾ ਨਹੀਂ ਹੁੰਦਾ, ਉਹ ਅਭੇਦ ਹੋ ਜਾਂਦਾ ਹੈ। ਉਹ ਪਰਮਾਤਮਾ ਦੀ ਜੋਤ ਸਰੂਪ ਦੇ ਵਿੱਚ ਉਹਦੇ ਚ ਲੀਨ ਹੋ ਜਾਂਦਾ ਹੈ। ਉਹ ਜੋਤੀ ਸਰੂਪ ਹੈ, ਸਭ ਮੈਂ ਜੋਤ ਹੈ ਸੋਈ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ। ਉਹਦੀ ਜੋਤ ਕਰਕੇ ਅੱਖਾਂ ਵੇਖਦੀਆਂ ਨੇ, ਕੰਨ ਸੁਣਦੇ ਨੇ, ਨਾਸਕਾ ਸੁਗੰਧੀ ਲੈਂਦੀ ਹੈ, ਜੀਭ ਬੋਲਦੀ ਹੈ, ਬੁੱਧੀ ਪਦਾਰਥਾਂ ਦਾ ਨਿਸ਼ਚੈ ਕਰਦੀ ਹੈ। ਇਹ ਉਹਦੀ ਜੋਤ ਕਰਕੇ ਉਹ ਪਰਮਾਤਮਾ ਜੋਤੀ ਸਰੂਪ ਹੈ, ਫਿਰ ਉਹਦੇ ਨਾਲ ਅਭੇਦ ਹੋ ਜਾਂਦਾ ਹੈ। ਇਸ ਪ੍ਰਕਾਰ ਦੱਸਦੇ ਨੇ ਜੀ, ਸੱਚਾ ਆਸਣ ਸੱਚ ਰਹੈ, ਜਿਹੜੇ ਸੱਚੇ ਪ੍ਰੇਮ ਵਾਲੇ ਨੇ, ਸੱਚੇ ਪ੍ਰਭੂ ਦੇ ਪਿਆਰ ਵਾਲੇ ਨੇ, ਸੱਚੇ ਦੱਸਦੇ ਨੇ ਸੱਚੇ ਆਸਣ ਸੱਚ ਰਹੈ। ਉਹ ਇਸਤਤ ਸੱਚ ਦੇ ਆਸਣ ਤੇ ਇਸਤਤ ਹੋ ਕੇ ਸੱਚ ਦੇ ਵਿੱਚ, ਨਾਮ ਦੇ ਵਿੱਚ ਰਹੇ ਕਿ ਇਹ ਲਿਵ ਲਾ ਰਹਿੰਦੇ ਹਨ। ਸੱਚਾ ਪ੍ਰੇਮ ਪਿਆਰ, ਜਿਹੜੇ ਸੱਚੇ ਪ੍ਰੇਮ ਵਾਲੇ ਨੇ, ਤੇ ਉਹ ਨਾਲ ਕਿਹਦੇ ਨਾਲ? ਸੱਚੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ, ਸੱਚੇ ਪ੍ਰੇਮ ਪਿਆਰ, ਤੇ ਉਹਨਾਂ ਦੇ ਨਾਲ ਪਿਆਰ ਵਾਹਿਗੁਰੂ ਕਰਦਾ ਹੈ। ਉਹ ਅਸਤੀ ਭ੍ਰਾਂਤੀ ਪ੍ਰੇ ਰੂਪ ਹੋ ਕੇ ਉਹ ਪਿਆਰਾ ਮਿਲ ਜਾਂਦਾ। ਫਿਰ ਸੱਚੇ ਪ੍ਰੇਮ ਪਿਆਰ, ਉਹ ਪ੍ਰੇਮ ਕਰਦੇ ਨੇ, ਪਰਮਾਤਮਾ ਪਿਆਰ ਕਰਦਾ ਉਹਨਾਂ ਦੇ ਨਾਲ। ਉਹਨਾਂ ਨੇ ਪ੍ਰੇਮ ਕੀਤਾ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੇ ਹੋਣ ਰਾਗ, ਐ ਉਹਨਾਂ ਨੂੰ ਸਾਰੀ ਜਗ੍ਹਾ ਵਾਹਿਗੁਰੂ ਦਿਸਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਜੋ ਸੱਚੇ ਦਾ ਸਰਵਣ ਵਿੱਚ, ਸੱਚੇ ਦੇ ਮੰਨਣ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਨੂੰ ਸੱਚੇ ਪ੍ਰਭੂ ਦਾ ਪ੍ਰੇਮ ਲੱਗ ਜਾਂਦਾ ਹੈ। ਇਸ ਪ੍ਰੇਮ ਕਰਕੇ ਫਿਰ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਪਿਆਰ ਕਰਦਾ ਹੈ। ਫਿਰ ਉਹ ਸੱਚ ਨਿਸ਼ਚਾ ਹੋ ਜਾਂਦਾ, ਜਿਹੜਾ ਨਾ ਸੱਚ ਨਾਮ ਨਿਸ਼ਚੇ ਦਾ, ਨਿਸ਼ਚੇ ਕਰਕੇ ਸਰੂਪ ਜਾਂ ਤੁਰਿਆ ਪਦ ਦੇ ਵਿੱਚ ਆਸਣ ਇਸਤਤੀ ਹੋ ਜਾਂਦੀ ਹੈ। ਉਹਨਾਂ ਦੀ ਆਸਣ ਇਉਂ ਲਾ ਲੈਂਦੇ ਨੇ। ਫਿਰ ਜਿਨੀ ਆਪ ਪਛਾਣਿਆ, ਜਿਨ੍ਹਾਂ ਨੇ ਆਪਣੇ ਸਰੂਪ ਨੂੰ ਪਹਿਚਾਨ ਕਰ ਲਿਆ ਹੈ, ਆਤਮਿਕ ਸਰੂਪ ਨੂੰ, ਕਿ ਮੇਰਾ ਸਰੂਪ ਬ੍ਰਹਮ ਸਰੂਪ ਹੈ। ਕਰਮ ਹੈ ਮਹਲ ਸੁਥਾਏ, ਉਹਨਾਂ ਦਾ ਫਿਰ ਸੰਸਾਰ ਦੇ ਆਉਣਾ ਜਾਣਾ ਨਹੀਂ ਹੁੰਦਾ, ਪਰ ਉਹਨਾਂ ਨੂੰ ਤਾਂ ਫਿਰ ਧੰਨ ਕਿਹਾ ਜਾਊਗਾ। ਜਿਨੀ ਆਪ ਪਛਾਣਿਆ, ਉਹ ਸੰਸਾਰ ਦੇ ਆਉਂਦੇ ਜਾਂਦੇ ਨਹੀਂ, ਤੇ ਸਾਰਿਆਂ ਦੇ ਮਨੁੱਖਾ ਜਨ ਰੂਪੀ ਘਰ ਵਿੱਚ ਤੁਰਿਆ ਪਦ ਰੂਪੀ ਮਹਲ ਹੈ। ਪਰ ਇਹ ਕਰਮ ਹੈ ਮਹਲ ਸੁਥਾਏ, ਸੱਚ ਘਰ ਕਿਹੜਾ? ਸੱਚਾ ਘਰ ਭਾਈ ਵਾਹਿਗੁਰੂ ਦਾ ਸੁਥਾਨ ਨਾਮ ਦਾ, ਸੁਥਾਏ ਸ੍ਰੇਸ਼ਟ ਥਾਨ, ਸਾਧ ਸੰਗਤ ਰੂਪੀ ਕਰਕੇ ਇਹ ਅਸਥਾਨ ਹੈ। ਉਹਦੇ ਵਿੱਚ ਫਿਰ ਤੁਰਿਆ ਪਦ ਰੂਪੀ ਮਹਲ ਨੂੰ ਪਾ ਲੈਂਦਾ ਹੈ। ਤੇ ਉਹ ਫਿਰ ਸੱਚ ਪਰਮੇਸ਼ਰ ਵਾਹਿਗੁਰੂ ਦਾ ਆਪਣੇ ਸਰੂਪ ਨੂੰ ਜਿਨ੍ਹਾਂ ਨੇ ਪਛਾਣਿਆ, ਉਹ ਵਾਹਿਗੁਰੂ ਦੇ ਇਸਤਤੀ ਪਾਉਂਦੇ ਨੇ। ਸੰਸਾਰ ਨਾਲ ਨਹੀਂ ਮਿਲਦੇ ਫਿਰ ਉਹ, ਤੇ ਉਹਨਾਂ ਨੂੰ ਆਪਣੇ ਅੰਤਸ਼ਕਰ ਰੂਪੀ ਘਰ ਦੇ ਚੋਂ ਮਹਲ ਸਰੂਪ ਦੀ ਪ੍ਰਾਪਤੀ ਹੋ ਗਈ। ਵਾਹਿਗੁਰੂ ਮਿਲ ਗਿਆ ਹੈ। ਸੱਚੇ ਸੇਤੀ ਰਤਿਆ, ਜਿਨ੍ਹਾਂ ਦਾ ਮਨ ਸੱਚੇ ਅਕਾਲ ਪੁਰਖ ਦੇ ਨਾਮ ਦੇ ਨਾਲ ਰੰਗਿਆ ਗਿਆ ਹੈ। ਸੱਚੋ ਪੱਲੇ ਪਾਏ, ਉਹ ਸੱਚੇ ਵਾਹਿਗੁਰੂ ਨੂੰ ਹਿਰਦੇ ਰੂਪੀ ਪੱਲੇ ਵਿੱਚ ਬੰਨ੍ਹ ਲੈਂਦੇ ਹੈ, ਭਾਵ ਪਰਮਾਤਮਾ ਨੂੰ ਪਾ ਲੈਂਦੇ ਹੈ। ਸਤਿਗੁਰੂ ਜੀ ਪਰਮੇਸ਼ਰ ਦਾ ਨਾਮ ਤੇ ਸਤਿਗੁਰੂ ਜੀ ਦੇ ਸੱਚੇ ਪਰਮੇਸ਼ਰ, ਕਿਉਂਕਿ ਸਤਿਗੁਰਾਂ ਨੇ ਦਿੱਤਾ ਹੈ ਨਾ, ਸਤਿਗੁਰੂ ਜੀ ਸੱਚੇ ਪਰਮੇਸ਼ਰ ਦਾ ਨਾਮ ਉਹਨਾਂ ਨੂੰ ਹਿਰਦੇ ਰੂਪ ਪੱਲੇ ਵਿੱਚ ਬੰਨ੍ਹ ਦਿੰਦੇ ਹੈ। ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸ ਜਾਂਦਾ ਹੈ। ਉਹਨਾਂ ਦੇ ਸ਼ਰਧਾ ਰੂਪੀ ਪੱਲੇ ਖਾਲੀ ਨਹੀਂ ਰਹਿੰਦੇ, ਫਿਰ ਉਹ ਪੱਲੇ 'ਚ ਵਾਹਿਗੁਰੂ ਪਾ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਕਿਰਪਾ ਕਰ ਦਿੰਦੇ ਹੈ। ਤ੍ਰਿਭਵਨ ਸੋ ਪ੍ਰਭ ਜਾਣੀਐ, ਉਹ ਫਿਰ ਤਿੰਨੇ ਭਵਨਾਂ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ ਦੇ ਵਿੱਚ ਉਹ ਪ੍ਰਭੂ ਨੂੰ ਜਾਣ ਲੈਂਦੇ ਹੈ ਕਿ ਉਹੀ ਹੈ ਸਾਰੇ ਤਿੰਨਾਂ ਲੋਕਾਂ 'ਚ। ਜਾਗਰਤ ਸੁਪਨ ਸੁਖੋਪਤੀ ਵੀ ਤਿੰਨੇ ਭਵਨਾਂ, ਇਹ ਵੀ ਤਿੰਨੇ ਭਵਨ, ਇਹਨਾਂ ਵਿੱਚ ਵੀ ਉਸੇ ਨੂੰ ਜਾਣਦਾ ਹੈ। ਜਾਗਰਤ ਵਿੱਚ ਵੀ ਹੋਇਆ, ਸੁਪਨ ਵਿੱਚ ਵੀ ਉਹੀ ਸੱਤਾ ਦਿੰਦਾ ਹੈ, ਸੁਖੋਪਤੀ ਵਿੱਚ ਵੀ ਉਹੀ ਸੱਤਾ ਦਿੰਦਾ ਹੈ। ਜਾਣੀਆਂ ਜਾਣ ਲੈਂਦੇ ਨੇ। ਕੌਣ ਜਾਣਦੇ ਨੇ? ਅੱਗੇ ਦੱਸਦੇ ਨੇ, ਸੱਚੋ ਸਾਚਾ ਨਾਮ, ਸੱਚਾ ਨਾਮ ਜਪਣ ਵਾਲੇ, ਜੋ ਸੱਚ ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ ਜਨੋਂ, ਸੱਚੇ ਨਾਮ ਨੂੰ ਜਪਣ ਵਾਲੇ ਸੱਚੇ ਪ੍ਰਭੂ ਦੇ ਅਭੇਦ ਹੋ ਜਾਂਦੇ ਨੇ। ਸਾ ਧਨ ਖਰੀ ਸੁਹਾਵਣੀ, ਸਾ ਉਹ ਜੀ ਰੂਪੀ ਧਨ ਇਸਤਰੀ ਖਰੀ ਚੰਗੀ ਅਤਿਅੰਤ ਸੁਹਾਵਣੀ ਸੋਭਨੀਕ ਹੋ ਜਾਂਦੀ ਹੈ। ਜਿਨ ਪਿਰ ਜਾਤਾ ਸੰਗ, ਜਿਨ੍ਹਾਂ ਨੇ ਪਿਰ ਪਤੀ ਪਰਮਾਤਮਾ ਅਕਾਲ ਪੁਰਖ ਨੂੰ ਆਪਣਾ ਸੰਗ ਸਾਥੀ ਸੰਗੀ ਜਾਣ ਲਿਆ, ਹਰ ਵਕਤ ਆਪਣੇ ਅੰਗ ਸੰਗ ਜਾਂਦੇ, ਸਦਾ ਅੰਗ ਸੰਗੇ
ਉਹ ਸਦਾ ਹੀ ਅੰਗ ਸੰਗ ਜਾਣਦੇ ਨੇ। ਮਹਿਲੀ ਮਹਲ ਬੁਲਾਈਐ, ਜਗਿਆਸੂ ਰੂਪ ਮਹਿਲੀ ਨਾਮ ਹੈ ਇਸਤਰੀ ਦਾ। ਉਹ ਇਸਤਰੀ ਜਿਹੜੀ ਆ ਜਗਿਆਸੂ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਮਹਲ ਸਰੂਪ ਦੇ ਵਿੱਚ ਬੁਲਾ ਲੈਂਦਾ ਹੈ। ਸੋ ਫਿਰ ਰਾਵੇ ਸੰਰੰਗ, ਉਹ ਜਗਿਆਸੂ ਰੂਪ ਸਖੀ ਫਿਰ ਪਤੀ ਅਕਾਲ ਪੁਰਖ ਦੇ ਮਿਲਾਪ ਦੇ ਜਿਹੜਾ ਆਨੰਦ ਹੈ, ਰਾਵੇ ਰੰਗ, ਉਹ ਰੰਗ ਪ੍ਰੇਮ ਦੇ ਨਾਲ ਰਾਵੇ ਮਾਣਦੀ ਹੈ। ਸੱਚ ਸੁਹਾਗਣ ਸਾ ਭਲੀ, ਫੇਰ ਬੋਲਿਓ ਜੀ। ਸੱਚ ਸੁਹਾਗਣ ਸਾ ਭਲੀ, ਜਿਹੜੀ ਜਗਿਆਸੂ ਰੂਪ ਇਸਤਰੀ ਸੱਚੇ ਸਰੂਪ ਦੀ ਪ੍ਰਾਪਤੀ ਵਾਲੀ, ਸੁਹਾਗਣ ਆਨੰਦ ਵਾਲੀ ਹੋ ਗਈ ਹੈ, ਸੱਚ ਸੁਹਾਗਣ, ਤੇ ਉਹ ਮਹਾਤਮਾ ਰੂਪ ਸਖੀ ਭਲੀ ਚੰਗੀ ਹੈ, ਸਾ ਉਹ ਚੰਗੀ ਹੈ। ਫਿਰ ਮੋਹੀ ਗੁਣ ਸੰਗ, ਉਹਦੇ ਚਿੱਤ ਦੀ ਬਿਰਤੀ, ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਨੇ ਆਪਣੇ ਗੁਣ ਦੇ ਕੇ ਨਾਲ ਮੋਹ ਲਈ ਹੈ, ਮੋਹਤ ਕਰ ਲਈ ਹੈ। ਕਿਉਂਕਿ ਪਤੀ ਪਰਮੇਸ਼ਰ ਸੋ ਗੁਣਾਂ ਦਾ ਖਜ਼ਾਨਾ ਹੈ, ਉਹਨੂੰ ਪ੍ਰਾਪਤ ਹੋ ਗਿਆ ਹੈ, ਹੋ ਜਾਂਦੀ ਹੈ ਜੀਵ ਰੂਪ ਇਸਤਰੀ। ਭੁੱਲੀ ਭੁੱਲੀ ਥਲ ਚੜਾ, ਜਿਹੜੇ ਜੀਵ ਸਤਿਗੁਰੂ ਦੀ ਸਿੱਖਿਆ ਧਾਰਨ ਨਹੀਂ ਕਰਦੇ, ਅਗਿਆਨ ਵਿੱਚ ਜਿਨ੍ਹਾਂ ਦੀ ਬਿਰਤੀ ਭੁੱਲੀ ਹੋਈ ਹੈ, ਭੁੱਲੀ, ਤੇ ਫਿਰ ਉਹ ਭੁੱਲੀ ਹੋਈ ਬਿਰਤੀ ਮਾਰੂ ਸਲਾਂ ਦੇ ਜਿਵੇਂ ਟਿੱਬਿਆਂ ਦੇ ਵਿੱਚ ਬਾਨ ਪ੍ਰਸਤੀ ਹੋ ਕੇ ਚੜ੍ਹਦੇ ਹੈ, ਤੇ ਫਿਰ ਉਹ ਟਿੱਬਿਆਂ ਤੇ ਚੜ੍ਹ ਗਏ, ਤੇ ਟਿੱਬਿਆਂ ਤੇ ਚੜ੍ਹ ਕੇ ਫਿਰ ਉਹ ਅੱਗੇ ਹੋਰ ਵੀ ਚਲੇ ਜਾਂਦੇ ਹਨ, ਉੱਚੇ ਤੇ ਉੱਚੇ ਪਹਾੜਾਂ ਨੂੰ ਚਲੇ ਜਾਂਦੇ ਨੇ। ਅੱਗੇ ਦੱਸਦੇ ਨੇ ਥਲ ਚੜ ਡੂਗਰ ਜਾਓ, ਉਹ ਭੁੱਲੀ ਹੋਈ ਬਿਰਤੀ ਮਾਰੂ ਸਲਾਂ ਤੋਂ ਟਿੱਬਿਆਂ ਤੇ, ਟਿੱਬਿਆਂ ਤੋਂ ਬਨਸਪਤੀ, ਉਦੋਂ ਚੜ੍ਹ ਕੇ ਫਿਰ ਕਈ ਮਾਰੂ ਸਲਾਂ ਤੋਂ ਅੱਗੇ ਡੂਗਰ ਪਹਾੜ, ਉਹਨਾਂ ਨੂੰ ਵੀ ਭਾਵੇਂ ਚੜ੍ਹ ਜਾਣ। ਫਰੀਦਾ ਜੰਗਲ ਜੰਗਲ ਕਿਆ ਪਵੈ ਬਨ ਕੰਡਾ ਮੋੜੇ, ਬਸੀ ਰਬ ਹਿਆਲੀਆ ਜੰਗਲ ਕਿਆ ਢੂੰਡੇ, ਕਾਹੇ ਰੇ ਬਨ ਖੋਜਨ ਜਾਈ। ਉਹ ਬਨਾਂ ਦੇ ਵਿੱਚ ਲੱਭਦੇ ਫਿਰਦੇ ਹਨ, ਭੁੱਲ ਕਰਕੇ, ਅਗਿਆਨ ਹੈ ਇਹ। ਬਨ ਮਹਿ ਭੁੱਲੀ ਜੇ ਫਿਰਾ, ਕਈਆਂ ਦੀ ਬਿਰਤੀ ਪ੍ਰਤੱਖ ਜੀਵ ਰੂਪ ਇਸਤਰੀ ਭੁੱਲੀ ਹੋਈ, ਉਹ ਜਿਵੇਂ ਬਿੰਦਰਾਵਨ ਮਧੂਬਨ ਹੈ, ਜਾਂ ਹੋਰ ਜੰਗਲ ਰਿਖੀਕੇਸ਼ ਜੰਗਲ ਹੈ, ਹੋਰ ਜੰਗਲਾਂ ਦੇ ਵਿੱਚ ਜੇਕਰ ਭੁੱਲੀ ਤੁਰੀ ਫਿਰਦੀ ਹੋਵੇ, ਜਿਵੇਂ ਬਹੁਤ ਸਾਰੇ ਜੰਗਲਾਂ 'ਚ ਫਿਰਦੇ ਹਨ, ਪਹਾੜਾਂ 'ਚ ਫਿਰਦੇ ਨੇ, ਬਿਨ ਗੁਰ ਬੂਝ ਨ ਪਾਓ, ਗੁਫਾਵਾਂ 'ਚ ਬੈਠੇ ਸਾਧਨ ਕਰਦੇ ਹੋਏ, ਗੁਰੂ ਤੋਂ ਬਿਨਾਂ ਆਤਮਾ ਦੀ ਸੂਝ ਤਾਂ ਨਹੀਂ ਹੋਏਗੀ। ਤੇ ਇਸੇ ਪ੍ਰਕਾਰ ਜੀ ਭੁੱਲੀ ਭੁੱਲੀ ਥਲ ਚੜਾ, ਇਹ ਜੀਵ ਰੂਪ ਇਸਤਰੀ ਜੇਕਰ ਭੁੱਲੀ ਭੁੱਲ ਦੀ ਭੁਲਾਈ ਹੋਈ, ਇਹ ਜੇਕਰ ਭੁੱਲ ਕਰਕੇ ਥਲ ਚੜਾ, ਮਾਰੂ ਥਲਾਂ ਦੀ ਨਿਆਈ ਕੀ ਆ, ਪੁਰਾਣਾ ਨੂੰ ਪੜ੍ਹ ਲਵੇ, ਪ੍ਰਾਣ ਪੜ੍ਹ ਲੈ ਜੀ। ਇਹ ਚੜ ਗਈ ਥਲਾਂ ਦੇ ਉੱਤੇ, ਥਲ ਚੜ ਡੂਗਰ ਜਾਓ, ਫੇ ਵੱਡੇ ਵੱਡੇ ਪੁਰਾਣ ਮਹਾਭਾਰਤ ਆਦਿ ਪੁਰਾਣ ਪੜ੍ਹ ਲਏ। ਇਹ ਥਲ ਤੋਂ ਬਾਅਦ ਪੁਰਾਣਾਂ ਨੂੰ ਪੜ੍ਹ ਕੇ ਸ਼ਾਸਤਰਾਂ ਰੂਪ ਡੂੰਗਰ ਪਹਾੜਾਂ ਤੇ ਚੜ ਗਈ। ਇਹ ਵੀ ਕਠਨ ਸ਼ਾਸਤਰ ਪੜ੍ਹ ਲਏ ਇਸਨੇ। ਬਨ ਹੈ ਭੁੱਲੀ ਜੇ ਫਿਰਾ, ਜੇਕਰ ਪਰਮੇਸ਼ਰ ਤੋਂ ਭੁੱਲੀ ਹੋਈ ਵੇਦਾਂ ਦੇ ਪੜ੍ਹਨ ਰੂਪ, ਕਰਮਕਾਂਡ ਰੂਪ ਬਣ ਜੰਗਲ ਦੇ ਵਿੱਚ ਵੀ ਮੈਂ ਹੈ, ਬਨ ਮੈਂ ਭੁੱਲੀ ਜੇ ਫਿਰਾਂ, ਉਹਦੇ 'ਚ ਫਿਰਦੀ ਰਹੇ। ਬਿਨ ਗੁਰ ਬੂਝ ਨਾ ਪਾਓ, ਸਤਿਗੁਰਾਂ ਤੋਂ ਬਿਨਾਂ ਫਿਰ ਸਰੂਪ ਦੀ ਲਖਤਾ ਨਹੀਂ ਹੁੰਦੀ, ਸੋਝੀ ਨਹੀਂ ਆਉਂਦੀ, ਸਰੂਪ ਦੀ ਸਿਖਿਆਤਾ ਕਾਰ ਨਹੀਂ ਹੁੰਦੀ। ਭੁੱਲੀ ਫੇਰ ਜੇ ਭੁੱਲੀ ਥਲ ਚੜਾ, ਪਰਮੇਸ਼ਰ ਦੇ ਸੱਚੇ ਨਾਮ ਤੋਂ ਜੀਵ ਰੂਪ ਇਸਤਰੀ ਭੁੱਲੀ ਹੋਈ ਹੈ, ਉਹ ਭੁੱਲੀ ਹੋਈ ਥਲ ਚੜਾ, ਮਾਰੂ ਥਲਾਂ ਦੀ ਨਿਆਏ ਆਪਣੇ ਆਪ ਨੂੰ ਤਿਆਗੀ ਬਣਾ ਕੇ, ਸਕਾਮ ਕਰਮ ਕਰਕੇ, ਭਾਵੇਂ ਉਹ ਖੁਸ਼ਕ ਜਗ੍ਹਾ ਨਿਸਰਦਕ ਹੋ ਕੇ, ਅੱਗੇ ਦੱਸਦੇ ਨੇ ਥਲ ਚੜ ਡੂਗਰ ਜਾਓ, ਸਵਰਗ ਆਦਿ ਥਾਵਾਂ ਤੇ ਚੜ ਕੇ, ਸਵਰਗ ਤੋਂ ਅੱਗੇ ਪਹਾੜਾਂ ਭਾਵ ਬਰਮ ਲੋਕ ਦੇ ਜਿੱਥੇ ਬਰਮਾ ਰਹਿੰਦਾ, ਉੱਥੇ ਵੀ ਭਾਵੇਂ ਇਹ ਡੂਗਰ ਤੇ ਪਹਾੜ ਤੇ ਚੜ ਜਾਵੇ। ਬਨ ਮੈਂ ਭੁੱਲੀ ਜੇ ਫਿਰਾ, ਕਿਉਂ ਪਰਮੇਸ਼ਰ ਤੋਂ ਭੁੱਲੀ ਹੋਈ ਜੇਕਰ ਬਨ ਇੰਦਰ ਲੋਕ ਸੰਸਾਰ 'ਚ ਫਿਰਦੀ ਰਹੇ, ਬਨ ਇਹ ਵੀ ਹੈ। ਪਰ ਫਿਰ ਵੀ ਮਹਾਰਾਜ ਦੱਸਦੇ ਨੇ ਬਿਨ ਗੁਰ ਬੂਝ ਨਾ ਪਾਓ, ਬਿਨਾਂ ਸਤਿਗੁਰਾਂ ਤੋਂ ਸੂਝ ਬੂਝ ਉਹਨੂੰ ਗਿਆਨ ਦੀ ਪ੍ਰਾਪਤੀ ਨਾ ਕਦੇ ਹੋਈ ਹੈ, ਨਾ ਕਿਸੇ ਨੂੰ ਹੋਏਗੀ। ਨਾ ਉਹ ਭੁੱਲੀ ਜੇ ਫਿਰਾ, ਇਹ ਜੀਵ ਰੂ ਇਸਤਰੀ ਜੇ ਪਰਮੇਸ਼ਰ ਦੇ ਨਾਮ ਤੋਂ ਭੁੱਲੀ ਹੋਈ ਸੰਸਾਰ ਵਿੱਚ ਇਸ ਤਰ੍ਹਾਂ ਫਿਰਦੀ ਰਹੇਗੀ, ਉਹ ਮੁਕਤ ਨਹੀਂ ਹੋਏਗੀ, ਨਾ ਉਹਦੀ ਮੁਕਤ ਕੋਈ ਕਰਾ ਸਕੇਗਾ। ਫਿਰ ਆਵੋ ਜਾਓ, ਉਹ ਮੁੜ ਕੇ ਸੰਸਾਰ ਦੇ ਜੰਮਣਾ ਮਰਨਾ ਬਣਿਆ ਰਹੇਗਾ, ਜੰਮ ਕੇ ਆਉਣਾ ਮਰ ਕੇ ਜਾਣਾ ਹੋਏਗਾ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਣੀ। ਫਿਰ ਪ੍ਰਾਪਤੀ ਕਿਵੇਂ ਹੋਏਗੀ, ਇਹ ਪੁੱਛਿਆ ਮਹਾਰਾਜ ਨੂੰ। ਤੇ ਅੱਗੇ ਦੱਸਦੇ ਹਨ, ਪੁੱਛੋ ਜਾਏ ਪਧਾਊਆ, ਕਹਿੰਦੇ ਭਾਈ ਫਿਰ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਦੀ ਭਗਤੀ ਵਿੱਚ ਜੁੜੇ ਹੋਏ ਨੇ, ਬੈਰਾਗ ਤੇ ਜਾਂ ਭਗਤੀ ਗਿਆਨ ਰੂਪੀ ਉਹ ਰਸਤੇ ਦੇ ਉੱਤੇ ਚੱਲਣ ਵਾਲੇ ਨੇ, ਉਹ ਪਧਾਊ ਉਹ ਨਾ ਅਸਲੀ, ਉਹ ਬਟਾਊ ਨਾ ਅਸਲੀ, ਰਾਹੀ ਨੂੰ ਉਹ ਅਸਲੀ ਜਿਹੜੇ ਚੱਲ ਰਹੇ ਨੇ ਗਿਆਨ ਭਗਤੀ ਦੇ ਮਾਰਗ ਤੇ।
ਪਰਮਾਤਮਾ ਨੂੰ ਮਿਲਣ ਲਈ ਚੱਲੇ ਹੋਏ ਮਹਾਤਮਾ ਰੂਪ ਪਧਾਊਆਂ ਰਾਹੀਆਂ ਨੂੰ ਉਹਨਾਂ ਨੂੰ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਜਾ ਕੇ ਪੁੱਛਣਾ ਕਰੋ। ਚੱਲੇ ਚਾਕਰ ਹੋਏ, ਜੇ ਗਿਆਨਵਾਨ ਹੋ ਕੇ ਵੀ ਚਾਕਰ ਭਗਤੀ ਰੂਪੀ ਨੌਕਰੀ ਵਿੱਚ ਜੀਵਨ ਮੁਕਤੀ ਦਾ ਆਨੰਦ ਮਾਣਨ ਵਾਸਤੇ ਚੱਲ ਰਹੇ, ਉਹ ਇਸ ਤਰ੍ਹਾਂ ਚੱਲ ਰਹੇ ਨੇ ਜੇ ਕਿਤੇ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਜ਼ਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗ੍ਰਹੀ ਕੌਣ ਉਦਾਸੀ। ਤੇ ਇਸ ਕਰਕੇ ਚਾਕਰ ਹੋਏ ਤੇ ਭਗਤੀ ਕਰਦੇ ਰਹੇ, ਪਧਾਊਆਂ ਨੂੰ ਪੁੱਛ ਕਰਕੇ ਐ ਪ੍ਰਾਪਤੀ ਹੁੰਦੀ ਹੈ। ਰਾਜਨ ਜਾਣ ਹੈ ਆਪਣਾ, ਉਹ ਤਤਵੇ ਤੇ ਮਹਾਪੁਰਸ਼ ਰਾਜਨ ਪ੍ਰਕਾਸ਼ ਰੂਪ ਬ੍ਰਹਮ ਨੂੰ, ਰਾਜਾ ਰੂਪ ਜੋ ਪਰਮੇਸ਼ਰ ਆ ਉਹਦੇ ਸਰੂਪ ਨੂੰ, ਉਹਦਾ ਸਰੂਪ ਹੀ ਹੈ, ਉਹਦਾ ਸਰੂਪ ਹੋ ਕੇ ਨੇ ਜਾਣ ਲਿਆ ਉਹਨੂੰ, ਜਿਨ ਜਾਤਾ ਸੋ ਤਿਸੀ ਜਿਹਾ। ਤੇ ਉਹਨਾਂ ਨੂੰ ਆਪਣਾ ਪ੍ਰਕਾਸ਼ ਰੂਪ ਆਤਮਾ ਜਾਣ ਲੈਂਦੇ ਨੇ। ਤੇ ਇਸ ਕਰਕੇ ਇਹ ਜਾਣ ਲੈਂਦੇ ਨੇ ਕਿ ਉਹ ਪ੍ਰਭੂ ਸਾਡਾ ਆਪਣਾ ਸਰੂਪ ਹੀ ਹੈ। ਰਾਜਨ ਜਾਣੇ ਆਪਣਾ, ਸਾਡਾ ਆਪਣਾ ਸਰੂਪ ਹੈ। ਫਿਰ ਉਹ ਗਿਆਨ ਰੂਪ ਅੱਗੇ ਦੱਸਦੇ ਹਨ, ਦਰ ਕਰ ਠਾਕ ਨਾ ਹੋਏ। ਉਹ ਗਿਆਨ ਰੂਪ ਦਰਵਾਜ਼ੇ ਵਿੱਚੋਂ ਲੰਘ ਕੇ ਸਰੂਪ ਰੂਪੀ ਘਰ ਵਿੱਚ ਸਥਿਤ ਹੋਣ ਦੇ ਲਈ ਰਾਗ ਦਵੈਸ਼ ਆਦਿ ਦੀ ਕੋਈ ਰੁਕਾਵਟ ਨਹੀਂ ਹੁੰਦੀ। ਫਿਰ ਦਰ ਕਰ ਠਾਕ ਨਾਮ ਰੋਕਦਾ ਉਹਨਾਂ ਨੂੰ। ਦਰ ਇੰਦਰੀਆਂ ਅਤੇ ਘਰ ਅੰਤਸ਼ਕਰਨ ਵਿੱਚੋਂ ਸਾਰੇ ਦੋਸ਼ ਜਿਹੜੇ ਪ੍ਰਭੂ ਦੇ ਮਿਲਾਪ ਵਿੱਚ ਰੁਕਾਵਟ ਪਾਉਣ ਵਾਲੇ ਨੇ ਉਹ ਸਾਰੇ ਨਾਸ਼ ਹੋ ਜਾਂਦੇ ਨੇ। ਬਿਰਤੀ ਨਿਰੋਧ ਹੋ ਕੇ ਤ੍ਰਿਸ਼ਨਾ ਆਦ ਇਹ ਵਿਆਪਤੀ ਨਹੀਂ ਹੈ, ਬਾਸ਼ਨਾਵਾਂ ਦਾ ਭਾਵ ਹੋ ਗਿਆ ਹੈ। ਉਹ ਪ੍ਰਭੂ ਦੇ ਮਿਲਾਪ ਵਿੱਚ ਕੋਈ ਰੁਕਾਵਟ ਨਹੀਂ ਹੋ ਸਕਦੀ। ਅੰਤਸ਼ਕਰਨ ਦੀ ਬਿਰਤੀ, ਨਾ ਇੰਦਰੇ, ਨਾ ਸ਼ਬਦ ਸਪਰਸ਼ ਕਾਮ ਆ ਕ੍ਰੋਧ ਆਦ ਕਿਸੇ ਦੀ ਰੁਕਾਵਟ ਨਹੀਂ ਹੁੰਦੀ। ਨਾ ਕੋਈ ਦੇਵੀ ਦੇਵਤਾ ਵਿਘਨ ਪਾ ਸਕਦਾ ਹੈ। ਦਰ ਕਰ, ਫਿਰ ਬੋਲਦੀ ਦਰ ਕਰ ਠਾਕ ਨਾ ਹੋਏ। ਉਹਨਾਂ ਨੂੰ ਵੀ ਇਹ ਦਰ ਘਰਾਂ ਦੇ ਅੰਦਰ ਠਾਕ ਰੋਕ ਨਹੀਂ ਹੋ ਸਕਦੀ ਹੈ। ਵਿਕਾਰ ਨਹੀਂ ਰੋਕ ਸਕਦੇ, ਦੇਵਤੇ ਨਹੀਂ ਰੋਕ ਸਕਦੇ, ਇੰਦਰ ਪਦਵੀਆਂ ਤੇ ਖੋਈਆਂ ਜਾਂਦੀਆਂ ਨੇ ਭਾਈ, ਤੇ ਬ੍ਰਹਮਾ ਰੂਪ ਸੰਸਦ ਵਿੱਚ ਉਹ ਵੀ ਪਏ ਹੋਏ ਨੇ। ਤੇ ਇਸ ਕਰਕੇ ਸਰੂਪ ਦੇ ਵਿੱਚ ਅਭੇਦ ਹੋਣ ਦੀ ਕੋਈ ਰੁਕਾਵਟ, ਕੋਈ ਬੜੇ ਬੜੇ ਦੇਵਤੇ ਇੰਦਰ ਵਰਗੇ ਰੁਕਾਵਟਾਂ ਪਾਉਂਦੇ ਨੇ ਭਗਤੀ ਜੋ ਉਹਨੂੰ ਪਾ ਨਹੀਂ ਸਕਦੇ। ਕਾਮ ਕ੍ਰੋਧ ਦੀਆਂ ਸ਼ਬਦ ਸਪਰਸ਼ ਰੂਪ ਰੱਖਦੀਆਂ ਦਰ ਕਰ ਠਾਕ ਨਾ ਹੋਏ, ਉਹਨਾਂ ਨੂੰ ਠਾਕਾ ਨਹੀਂ ਹੋਇਆ। ਰਾਜਨ ਜਾਣੇ ਆਪਣੇ, ਜਿਹਨੇ ਆਪਣੇ ਸਰੂਪ ਜਾਣ ਲਿਆ ਵਾਹਿਗੁਰੂ ਨੂੰ, ਨਾਨਕ ਏਕੋ ਰਵ ਰਹਿਆ। ਸਤਿਗੁਰੂ ਮਹਾਰਾਜ ਹੁਣ ਸ਼ਬਦ ਦੀ ਸਮਾਪਤੀ ਕਰਦੇ ਨੇ। ਐਸਾ ਨਿਸ਼ਚਾ ਹੋ ਜਾਂਦਾ ਹੈ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਸਾਰੇ ਰੱਬ ਵਿਆਪਕ ਹੋ ਰਿਹਾ ਹੈ, ਮਿਲ ਰਿਹਾ ਹੈ, ਤੇ ਉਹ ਤੋਂ ਬਿਨਾਂ ਦੂਜਾ ਅਵਰ ਨਾ ਕੋਈ, ਉਹ ਤੋਂ ਬਿਨਾਂ ਅਵਰ ਹੋਰ ਕੋਈ ਦੂਜਾ ਹੈ ਹੀ ਨਹੀਂ। ਇਸ ਪ੍ਰਕਾਰ ਉਹ ਫਿਰ ਪਰਮੇਸ਼ਰ ਦੀ ਸਿਖਿਆਤਾ ਕਾਲੇ ਹੋ ਜਾਂਦੇ ਹੈ। ਹਰ ਥਾਂ ਤੇ ਪਰਮੇਸ਼ਰ ਦ੍ਰਿਸ਼ਟੀ ਆਉਂਦਾ ਹੈ। ਐਸੇ ਪੁਰਖ ਧਨਤਾ ਦੇ ਯੋਗ ਹੋ ਜਾਂਦੇ ਨੇ। 2 ਅਸ਼ਟਪਦੀਆਂ ਮਹਾਰਾਜ ਨੇ ਕਿਰਪਾ ਕਰਕੇ ਅੱਜ ਦੀ ਕਥਾ 'ਚ ਕਰਵਾ ਲਈਆਂ ਨੇ, ਤੇ ਸਤਿਗੁਰੂ ਮਹਾਰਾਜ ਕਿਰਪਾ ਕਰਨ। ਆਓ ਕੱਲ ਨੂੰ ਫਿਰ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ। ਇੱਥੇ ਹੁਣ ਸਮਾਪਤੀ ਹੈ। ਰਾਜਨ ਜਾਣ ਹੈ ਆਪਣਾ, ਦਰ ਕਰ ਠਾਕ ਨਾ ਹੋਏ। ਨਾਨਕ ਕੋ ਰਵ ਰਹਿਆ, ਦੂਜਾ ਅਵਰ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।